ਨਾਨਕ ਸਿੰਘ ਦਾ ਨਾਵਲ ਪ੍ਰੇਮ ਸੰਗੀਤ ਦਾ 9ਵਾਂ ਅੰਗ। ਇਸ ਤੋਂ ਕੁਝ ਦਿਨਾਂ ਬਾਅਦ ਜਗਜੀਤ ਦੇ ਪਿਓ ਨੂੰ ਜਦ ਉਹਦਾ ਖਤ ਆਇਆ ਕਿ ਉਹ ਮਸੂਰੀ ਤੋਂ ਕਲਕੱਤੇ ਪਹੁੰਚ ਗਿਆ ਹੈ ਤੇ ਕੁਝ ਦਿਨਾਂ ਤੱਕ ਅੰਮ੍ਰਿਤਸਰ ਆ ਜਾਏਗਾ ਤਾਂ ਬੜੀ ਉਤਾਵਲੀ ਨਾਲ ਪੁੱਤਰ ਦੀ ਉਡੀਕ ਕਰਨ ਲੱਗਾ। ਇਸ ਤੋਂ ਥੋੜੇ ਦਿਨ ਬਾਅਦ ਉਹਨੂੰ ਜਗਜੀਤ ਦਾ ਇੱਕ ਹੋਰ ਖਤ ਆਇਆ। ਉਸ 'ਚ ਲਿਖਿਆ ਸੀ, ਮਾਨਯੋਗ ਪਿਤਾ ਜੀ, ਮੈਂ 1-2 ਦਿਨਾਂ ਤੱਕ ਅੰਮ੍ਰਿਤਸਰ ਪਹੁੰਚ ਜਾਵਾਂਗਾ। ਇਹਦੇ ਨਾਲ ਹੀ ਮੈਂ ਆਪ ਨੂੰ ਇੱਕ ਖਬਰ ਸੁਣਾਉਣਾ ਜਿਹਨੂੰ ਸੁਣ ਕੇ ਉਮੀਦ ਹੈ ਤੁਸੀਂ ਜੇ ਪ੍ਰਸੰਨ ਨਹੀਂ ਹੋਗੇ ਤਾਂ ਗੁੱਸੇ ਵੀ ਨਹੀਂ ਹੋਗੇ। ਮੈਂ ਜਦ ਕਲਕੱਤੇ ਆਇਆ ਤਾਂ ਇੱਥੇ ਇੱਕ ਅਜੀਬ ਘਟਨਾ ਵੇਖੀ। ਇੱਕ ਗਰੀਬ ਤੇ ਯਤੀਮ ਲੜਕੀ ਜਿਹਦਾ ਇੱਕ ਬੁੱਢਾ ਸੰਬੰਧੀ ਬਹੁਤ ਚਿਰ ਬਿਮਾਰ ਰਹਿ ਕੇ ਮਰ ਗਿਆ ਸੀ, ਜਸਵੰਤ ਸਿੰਘ ਨੇ ਉਹਦੀ ਪਾਲਣਾ ਦਾ ਭਾਰ ਆਪਣੇ ਉੱਪਰ ਲੈ ਲਿਆ ਸੀ। ਪਰ ਪ੍ਰਦੇਸ਼ 'ਚ ਹੋਣ ਕਰਕੇ ਉਹ ਇਸ ਭਾਰ ਨੂੰ ਚੁੱਕਣ ਤੋਂ ਅਸਮਰਥ ਸੀ ਤੇ ਉਹ ਚਾਹੁੰਦਾ ਹੈ ਕਿ ਮੈਂ ਇਸ ਕੁੜੀ ਨੂੰ ਆਪਣੇ ਨਾਲ ਲੈ ਜਾਵਾਂ ਤੇ ਉਸ ਭਲੇ ਘਰ ਦੀ ਮਹਿਟਰ ਲੜਕੀ ਦੀ ਰੋਟੀ ਕੱਪੜੇ ਦੀ ਮਦਦ ਕਰਾਂ। ਸੋ ਮੈਂ ਉਸ ਨੂੰ ਨਾਲ ਹੀ ਲੈਂਦਾ ਆਵਾਂਗਾ। ਆਪ ਦਾ ਜਗਜੀਤ। ਬੁੱਢੇ ਨੇ ਖਤ ਪੜ੍ਹਿਆ ਤਾਂ ਖੁਸ਼ੀ-ਖੁਸ਼ੀ ਜਗਜੀਤ ਦੇ ਕਮਰੇ ਦੀ ਸਫਾਈ ਕਰਨ 'ਚ ਰੁੱਝ ਗਿਆ। ਉਹਨੇ ਸੋਚਿਆ, ਚਲੋ ਇਹ ਵੀ ਚੰਗਾ ਹੋਇਆ ਮੁੰਡੇ ਦਾ ਵਿਆਹ ਸਿਰ ਤੇ ਆ ਗਿਆ ਸੀ, ਹੋਰ ਨਹੀਂ ਤਾਂ ਇਹ ਕੁੜੀ ਘਰ ਦਾ ਕੰਮ ਧੰਦਾ ਤਾਂ ਕਰੇਗੀ। ਕੁਝ ਦਿਨਾਂ ਬਾਅਦ ਜਗਜੀਤ ਮਾਇਆ ਨੂੰ ਲੈ ਕੇ ਅੰਮ੍ਰਿਤਸਰ ਆ ਗਿਆ। ਬੁੱਢੇ ਸਰਦਾਰ ਨੇ ਪੁੱਤਰ ਦਾ ਮੂੰਹ ਚੁੰਮਿਆ। ਮਾਇਆ ਦੇ ਸਿਰ ਤੇ ਪਿਆਰ ਦੇ ਕੇ ਉਹ ਜਗਜੀਤ ਨੂੰ ਕਹਿਣ ਲੱਗਾ, ਕਾਕਾ ਇਹ ਕੁੜੀ ਤਾਂ ਕੋਈ ਦੇਵੀ ਜਾਪਦੀ ਏ ਤੇ ਤੂੰ ਲਿਖਿਆ ਸੀ ਗਰੀਬ ਲੜਕੀ। ਪਰ ਉਹਨੇ ਇੱਕ ਪਿਆਰ ਨਾਲ ਮਾਇਆ ਨੂੰ ਕਿਹਾ, ਪੁੱਤਰ ਚੰਗਾ ਹੋਇਆ ਜੋ ਤੂੰ ਇੱਥੇ ਆ ਗਈ, ਇਸ ਘਰ ਨੂੰ ਆਪਣਾ ਹੀ ਘਰ ਸਮਝ। ਜਗਜੀਤ ਨੂੰ ਰੱਬ ਨੇ ਭੈਣ ਦਾ ਮੂੰਹ ਨਹੀਂ ਸੀ ਵਿਖਾਇਆ। ਪੁੱਤਰ ਤੂੰ ਹੀ ਇਹਦੀ ਭੈਣ ਹੈ। ਤੇ ਉਹ ਦੋਹਾਂ ਨੂੰ ਪਿਆਰ ਨਾਲ ਅੰਦਰ ਲੈ ਗਿਆ। ਬੁੱਢਾ ਸਰਦਾਰ ਮਾਇਆ ਨਾਲ ਧੀਆਂ ਨਾਲੋਂ ਵੱਧ ਸਨੇਹ ਕਰਦਾ ਸੀ। ਇਹ ਤੋਂ ਛੋਟੋ ਨੇ ਵੇਖਿਆ ਕਿ ਦਿਨਾਂ 'ਚ ਹੀ ਮਾਇਆ ਨੇ ਘਰ ਦੀ ਕਾਇਆ ਪਲਟ ਦਿੱਤੀ ਹੈ। ਨੌਕਰਾਂ ਦੇ ਹੱਥਾਂ 'ਚ ਆ ਕੇ ਘਰਾਂ ਦੀ ਖੇ ਉੱਡ ਜਾਂਦੀ ਹੈ। ਜਿੱਥੇ ਕੋਈ ਚੀਜ਼ ਰੱਖੀ ਉੱਥੇ ਹੀ ਪਈ ਨਾਸ ਹੋ ਜਾਵੇ, ਪਰ ਉਹਨਾਂ ਸਾਂਭਣ ਦਾ ਨਾਂ ਨਹੀਂ ਲੈਣਾ। ਮਾਲਕ ਨੇ ਜੇ ਕੋਈ ਚੀਜ਼ ਨੁਕਸਾਨ ਹੁੰਦੀ ਵੇਖ ਕੇ ਗੁੱਸੇ ਰਾਜੀ ਹੋ ਕੇ ਸਾਂਭਣ ਲਈ ਕਹਿ ਵੀ ਦਿੱਤਾ ਤਾਂ ਅਲਗਰਜ਼ੀ ਨਾਲ ਅੱਧ-ਪਚੱਦਾ ਕੰਮ ਕਰਕੇ ਉਹ ਗਏ। ਮਾਇਆ ਨੂੰ ਆਉਂਦਿਆਂ ਹੀ ਇਸ ਘਰ ਨਾਲ ਇੰਨੀ ਲਗਨ ਹੋ ਗਈ ਸੀ ਕਿ ਉਹ 1 ਮਿੰਟ ਵੀ ਵਿਹਲੀ ਨਹੀਂ ਸੀ ਬੈਠਦੀ ਤੇ ਨੌਕਰ ਮੂੰਹ ਹੀ ਵੇਖਦੇ ਰਹਿ ਜਾਂਦੇ ਸਨ, ਪਰ ਉਹ ਕਿਸੇ ਦੇ ਹੱਥਾਂ ਵੱਲ ਥੋੜਾ ਹੀ ਤੱਕਦੀ ਸੀ। ਜਗਜੀਤ ਜਦ ਘਰ ਆਉਂਦਾ ਤਾਂ ਸਭ ਤੋਂ ਪਹਿਲਾਂ ਉਹ ਮਾਇਆ ਨੂੰ ਇੱਕ ਵਾਰੀ ਪਿਆਰ ਨਾਲ ਬੁਲਾਉਂਦਾ। ਮਾਇਆ ਇਹ ਨਾਮ ਉਹਨੂੰ ਕਿੰਨਾ ਮਿੱਠਾ, ਕਿੰਨਾ ਪਿਆਰਾ ਲੱਗਦਾ ਸੀ। ਰਸੋਈ ਘਰ ਦੇ ਨਾਲ ਦਾ ਇੱਕ ਕਮਰਾ ਮੁੱਦਤਾਂ ਤੋਂ ਬੰਦ ਸੀ ਤੇ ਹੋਰ ਸਭ ਕਮਰੇ ਸਾਫ਼ ਸੁਥਰੇ ਕਰ ਲਏ ਸਨ, ਪਰ ਇਹਨੂੰ ਜੰਦਰਾ ਵੱਜਾ ਹੋਣ ਕਰਕੇ ਇਸ ਵੱਲ ਉਹਦਾ ਖਿਆਲ ਹੀ ਨਹੀਂ ਸੀ ਆਇਆ। ਇੱਕ ਦਿਨ ਉਹਨੇ ਜਗਜੀਤ ਪਾਸੋਂ ਪੁੱਛਿਆ, ਇਸ ਕਮਰੇ ਵਿੱਚ ਕੀ ਏ? ਜਗਜੀਤ ਨੇ ਪਿਆਰ ਨਾਲ ਉੱਤਰ ਦਿੱਤਾ, ਮੈਨੂੰ ਤਾਂ ਪਤਾ ਨਹੀਂ, ਬਾਪੂ ਹੋਰਾਂ ਤੋਂ ਪੁੱਛਦਾ। ਕਹਿ ਕੇ ਉਸੇ ਵੇਲੇ ਪਿਓ ਨੂੰ ਜਾ ਕੇ ਪੁੱਛਣ ਲੱਗਾ। ਉਹਨੇ ਉੱਤਰ ਦਿੱਤਾ, ਕਾਕਾ ਇਸ 'ਚ ਵਾਧੂ ਕੂੜਾ ਕਰਕਟ ਹੀ ਪਿਆ ਹੋਏਗਾ, ਹੋਰ ਤਾਂ ਕੁਛ ਨਹੀਂ। ਜਗਜੀਤ ਨੇ ਮਾਇਆ ਨੂੰ ਆ ਕੇ ਦੱਸਿਆ। ਕੁੰਜੀਆਂ ਦਾ ਗੁੱਛਾ ਲਿਆ ਕੇ ਮਾਇਆ ਨੇ ਕੁੰਜੀ ਨਾਲ ਉਹਦਾ ਜੰਦਰਾ ਖੋਲ ਸੁੱਟਿਆ। ਉਹਨੇ ਵੇਖਿਆ ਜੋ ਖਬਰੇ ਕਿੰਨੇ ਸਾਲਾਂ ਤੋਂ ਬੰਦ ਹੈ। ਇਸ 'ਚ ਲਗਭਗ ਮਕਾਨ ਉਸਾਰੀ ਦਾ ਹੀ ਬਹੁਤ ਸਮਾਨ, ਕਈਆਂ ਤਗਾਰੀਆਂ, ਚੂਨੇ ਵਾਲੇ ਪੀਪੇ, ਕੁੱਚੀਆਂ ਆਦਿ ਸਨ। ਮਾਲੂਮ ਹੁੰਦਾ ਸੀ ਮਕਾਨ ਦੇ ਬਣਨ ਵੇਲੇ ਤੋਂ ਹੀ ਇਹ ਕਮਰਾ ਬੰਦ ਹੈ। ਉਹਨੇ ਜਗਜੀਤ ਨੂੰ ਜੋ ਕੋਲ ਹੀ ਖੜਾ ਸੀ ਕਿਹਾ, ਮੇਰੀ ਮਰਜ਼ੀ ਹੈ ਇਸ ਕਮਰੇ ਦੀ ਵੀ ਸਫਾਈ ਕਰਵਾ ਦਈਏ, ਐਵੇਂ ਰੁਕਿਆ ਪਿਆ। ਜਗਜੀਤ ਨੇ ਪਿਆਰ ਭਰੇ ਗੁੱਸੇ ਨਾਲ ਕਿਹਾ, ਕਿ ਸ਼ੁਦੈਨ ਕੁੜੀਏ, ਮਿੱਟੀ ਘੱਟਾ ਫੱਕਣ ਲਈ ਮੈਂ ਤੈਨੂੰ ਇੱਥੇ ਲਿਆਂਦਾ ਸੀ, ਆਪੇ ਨੌਕਰ ਨੂੰ ਕਹਿ ਦਿਆਂਗੇ ਕਿਸੇ ਦਿਨ ਸਾਫ਼ ਕਰ ਛੱਡੇਗਾ। ਪਰ ਮਾਇਆ ਦੀ ਜ਼ਿੱਦ ਅੱਗੇ ਬਹੁਤਾ ਚਿਰ ਅੜ ਨਾ ਸਕਿਆ। ਮਾਇਆ ਨੇ ਉਸੇ ਵੇਲੇ ਨੌਕਰ ਨੂੰ ਸੱਦਿਆ ਤੇ ਸਭ ਚੀਜ਼ਾਂ ਚੁਕਾ ਕੇ ਬਾਹਰਲੀ ਇੱਕ ਵਾਧੂ ਕੋਠੀ 'ਚ ਭੇਜਣੀਆਂ ਸ਼ੁਰੂ ਕਰ ਦਿੱਤੀਆਂ। ਜਦੋਂ ਹੌਲੀਆਂ-ਹੌਲੀਆਂ ਚੀਜ਼ਾਂ ਬਾਕੀ ਰਹਿ ਗਈਆਂ ਤਾਂ ਉਹ ਹੱਥੀਂ ਉਹਨਾਂ ਦੀ ਸਫਾਈ ਕਰਨ ਲੱਗ ਪਈ। ਇਸ ਵੇਲੇ ਜਗਜੀਤ ਵੀ ਉਹਦੇ ਨਾਲ ਇਸ ਕੰਮ 'ਚ ਲੱਗਾ ਹੋਇਆ ਸੀ। ਕਈ ਲੱਕੜ ਦੀਆਂ ਛੋਟੀਆਂ-ਛੋਟੀਆਂ ਸੰਦੂਕਾਂ ਤੇ ਕੁਝ ਭੱਜੇ ਤੇ ਵਿੰਗ ਤੜਿੰਗੇ ਟਰੰਕ ਸਨ। ਉਹਨਾਂ 'ਚੋਂ ਕਿਸੇ ਵਿੱਚ ਪੁਰਾਣੇ ਕੱਪੜੇ, ਕਿਸੇ 'ਚ ਰੱਦੀ ਅਖਬਾਰਾਂ, ਕਿਤਾਬਾਂ ਤੇ ਟੁੱਟਾ ਭੱਜਾ ਕਈ ਤਰ੍ਹਾਂ ਦਾ ਸਮਾਨ ਸੀ। ਮਾਇਆ ਕੰਮ ਦੀਆਂ ਚੀਜ਼ਾਂ ਇੱਕ ਪਾਸੇ ਰੱਖ ਰਹੀ ਸੀ, ਰੱਦੀ ਚੀਜ਼ਾਂ ਬਾਹਰ ਸੁੱਟਣ ਲਈ ਵੱਖਰੀਆਂ ਕਰ ਰਹੀ ਸੀ। ਜਗਜੀਤ ਵੀ ਫੋਲਾ-ਫਾਲੀ ਕਰਨ ਲੱਗ ਪਿਆ। ਇੱਕ ਟਰੰਕ ਵਿਚਲੀਆਂ ਚੀਜ਼ਾਂ ਫੋਲਦਿਆਂ ਖਾਕੀ ਕਾਗਜ਼ ਦਾ ਇੱਕ ਵੱਡਾ ਸਾਰਾ ਲਿਫਾਫਾ ਮਾਇਆ ਨੇ ਵੇਖਿਆ। ਉਹਨੇ ਲਿਫਾਫੇ ਵਿਚਲੇ ਕਾਗਜ਼ ਪੱਤਰ ਕੱਢ ਕੇ ਬਾਹਰ ਢੇਰੀ ਕਰ ਦਿੱਤੇ। ਇਹਨਾਂ 'ਚ ਕੁਝ ਫੋਟੋ ਤੇ ਤਸਵੀਰਾਂ ਵੀ ਸਨ, ਜਿਨ੍ਹਾਂ ਦੇ ਹਾਸ਼ੀਏ ਤੇ ਗੱਤੇ ਭੱਜ ਕੇ ਮੁੜੇ ਹੋਏ ਸਨ। ਉਹਨਾਂ 'ਚੋਂ ਇੱਕ ਤਸਵੀਰਾਂ 'ਚ ਇੱਕ ਮੁਟਿਆਰ ਵਹੁਟੀ ਤੇ ਉਹਦੇ ਗੱਭਰੂ ਦੀ ਸੀ। ਵਹੁਟੀ ਦੀ ਉਮਰ 15-16 ਵਰ੍ਹਿਆਂ ਦੀ, ਗੱਭਰੂ ਦੀ 25 ਕੁ ਵਰ੍ਹਿਆਂ ਦੀ ਮਾਲੂਮ ਹੁੰਦੀ ਸੀ। ਗੱਭਰੂ ਬੂਟਾਂ ਸੂਟਾਂ ਨਾਲ ਸਜਿਆ ਹੋਇਆ, ਸ਼ਮਲੇਦਾਰ ਪੱਗ ਬੰਨੀ, ਘੜੀ ਚੇਨ ਲਮਕਾਈ ਇੱਕ ਕੁਰਸੀ ਤੇ ਬੈਠਾ ਸੀ ਤੇ ਮੁਟਿਆਰ ਸੱਜੇ ਹੱਥ ਨਾਲ ਉਹਦਾ ਮੋਢਾ ਫੜ ਕੇ ਉਹਦੇ ਖੱਬੇ ਪਾਸੇ ਖੜੀ ਸੀ। ਮਾਇਆ ਨੇ
ਪੱਲੇ ਨਾਲ ਤਸਵੀਰ ਦਾ ਘੱਟਾ ਝਾੜਿਆ, ਉਸ ਉਤੇ ਪਈ ਮਿੱਟੀ ਦੇ ਦਾਗ ਪੂੰਝੇ, ਫਿਰ ਬੜੀ ਹੈਰਾਨੀ ਨਾਲ ਆਪਣੀ ਗੱਲ ਤੇ ਉਂਗਲ ਰੱਖ ਕੇ ਉਸ ਵੱਲ ਤੱਕਦੀ ਰਹੀ। ਇੰਨੇ ਨੂੰ ਜਗਜੀਤ, ਜੋ ਪਾਸ ਹੀ ਪਤਲੂਨ ਦੀਆਂ ਜੇਬਾਂ 'ਚ ਹੱਥ ਪਾਈ ਖੜਾ ਸੀ, ਨੇ ਪੁੱਛਿਆ, ਮਾਇਆ ਕੀ ਵੇਖ ਰਹੀ? ਉਹ ਬੋਲੀ, ਇਹ ਤਸਵੀਰ ਕੀ ਸੋਹਣੀ ਮਾਲੂਮ ਹੁੰਦੀ ਹੈ। ਜਗਜੀਤ ਨੇ ਪਤਲੂਨ ਨਾਲ ਹੱਥ ਪੂੰਝ ਕੇ ਤਸਵੀਰ ਉਸ ਪਾਸੋਂ ਫੜ ਲਈ ਤੇ ਫਿਰ ਉਹਨੂੰ ਬੜੇ ਧਿਆਨ ਨਾਲ ਵੇਖ ਕੇ ਤੇ ਇੱਕ ਵਾਰੀ ਮਾਇਆ ਦੇ ਚਿਹਰੇ ਵੱਲ ਵੇਖ ਕੇ ਹੈਰਾਨੀ ਜਿਹੀ ਨਾਲ ਬੋਲਿਆ, ਮਾਇਆ, ਇਸ ਵਹੁਟੀ ਦੀ ਸ਼ਕਲ ਤੇ ਜਾਣੀ ਦਾ ਹੂ-ਬਹੂ ਤੇਰੇ ਨਾਲ ਮਿਲਦੀ ਏ। ਮਾਇਆ ਸ਼ਰਮਿੰਦੀ ਜੀ ਹੋ ਕੇ ਚੁੱਪ ਕਰ ਗਈ। ਜਗਜੀਤ ਇਹ ਕਹਿ ਕੇ ਕਿ ਅੱਛਾ ਠਹਿਰ, ਮੈਂ ਬਾਪੂ ਹੋਰਾਂ ਨੂੰ ਪੁੱਛਣਾ ਵਾ, ਉਹਨਾਂ ਨੂੰ ਤਾਂ ਪਤਾ ਹੀ ਹੋਏਗਾ, ਬਾਹਰ ਜਾਣ ਲੱਗਾ, ਪਰ ਉਹਨੂੰ ਜਾਣ ਦੀ ਲੋੜ ਨਾ ਪਈ। ਇਸੇ ਵੇਲੇ ਉਹਦਾ ਪਿਓ, ਜੋ ਕਿਸੇ ਕੰਮ ਲਈ ਬੈਠਕ ਵੱਲ ਜਾ ਰਿਹਾ ਸੀ, ਇਸ ਕਮਰੇ 'ਚੋਂ ਘੱਟਾ ਉੱਠਦਾ ਵੇਖ ਕੇ ਇੱਧਰ ਚਲਾ ਆਇਆ। ਅੰਦਰ ਆ ਕੇ ਤੇ ਮਾਇਆ ਨੂੰ ਇਸ ਤਰ੍ਹਾਂ ਘੱਟੇ 'ਚ ਲਿਬੜੀ ਵੇਖ ਕੇ ਬਨੌਟੀ ਗੁੱਸੇ 'ਚ ਬੋਲਿਆ, ਮਾਇਆ ਪੁੱਤੇ, ਕੀ ਕੰਮ ਲੱਗੀ ਹੋਈ ਹੈ? ਨੌਕਰ ਫਾਹੇ ਦੇਣ ਜੋਗੇ ਰੱਖੇ ਨੇ? ਛੱਡ ਪਰਾਂ ਨਿਕੰਮੇ ਪੌੜੇ ਨੂੰ, ਆਪੇ ਠੀਕ ਕਰਾ ਲਾਂਗਾ। ਉੱਠ ਮੇਰਾ ਪੁੱਤ, ਜਾ ਕੇ ਮੂੰਹ ਹੱਥ ਧੋ ਤੇ ਕੱਪੜੇ ਬਦਲ। ਮਾਇਆ ਬੋਲੀ, ਬਾਪੂ ਜੀ, ਨੌਕਰ ਦੇ ਹੱਥਾਂ ਵੱਲ ਹੀ ਵੇਖਦੇ ਰਹੀਏ ਤਾਂ ਕੁਝ ਵੀ ਨਹੀਂ ਹੁੰਦਾ। ਅੱਜ 5 ਦਿਨ ਹੋਏ ਨੇ ਮੈਨੂੰ ਕਹਿੰਦੀ ਨੂੰ, ਜੋ ਟੁੱਟੀਆਂ ਕੁਰਸੀਆਂ ਕਿਸੇ ਨੂੰ ਉਣਨ ਵਾਸਤੇ ਦੇ ਆ, ਰੋਜ਼ ਅੱਜ ਕੱਲ੍ਹ ਕਰ ਛੱਡਦਾ। ਬੁੱਢਾ ਸਰਦਾਰ ਨੌਕਰਾਂ ਤੇ ਦੰਦੀਆਂ ਪੀਣ ਲੱਗ ਪਿਆ। ਇਸ ਵੇਲੇ ਜਗਜੀਤ ਨੇ ਗਾਂਹ ਹੋ ਕੇ ਕਿਹਾ, ਬਾਪੂ ਜੀ, ਇਹ ਕਿਹਦੀ ਤਸਵੀਰ ਏ? ਬੁੱਢੇ ਨੇ ਐਨਕ ਢੱਕੀਆਂ ਅੱਖਾਂ ਨਾਲ ਤਸਵੀਰ ਵੱਲ ਬੜੇ ਗੌਰ ਨਾਲ ਡਿੱਠਾ। ਕਿੰਨਾ ਚਿਰ ਹੀ ਵੇਖਦਾ ਰਿਹਾ। ਇਸ ਤੋਂ ਬਾਅਦ ਉਹਨੇ ਇੱਕ ਠੰਡਾ ਸਾਹ ਭਰਿਆ। ਇਸ ਵੇਲੇ ਮਾਇਆ ਤੇ ਜਗਜੀਤ ਉਹਦੇ ਪਾਸ ਖੜੇ ਸਨ। ਉਹਨਾਂ ਵੇਖਿਆ, ਐਨਕ ਉੱਚੀ ਕਰਕੇ ਰੁਮਾਲ ਨਾਲ ਅੱਖਾਂ ਦੇ ਅਥਰੂ ਪੁੰਝੇ ਵੇਖ ਕੇ ਦੋਵੇਂ ਬੜੇ ਹੈਰਾਨ ਹੋਏ ਤੇ ਨਾਲ ਹੀ ਤਸਵੀਰ ਕਿਹਨਾਂ ਦੀ ਹੈ ਇਹ ਪੁੱਛਣ ਲਈ ਉਹਨਾਂ ਦਾ ਤੌਖਲਾ ਹੋਰ ਵੀ ਵੱਧ ਉੱਠਿਆ। ਜਗਜੀਤ ਨੇ ਪਿਓ ਦਾ ਹੱਥ ਹਿਲਾਉਂਦਿਆਂ ਹੋਇਆਂ ਕਿਹਾ, ਬਾਪ, ਕੀ ਦੱਸੋ ਵੀ ਕਿਹਦੀ ਤਸਵੀਰ ਹੈ? ਤੁਸੀਂ ਇਸ ਤਰ੍ਹਾਂ ਕਿ ਹੋ ਗਏ ਹੋ ਬਾਪੂ ਜੀ? ਬੁੱਢੇ ਨੇ ਇੱਕ ਵਾਰੀ ਫੇਰ ਹੌਕਾ ਭਰਿਆ, ਫਿਰ ਬੋਲਿਆ, ਪੁੱਤਰ, ਇਹ ਤਸਵੀਰ ਤੇਰੀ ਮਾਂ ਦੀ ਤੇ ਮੇਰੀ ਹੈ। ਇਹ ਉਦੋਂ ਲੁਹਾਈ ਸੀ ਜਦੋਂ ਅਜੇ ਸਾਡੇ ਵਿਆਹ ਨੂੰ ਮਸੇ 6 ਮਹੀਨੇ ਹੋਏ ਸਨ। ਉਹ ਪਰਮਾਤਮਾ ਵਿਚਾਰੀ ਧੱਕੇ ਖਾਂਦੀ ਕਿਹੜੀ ਮੌਤੇ ਮੋਈ ਹੋਏਗੀ। ਅਖੀਰਲੇ ਸ਼ਬਦ ਆਪ ਮੁਹਾਰੇ ਉਹਦੇ ਮੂੰਹੋਂ ਨਿਕਲ ਗਏ। ਇਹ ਵੇਖ ਕੇ ਉਹ ਬੜਾ ਸ਼ਸ਼ੱਦਰ ਜਿਹਾ ਹੋਇਆ। ਜਗਜੀਤ ਬੋਲਿਆ, ਬਾਪੂ ਜੀ, ਤੁਸੀਂ ਤੇ ਮੈਨੂੰ ਕਹਿੰਦੇ ਸੋ ਜਦ ਤੂੰ 3 ਵਰ੍ਹਿਆਂ ਦਾ ਸੈਂ ਤੇਰੀ ਮਾਂ ਮਰ ਗਈ, ਉਹਨੂੰ ਬੁਖਾਰ ਚੜਿਆ ਸੀ, ਤੇ ਹੁਣ ਕਹਿੰਦੇ ਹੋ ਖਬਰੇ ਕਿਹੜੀ ਮੌਤੇ ਮਰੀ। ਬੁੱਢੇ ਪਾਸੋਂ ਹੋਰ ਸਹਾਰਾ ਨਾ ਹੋ ਸਕਿਆ ਤੇ ਫੁੱਟ-ਫੁੱਟ ਕੇ ਰੋਣ ਲੱਗ ਪਿਆ। ਮਾਇਆ ਨੇ ਛੇਤੀ ਨਾਲ ਗਾਂਹ ਹੋ ਕੇ ਉਹਦੀ ਬਾਂਹ ਫੜ ਕੇ ਕਿਹਾ, ਬਾਪੂ ਜੀ, ਨਾ ਰੋਵੋ। ਨਾਲ ਹੀ ਉਹਨੇ ਉਹਦੀਆਂ ਆਪਣੀਆਂ ਅੱਖਾਂ ਭਰ ਆਈਆਂ। ਜਗਜੀਤ ਵੱਲ ਤੱਕਿਆ ਤਾਂ ਉਹ ਵੀ ਅੱਖਾਂ ਪੂੰਝ ਰਿਹਾ ਸੀ। ਬੁੱਢਾ ਕਮਰਿਓਂ ਬਾਹਰ ਨਿਕਲ ਕੇ ਬੈਠਕ 'ਚ ਜਾ ਕੇ ਤੇ ਇੱਕ ਆਰਾਮ ਕੁਰਸੀ ਤੇ ਬੈਠ ਕੇ ਫਿਰ ਅਰਮਾਨ ਭਰੀ ਨਜ਼ਰ ਨਾਲ ਤਸਵੀਰ ਵੱਲ ਤੱਕਣ ਲੱਗ ਪਿਆ। ਮਾਇਆ ਤੇ ਜਗਜੀਤ ਵੀ ਕੱਪੜੇ ਝਾੜਦੇ ਹੋਏ ਉਹਦੇ ਪਾਸ ਹੀ ਆ ਕੇ ਬੈਠ ਗਏ। ਦੋਵੇਂ ਇਸ ਭੇਤ ਨੂੰ ਸਮਝਣ ਲਈ ਡਾਢੇ ਉਤਾਵਲੇ ਹੋ ਰਹੇ ਸਨ। ਬੁੱਢਾ ਵੀ ਇਹਨਾਂ ਦੇ ਭਾਵ ਨੂੰ ਸਮਝ ਗਿਆ ਤੇ ਉਹ ਦੋਵਾਂ ਨੂੰ ਸੰਬੋਧਨ ਕਰਕੇ ਕਹਿਣ ਲੱਗਾ, ਪੁੱਤਰ, ਮੈਂ ਜਵਾਨੀ ਦੀ ਉਮਰੇ ਬੜਾ ਐਬੀ ਸਾਂ। ਪਿਓ ਦਾ ਖਟਿਆ ਖਟਾਇਆ ਰੁਪਇਆ ਵੇਖ ਕੇ ਮੇਰੀਆਂ ਅੱਖਾਂ ਪਾਟ ਗਈਆਂ ਸਨ। ਜਗਜੀਤ, ਤੇਰੀ ਮਾਂ ਦਾ ਨਾਮ ਗੰਗਾ ਦੇਈ ਸੀ। ਉਹ ਕੋਈ ਬੜਾ ਭਾਗਾਂ ਵਾਲਾ ਜੀ ਸੀ, ਪਰ ਮੈਂ ਹੀ ਕਰਮਾਂ ਮਾਰਿਆ ਪਾਪੀ ਸਾਂ, ਜਿਹਦੀਆਂ ਅੱਖਾਂ ਅੱਗੇ ਹਨੇਰੀ ਆਈ ਹੋਈ ਸੀ। ਪੁੱਤਰ, ਮੈਂ ਐਬ ਦੀਆਂ ਬੇਸ਼ਰਮੀ ਭਰੀਆਂ ਗੱਲਾਂ ਤੁਹਾਨੂੰ ਕੀ ਸੁਣਾਵਾਂ। ਉਦੋਂ ਮੈਂ ਜਲੰਧਰ ਹੁੰਦਾ ਸਾਂ ਤੇ ਉੱਥੇ ਹੀ ਮੇਰਾ ਪਿਓ ਠੇਕਿਆਂ ਦਾ ਕੰਮ ਕਰਦਾ ਹੁੰਦਾ ਸੀ। ਪਿਓ ਦੇ ਮਰਨ ਤੋਂ ਬਾਅਦ ਮੈਂ ਇੱਕ ਸ਼ਰਾਬਖਾਨੇ ਦਾ ਠੇਕਾ ਲਿਆ। ਉਸ 'ਚੋਂ ਮੈਨੂੰ ਅੰਨੀ ਖੱਟੀ ਸੀ ਤੇ ਪੀਣ ਲਈ ਸ਼ਰਾਬ ਦੀਆਂ ਤਾਂ ਮੇਰੇ ਲਈ ਨਦੀਆਂ ਵਗਦੀਆਂ ਸਨ। ਅਣਮੁੱਲੀ ਸ਼ਰਾਬ, ਐਸੀ ਆਦਤ ਪਈ, 8 ਪਹਿਰ ਮੈਂ ਸੁਆਰ ਹੀ ਰਹਿੰਦਾ ਸਾਂ। ਇਹਨਾਂ ਦਿਨਾਂ 'ਚ ਹੀ ਕਿਸੇ ਚੰਦਰੀ ਘੜੀ ਮੇਰਾ ਇੱਕ ਕੁਲੱਖਣੀ ਨਾਲ ਮੇਲ ਹੋ ਗਿਆ। ਪੁੱਤਰ, ਗੱਲ ਬੜੀ ਬੇਸ਼ਰਮੀ ਵਾਲੀ ਹੈ, ਪਰ ਮੈਂ ਹੁਣ ਤੁਹਾਨੂੰ ਲੁਕਾਵਾਂਗਾ ਨਹੀਂ। ਹੁੰਦਾ ਉਸ ਨਾਲ ਮੇਰਾ ਮੇਲ ਜੋਲ ਇੱਥੋਂ ਤੱਕ ਵੱਧ ਗਿਆ ਜੋ ਮੈਂ ਉਹਨੂੰ ਆਪਣੇ ਘਰ ਹੀ ਲੈ ਆਇਆ। ਅਮੀਰ ਆਦਮੀ ਸਾਂ, ਡਰ ਕਿਹਦਾ ਸੀ, ਨਾਲੇ ਉਹ ਚੁੜੈਲ ਵੀ ਨਿਖਸਮੀ ਸੀ। ਤੁਹਾਡੀ ਨਾ ਸੱਚ ਜਗਜੀਤ, ਤੇਰੀ ਮਾਂ ਲਹੂ ਦੇ ਘੁੱਟ ਵਾਂਗ ਇਸ ਦੁੱਖ ਨੂੰ ਵੀ ਸਹਾਰ ਗਈ। ਉਹਨੂੰ ਗੁਆਂਢਣਾ ਬਥੇਰਾ ਸਿਖਾਉਂਦੀਆਂ ਸਨ, ਪਰ ਉਹ ਇਹੋ ਕਹਿੰਦੀ ਸੀ, ਉਹ ਜਾਣੇ ਜੀਕਣ ਉਹ ਖੁਸ਼ ਰਹਿਣ, ਮੈਂ ਉਸੇ 'ਚ ਹੀ ਖੁਸ਼ ਹਾਂ। ਤੇ ਉਹਨੇ ਕਦੇ ਉਸ ਚੜੇਲ ਵੱਲ ਗੁੱਸੇ ਨਾਲ ਨਹੀਂ ਸੀ ਤੱਕਿਆ। ਉਸ ਡੈਣ ਦਾ ਨਾਮ ਚੰਨਣ ਦੇਈ ਸੀ। ਮੇਰੇ ਮੋਢਿਆਂ ਤੇ ਉਹਨੀ ਦਿਨੀ ਸ਼ੈਤਾਨ ਸਵਾਰ ਸੀ ਤੇ ਚੰਨੋ ਮੈਨੂੰ ਜੋ ਕੁਝ ਪੜ੍ਹਾਉਂਦੀ ਸੀ ਮੈਂ ਉਹੀ ਪੜ੍ਹਦਾ ਸਾਂ। ਗੰਗਾ ਦੇਈ ਨਾਲ ਮੈਂ ਗੱਲ ਕੱਤ ਕਰਨੀ ਛੱਡ ਦਿੱਤੀ। ਉਹ ਡੈਣ ਰੋਜ਼ ਮੈਨੂੰ ਤੇਰੀ ਮਾਂ ਦੇ ਵਿਰੁੱਧ ਨਵੀਆਂ ਤੋਂ ਨਵੀਆਂ ਗੱਲਾਂ ਘੜ ਕੇ ਸੁਣਾਉਂਦੀ ਰਹਿੰਦੀ ਸੀ। ਮੇਰਾ ਦਿਲ ਉਹਨੇ ਤੇਰੀ ਮਾਂ ਵੱਲੋਂ ਪੱਥਰ ਕਰ ਛੱਡਿਆ ਸੀ ਤੇ ਮੈਂ ਤੇਰੀ ਮਾਂ ਨੂੰ ਉਹਦੇ ਆਖੇ ਲੱਗ ਕੇ ਰੋਜ਼ ਦਿਨ 'ਚ ਕਈ ਵਾਰੀ ਬੈਂਤਾਂ ਤੇ ਚਪੇੜਾਂ ਨਾਲ ਕੁੱਟਦਾ ਸਾਂ, ਪਰ ਉਹ ਹੁੱਤ ਨਹੀਂ ਸੀ ਕਰਦੀ। ਸਿਆਲ ਦੀਆਂ ਰਾਤਾਂ ਵਿੱਚ ਉਹਨੂੰ ਗੁੱਤੋਂ ਫੜ ਕੇ ਬਾਹਰ ਕੱਢ ਦਿੰਦਾ ਸਾਂ। ਉਹ ਵਿਚਾਰੀ ਸਾਰੀ ਰਾਤ ਬਾਹਰ ਥੜੇ ਤੇ ਬੈਠੀ
ਸਰਦੀ 'ਚ ਬਿਤਾ ਦਿੰਦੀ ਸੀ, ਪਰ ਉੱਠ ਕੇ ਕਿਤੇ ਨਹੀਂ ਸੀ ਜਾਂਦੀ। ਅਖੀਰ ਚੰਨੋ ਦੀ ਚੁੱਕ ਨਾਲ ਮੈਨੂੰ ਉਹ 'ਤੇ ਬੜਾ ਹੀ ਗੁੱਸਾ ਚੜਿਆ। ਮੈਂ ਇੱਕ ਦਿਨ ਉਹਨੂੰ ਕਿਹਾ, ਬਸ ਤੂੰ ਮੇਰੇ ਘਰੋਂ ਨਿਕਲ ਜਾ। ਇਸ ਵੇਲੇ ਬੁੱਢੇ ਦੀ ਨਿਗਾਹ ਮਾਇਆ 'ਤੇ ਪਈ। ਉਹ ਕਾਊਚ ਉੱਤੇ ਸਿਰ ਸੁੱਟ ਕੇ ਅੱਖਾਂ ਮੀਟੀ ਪਈ ਸੀ। ਬੁੱਢੇ ਨੇ ਦਿਲ 'ਚ ਕਿਹਾ, ਚਲੋ ਚੰਗਾ ਹੀ ਹੋਇਆ ਸੌਂ ਗਈ। ਇਹ ਬੇਸ਼ਰਮੀ ਭਰੀਆਂ ਗੱਲਾਂ ਧੀ ਭੈਣ ਸਾਹਮਣੇ ਕਰਨੀਆਂ ਵੀ ਨਹੀਂ ਚਾਹੀਦੀਆਂ। ਉਹਨੇ ਫਿਰ ਜਗਜੀਤ ਨੂੰ ਕਹਿਣਾ ਸ਼ੁਰੂ ਕੀਤਾ। ਮੈਂ ਉਹਨੂੰ ਉਸੇ ਵੇਲੇ ਘਰੋਂ ਨਿਕਲ ਜਾਣ ਦਾ ਹੁਕਮ ਦਿੱਤਾ। ਆਹ ਵਿਚਾਰੀ ਰੋਂਦੀ ਰੋਂਦੀ ਮੇਰੇ ਪੈਰਾਂ 'ਤੇ ਡਿੱਗ ਕੇ ਬੋਲੀ, ਜੀ ਮੈਨੂੰ 3-4 ਮਹੀਨੇ ਹੋਰ ਰਹਿ ਲੈਣ ਦਿਓ। ਮੈਂ ਢਿੱਡ 'ਚ ਬਾਲ ਬੱਚੇ ਨੂੰ ਲੈ ਕੇ ਕਿੱਥੇ ਜਾਵਾਂਗੀ। ਮੈਂ ਉਹਨੂੰ ਇੱਕ ਜ਼ੋਰ ਦੀ ਲੱਤ ਮਾਰ ਕੇ ਕਿਹਾ, ਬਸ ਬਸ, ਮੈਂ ਹੋਰ 1 ਮਿੰਟ ਲਈ ਵੀ ਤੇਰਾ ਮੂੰਹ ਨਹੀਂ ਵੇਖਣਾ ਚਾਹੁੰਦਾ। ਚਲੀ ਜਾ ਤੇ ਇਸੇ ਵੇਲੇ ਉੱਠ ਕੇ ਚਲੀ ਜਾ। ਤੇ ਉਹ ਇੱਕ ਹੋਰ ਸ਼ਬਦ ਕਹਿਣ ਤੋਂ ਬਿਨਾਂ ਹੀ, ਕਾਕਾ ਜਗਜੀਤ ਤੂੰ ਸੁੱਤਾ ਹੋਇਆ ਸਾਂ, ਤੇਰਾ ਮੂੰਹ ਚੁੰਮ ਕੇ ਤੇ ਅਥਰੂ ਵਹਾਉਂਦੀ ਖਾਲੀ ਹੱਥੀਂ ਘਰੋਂ ਬਾਹਰ ਨਿਕਲ ਗਈ। ਜਗਜੀਤ ਦੀਆਂ ਅੱਖਾਂ ਅਥਰੂ ਵਹਾ ਰਹੀਆਂ ਸਨ ਤੇ ਧਿਆਨ ਉਹਦਾ ਪਿਓ ਵੱਲ ਸੀ। ਬੁੱਢੇ ਨੇ ਫੇਰ ਕਿਹਾ, ਉਹਦੇ ਚਲੇ ਜਾਣ ਤੋਂ ਬਾਅਦ ਚੰਨੂ ਨੇ ਮੈਨੂੰ ਦੋਹੀਂ ਹੱਥੀਂ ਲੁੱਟਣਾ ਸ਼ੁਰੂ ਕਰ ਦਿੱਤਾ। ਉਧਰ ਮੈਂ ਵੀ ਝੋਲੀਆਂ ਭਰ ਭਰ ਕੇ ਦੌਲਤ ਲੁਟਾਉਣ ਲੱਗਾ। ਹੌਲੀ ਹੌਲੀ ਮੇਰਾ ਸਭ ਕੁਝ ਨਿਖੁੱਟ ਗਿਆ ਤੇ ਉਹ ਨਾਗਣੀ ਵੀ ਲੱਗੀ ਮੈਨੂੰ ਵੱਡ ਵੱਡ ਖਾਣ। ਅਖੀਰ ਇੱਕ ਦਿਨ ਜਦ ਮੈਂ ਕਿਤੇ ਬਾਹਰ ਗਿਆ ਸਾਂ, ਪਿੱਛੋਂ ਸਭ ਛੱਲੀ ਪੂਣੀ ਵਲੇਟ ਕੇ ਉਹ ਚਲਦੀ ਬਣੀ ਤੇ ਮੈਂ ਬਿਲਕੁਲ ਖਾਕਸ਼ਾਹ ਹੋ ਗਿਆ। ਇੱਥੋਂ ਤੱਕ ਕਿ ਮੈਨੂੰ ਲਾਚਾਰ ਹੋ ਕੇ ਜਲੰਧਰ ਛੱਡਣਾ ਪਿਆ ਤੇ ਕਾਕਾ ਤੈਨੂੰ ਲੈ ਕੇ ਅੰਮ੍ਰਿਤਸਰ ਆ ਗਿਆ। ਮੇਰੀ ਮੱਤ ਟਿਕਾਣੇ ਆ ਗਈ ਸੀ। ਸਬੱਬ ਨਾਲ ਇੱਕ ਠੇਕੇਦਾਰ ਪਾਸ ਮੁਨਸ਼ੀ ਦੀ ਨੌਕਰੀ ਮਿਲ ਗਈ। ਮੇਰੇ ਕੰਮ ਤੇ ਉਹਨੂੰ ਬੜਾ ਭਰੋਸਾ ਹੋ ਗਿਆ ਤੇ ਮੈਂ ਵੀ ਬਥੇਰੀਆਂ ਠੋਕਰਾਂ ਖਾ ਚੁੱਕਾ ਸਾਂ। ਮਨ ਮਾਰ ਕੇ ਕੰਮ ਕਰਦਾ ਸਾਂ। ਹੁੰਦਿਆਂ ਹੁੰਦਿਆਂ ਉਸ ਨਾਲ ਮੈਂ 2 ਆਨੇ ਪੱਤੀ ਠਹਿਰਾ ਲਈ। ਇਹਨੇ ਦਿਨੀ ਜਰਮਨ ਦੀ ਲਾਮ ਲੱਗੀ ਸੀ। ਠੇਕੇਦਾਰਾਂ ਦੇ ਕੰਮ ਖੂਬ ਚੱਲਦੇ ਸਨ। ਹੌਲੀ ਹੌਲੀ ਉਹਦੀ ਮੇਰੀ ਅੱਧ ਭਾਈ ਵਾਲੀ ਹੋ ਗਈ ਤੇ ਫਿਰ ਮੈਂ ਵੱਖਰੇ ਠੇਕੇ ਲੈਣ ਲੱਗ ਪਿਆ। ਰੁਪਇਆ ਮੈਂ ਬਥੇਰਾ ਕਮਾ ਲਿਆ, ਮਕਾਨ ਵੀ ਪਾ ਲਿਆ। ਪਰ ਕਾਕਾ ਤੇਰੀ ਮਾਂ ਦਾ ਸੱਲ ਮੇਰੇ ਕਲੇਜੇ 'ਚ ਦਿਨੋਂ ਦਿਨ ਡੂੰਘਾ ਹੁੰਦਾ ਜਾਂਦਾ ਸੀ। ਜਿਉਂ-ਜਿਉਂ ਸਮਾਂ ਲੰਘਦਾ ਗਿਆ ਉਹਦਾ ਵਿਛੋੜਾ ਤੇ ਉਸ ਨਾਲ ਕੀਤਾ ਧੱਕਾ ਮੈਨੂੰ ਬੇਕਰਾਰ ਕਰੀ ਜਾਂਦਾ ਸੀ। ਤੇਰੀ ਮਾਂ ਦੀ ਮੈਂ ਬਥੇਰੀ ਤਲਾਸ਼ ਕੀਤੀ। ਕੇਵਲ ਇੰਨਾ ਹੀ ਪਤਾ ਲੱਗਾ ਕਿ ਉਹ ਆਪਣੇ ਭਰਾ ਪਾਸ ਕਿਤੇ ਹਿੰਦੁਸਤਾਨ ਚਲੀ ਗਈ ਹੈ, ਪਰ ਮੈਨੂੰ 1000 ਯਤਨ ਕਰਨ ਤੇ ਵੀ ਉਹਦਾ ਕੋਈ ਪਤਾ ਨਾ ਲੱਗ ਸਕਿਆ। ਅਖੀਰ ਮੈਂ ਮਨ ਮਾਰ ਕੇ ਬੈਠ ਗਿਆ। ਬੁੱਢੇ ਨੇ ਜਦ ਆਪਣਾ ਹਾਲ ਸੁਣਾਉਣਾ ਸਮਾਪਤ ਕੀਤਾ ਤਾਂ ਦੋਹਾਂ ਪਿਓ ਪੁੱਤਰਾਂ ਨੇ ਅੱਖਾਂ ਪੂੰਝੀਆਂ ਤੇ ਝੱਟ ਉਹਨਾਂ ਦੀ ਨਜ਼ਰ ਮਾਇਆ ਤੇ ਪਈ। ਉਸੇ ਤਰ੍ਹਾਂ ਅੱਖਾਂ ਮਿਟੀ ਸਿਰ ਸੁੱਟੀ ਪਈ ਸੀ। ਜਗਜੀਤ ਨੇ ਉਹਦਾ ਮੋਢਾ ਫੜ ਕੇ ਲਾਇਆ ਤੇ ਫਿਰ ਘਬਰਾ ਕੇ ਬੋਲ ਉੱਠਿਆ, ਬਾਪੂ ਜੀ ਵੇਖਣਾ ਜ਼ਰਾ, ਮਾਇਆ ਨੂੰ ਕੀ ਹੋ ਗਿਆ? ਇੱਕ ਤਾਂ ਹਿਲਦੀ ਜੁਲਦੀ ਨਹੀਂ। ਬੁੱਢਾ ਘਾਬਰ ਕੇ ਉੱਠ ਖੜੋਤਾ ਤੇ ਮਾਇਆ ਦਾ ਸਿਰ ਹਿਲਾ ਕੇ ਕੁਰਲਾ ਉੱਠਿਆ, ਉਹ ਇਹ ਤਾਂ ਬੇਹੋਸ਼ ਪਈ ਹੈ। ਤੇ ਉਹਨੇ ਕਾਹਲੀ ਨਾਲ ਮਾਇਆ ਨੂੰ ਚੁੱਕ ਕੇ ਮੰਜੇ ਤੇ ਲਿਟਾਇਆ। ਅਨੇਕਾਂ ਯਤਨ ਕਰਨ ਤੋਂ ਬਾਅਦ ਮਾਇਆ ਨੂੰ ਹੋਸ਼ ਆਈ। ਉਹਨੇ ਵੇਖਿਆ ਕਿ ਬੁੱਢਾ ਉਹਦੀਆਂ ਪੁੜਪੁੜੀਆਂ ਨੂੰ ਤੇਲ ਝੱਸ ਰਿਹਾ ਹੈ। ਮਾਇਆ ਦੀ ਅੱਖ ਖੁੱਲਦਿਆਂ ਦੋਹਾਂ ਦੀ ਜਾਨ 'ਚ ਜਾਨ ਆਈ। ਉਹ ਕੁਝ ਚਿਰ ਅਧਹੋਸ਼ੀ ਦੀ ਹਾਲਤ 'ਚ ਦੋਹਾਂ ਦੇ ਮੂੰਹ ਵੱਲ ਤੱਕਦੀ ਰਹੀ ਤੇ ਥੋੜੇ ਚਿਰ ਬਾਅਦ ਉੱਠ ਕੇ ਬੈਠ ਗਈ। ਇਸ ਵੇਲੇ ਜਗਜੀਤ ਨੇ ਉਹਦੇ ਮੂੰਹ ਨੂੰ ਦੁੱਧ ਦਾ ਗਲਾਸ ਲਾ ਦਿੱਤਾ। ਦੁੱਧ ਪੀ ਕੇ ਮਾਇਆ ਦੇ ਸਰੀਰ 'ਚ ਤਾਕਤ ਫਿਰੀ ਤੇ ਉਹਨੇ ਬੁੱਢੇ ਤੋਂ ਜਿੰਨਾ ਕੁ ਹਾਲ ਸੁਣਿਆ ਸੀ ਸਾਰਾ ਯਾਦ ਆ ਗਿਆ। ਉਹ ਬੜਵਾਈ ਉੱਠ ਕੇ ਤੇ ਬੁੱਢੇ ਦੇ ਗਲ ਨਾਲ ਚੰਬੜ ਰੋਣ ਲੱਗ ਪਈ। ਬੁੱਢਾ ਇਹਦਾ ਕੋਈ ਮਤਲਬ ਨਾ ਸਮਝ ਕੇ ਉਹਦੇ ਸਿਰ ਤੇ ਪਿਆਰ ਦਿੰਦਾ ਬੋਲਿਆ, ਪੁੱਤਰ ਕੀ ਹੋ ਗਿਆ ਸੀ ਤੈਨੂੰ? ਮੈਨੂੰ ਕੀ ਪਤਾ ਸੀ ਤੇਰਾ ਦਿਲ ਇੰਨਾ ਕਮਜ਼ੋਰ ਹੈ। ਮੈਂ ਤਾਂ ਵਿਚਾਲੇ ਮਾਇਆ ਬੋਲ ਉੱਠੀ, ਬਾਪੂ ਜੀ ਉਹ ਮੇਰੀ ਮਾਂ ਸੀ, ਸਕੀ ਮਾਂ। ਤਸਵੀਰ ਦੀ ਸ਼ਕਲ ਮਾਇਆ ਨਾਲ ਮਿਲਦੀ ਜੁਲਦੀ ਤਾਂ ਦੋਹਾਂ ਪਿਓ ਪੁੱਤਰਾਂ ਨੇ ਵੇਖੀ ਸੀ, ਪਰ ਦੂਜੀ ਗੱਲ ਇਹ ਵੀ ਉਹਨਾਂ ਦੇ ਖਿਆਲ 'ਚ ਸੀ ਕਿ ਜਗਜੀਤ ਦੀ ਮਾਂ ਨੂੰ ਜਾਣ ਵੇਲੇ ਉਮੀਦਵਾਰੀ ਸੀ। ਇਸ ਪਰ ਸੁਣਦਿਆਂ ਮਾਇਆ ਦਾ ਬੇਹੋਸ਼ ਹੋ ਜਾਣਾ, ਇਹਨਾਂ ਸਭ ਗੱਲਾਂ ਨੇ ਰਲ ਕੇ ਮਾਇਆ ਦੀ ਇਸ ਗੱਲ ਪਰ ਕਿ ਉਹ ਮੇਰੀ ਮਾਂ ਸੀ ਉਹਨਾਂ ਨੂੰ ਸ਼ੱਕ ਨਾ ਰਹਿਣ ਦਿੱਤਾ ਤੇ ਦੋਵੇਂ ਇੱਕੋ ਆਵਾਜ਼ 'ਚ ਬੋਲ ਉੱਠੇ, ਹੈਂ ਸੱਚਮੁੱਚ? ਆਹੋ ਕਹਿ ਕੇ ਉਹਨੇ ਕਿਹਾ, ਤੇ ਬਾਪੂ ਜੀ ਜੋ ਕੁਝ ਤੁਸਾਂ ਦੱਸਿਆ ਮੈਨੂੰ ਸੁਣਾਇਆ, ਠੀਕ ਇਹੋ ਗੱਲਾਂ ਮੇਰੀ ਮਾਂ ਨੇ ਮੈਨੂੰ ਸੁਣਾਈਆਂ ਸਨ ਤੇ ਮੈਂ ਉਹਨੂੰ ਕਈਆਂ ਹੋਰਨਾਂ ਜਨਾਨੀਆਂ ਨਾਲ ਵੀ ਇਹੋ ਗੱਲਾਂ ਕਰਦਿਆਂ ਕਈ ਵਾਰੀ ਸੁਣਿਆ ਸੀ। ਬੁੱਢੇ ਦੇ ਹੱਥ ਪੈਰ ਕੰਬ ਰਹੇ ਸਨ। ਉਹਦੀਆਂ ਅੱਖਾਂ ਪਥਰਾ ਚੱਲੀਆਂ ਸਨ। ਉਹਨੇ ਕੰਬਦੇ ਹੱਥਾਂ ਨਾਲ ਮਾਇਆ ਦਾ ਮੋਢਾ ਫੜ ਕੇ ਕਾਹਲੀ ਨਾਲ ਪੁੱਛਿਆ, ਪੁੱਤਰ ਅੱਛਾ ਤੇਰੀ ਮਾਂ ਸੀ ਤੇ ਫਿਰ ਉਹਦਾ ਕੀ ਹੋਇਆ? ਮਾਇਆ ਕਹਿਣ ਲੱਗੀ, ਬਾਪੂ ਜੀ ਉਹਨੂੰ ਮੋਈ ਨੂੰ 10 ਕੁ ਵਰ੍ਹੇ ਹੋ ਗਏ ਨੇ। ਦੋਹਾਂ ਪਿਓ ਪੁੱਤਰਾਂ ਦੀਆਂ ਅੱਖਾਂ 'ਚ ਇੱਕ ਵਾਰੀ ਫੇਰ ਸਾਵਣ ਦੀ ਘਟਾ ਉਮੜ ਆਈ। ਜਗਜੀਤ ਉੱਤੇ ਤਾਂ ਇਸ ਅਨੋਖੀ ਘਟਨਾ ਨੇ ਕੁਝ ਐਸਾ ਅਸਰ ਕਰ ਦਿੱਤਾ ਕਿ ਉਹ ਬਿਨਾਂ ਮਾਇਆ ਦੇ ਮੂੰਹ ਵੱਲ ਤੱਕਣ ਤੋਂ ਕੁਝ ਬੋਲ ਹੀ ਨਹੀਂ ਸੀ ਸਕਦਾ। ਬੁੱਢੇ ਨੇ ਇੱਕ ਵਾਰੀ ਫੇਰ ਪਿਆਰ ਨਾਲ ਮਾਇਆ ਦਾ ਸਿਰ ਚੁੰਮਿਆ ਤੇ ਬੋਲਿਆ, ਪੁੱਤਰ ਸਾਰੀ ਗੱਲ ਸੁਣਾ। ਮਾਇਆ ਬੋਲੀ, ਬਾਪੂ ਜੀ ਮਾਂ ਸੁਣਾਉਂਦੀ ਸੀ, ਜਦੋਂ ਤੁਸਾਂ ਉਹਨੂੰ ਘਰੋਂ ਕੱਢ ਦਿੱਤਾ ਤੇ ਸਿੱਧੀ ਪੇਕੇ ਗਈ। ਉਹਦੇ ਮਾਪੇ ਤਾਂ ਤੁਹਾਨੂੰ ਪਤਾ ਹੀ ਹੈ ਮਰ ਚੁੱਕੇ ਸਨ। ਇੱਕੋ ਦਾ ਭਰਾ ਸੀ।
ਉਹ ਜੈਪੁਰ ਰਾਜਪੂਤਾਨੇ 'ਚ ਕੱਪੜੇ ਦਾ ਕੰਮ ਕਰਦਾ ਸੀ, ਪਰ ਉਨੀ ਦਿਨ ਹੀ ਉਹ ਪਿੰਡ ਆਇਆ ਹੋਇਆ ਸੀ। ਉਹਦੇ ਘਰ ਕੋਈ ਔਲਾਦ ਨਹੀਂ ਸੀ। ਮੇਰੀ ਮਾਮੀ ਬਿਮਾਰ ਰਹਿੰਦੀ ਸੀ, ਉਹਨੂੰ ਲੈਣ ਹੀ ਆਇਆ ਸੀ। ਮੇਰੀ ਮਾਂ ਦਾ ਹਾਲ ਸੁਣ ਕੇ ਮੇਰਾ ਮਾਮਾ ਤੇ ਮਾਮੀ ਬੜੇ ਰੋਏ। ਉਹ ਵੀ ਅਣਖੀ ਸਨ। ਮੇਰੀ ਮਾਂ ਨੂੰ ਆਪਣੇ ਨਾਲ ਹੀ ਜੈਪੁਰ ਲੈ ਗਏ। ਮਾਮਾ ਛੋਟੇ ਹੁੰਦਿਆਂ ਤੋਂ ਉੱਥੇ ਹੀ ਕੱਪੜੇ ਦਾ ਕੰਮ ਕਰਦਾ ਸੀ। ਉਹਨੂੰ ਪੰਜਾਬੀ ਬੋਲਣੀ ਘੱਟ ਵੱਧ ਹੀ ਆਉਂਦੀ ਸੀ। ਮਾਮੀ ਉੱਥੇ ਜਾਣ ਤੋਂ ਬਾਅਦ ਕੁਝ ਦਿਨ ਬਿਮਾਰ ਰਹਿ ਕੇ ਮਰ ਗਈ ਤੇ ਮੇਰੀ ਮਾਂ ਵੀ ਤੁਹਾਡੇ ਗਮ 'ਚ ਦਿਨੋਂ ਦਿਨ ਘੁਲਦੀ ਜਾਂਦੀ ਸੀ। ਮਾਮੀ ਮੋਏ ਨੂੰ 2 ਮਹੀਨੇ ਹੋਏ ਸਨ ਜਦ ਮੈਂ ਜੰਮੀ। ਮੇਰਾ ਮਾਮਾ ਮੇਰੇ ਨਾਲ ਪੁੱਤਰਾਂ ਨਾਲੋਂ ਵੀ ਵੱਧ ਪਿਆਰ ਕਰਦਾ ਸੀ। ਉਹਨੂੰ ਔਲਾਦ ਦੀ ਸਿੱਕ ਸੀ। ਮੇਰਾ ਮੂੰਹ ਵੇਖ ਕੇ ਉਹਦੀ ਸਿੱਕ ਪੂਰੀ ਹੋ ਗਈ। ਮੈਨੂੰ ਬੜਾ ਚਾਅ ਮਲ੍ਹਾਰ ਨਾਲ ਪਾਲਦਾ ਸੀ। ਸਾਰਾ ਦਿਨ ਮੈਨੂੰ ਮੋਢੇ ਤੇ ਚੁੱਕੀ ਫਿਰਦਾ। ਮੈਂ ਮਾਮੇ ਨੂੰ ਪਿਓ ਹੀ ਸਮਝਦੀ ਸਾਂ ਤੇ ਉਧਰ 2 ਹੋਰ ਮੁੰਡਿਆਂ ਕੁੜੀਆਂ ਦੇ ਰਿਵਾਜ਼ ਅਨੁਸਾਰ ਉਹਨੂੰ ਚਾਚਾ ਹੀ ਕਹਿ ਕੇ ਬੁਲਾਉਂਦੀ ਸਾਂ। ਮੈਂ 4 ਵਰ੍ਹਿਆਂ ਦੀ ਸਾਂ ਜਦ ਮਾਂ ਮਰ ਗਈ। ਹੁਣ ਚਾਚੇ ਲਈ ਨਾ ਸੱਚ ਮਾਮੇ ਲਈ ਮੈਥੋਂ ਬਿਨਾਂ ਦੁਨੀਆ 'ਚ ਹੋਰ ਕੀ ਸੀ। ਉਹ ਮੈਨੂੰ ਵੇਖ ਕੇ ਜਿਉਂਦਾ ਸੀ। ਉਹਦੇ ਲਾਡਾਂ ਪਿਆਰਾਂ ਦੀ ਛਾਂ ਹੇਠ ਪਲਦੀ ਮੈਂ 12 ਵਰ੍ਹਿਆਂ ਦੀ ਹੋ ਗਈ। ਇਨੀ ਦਿਨੀ ਨਸੀਬਾਂ ਨੇ ਸਾਨੂੰ ਐਸੀ ਹਾਰ ਦਿੱਤੀ ਕਿ ਮਾਮੇ ਦੇ ਕੰਮ 'ਚ ਦਿਨੋਂ ਦਿਨ ਘਾਟਾ ਪੈਣ ਲੱਗਾ। ਘਾਟੇ ਦਾ ਹੋਰ ਕੋਈ ਸਬੱਬ ਨਹੀਂ ਸੀ। ਉਹਨੂੰ ਖੰਡ ਦਾ ਸਿੱਟਾ ਕਰਨ ਦਾ ਭੁੱਸ ਪੈ ਗਿਆ ਸੀ। ਪਹਿਲਾਂ ਤਾਂ ਉਹਨੇ 20-25 ਹਜ਼ਾਰ ਰੁਪਇਆ ਖੱਟ ਲਿਆ, ਪਰ ਮਗਰੋਂ ਹੌਲੀ ਖੱਟਿਆ ਹੋਇਆ ਵੀ ਤੇ ਅਗਲਾ ਪਿਛਲਾ ਵੀ ਚਲਾ ਗਿਆ। ਫਿਰ ਵੀ ਉਹ ਸੱਟਾ ਕਰਨੋਂ ਨਾ ਟਲਿਆ। ਇੱਕ ਦਿਨ ਜਦ ਰਾਤ ਨੂੰ ਘਰ ਆਇਆ ਤਾਂ ਮੈਂ ਵੇਖਿਆ ਉਹਦਾ ਮੂੰਹ ਮੁਰਦੇ ਵਾਂਗ ਪੀਲਾ ਸੀ। ਸਾਹ ਤੇਜ਼ ਚੱਲ ਰਿਹਾ ਸੀ। ਉਹ ਮੇਰੇ ਵੱਲ ਵੇਖਦਾ ਹੀ ਫੁੱਟ ਕੇ ਰੋ ਪਿਆ। ਮੇਰੇ ਪੁੱਛਣ ਤੇ ਉਹਨੇ ਕਿਹਾ, ਮਾਇਆ, ਅਸੀਂ ਹੁਣ ਇੱਥੇ ਨਹੀਂ ਰਹਿ ਸਕਦੇ। ਮੈਂ ਘਾਬਰ ਕੇ ਕਿਹਾ, ਕਿਉਂ ਚਾਚਾ, ਕੀ ਹੋਇਆ? ਉਹ ਬੋਲਿਆ, ਸੱਟੇ 'ਚ ਅੱਜ ਮੈਨੂੰ 10,000 ਰੁਪਇਆ ਭਰਨਾ ਆ ਗਿਆ, ਪਰ ਅੰਦਰ ਫੁੱਟੀ ਕੌਡੀ ਬਾਕੀ ਨਹੀਂ। ਜੇ ਕੱਲ ਸਵੇਰ ਤੱਕ ਭੁਗਤਾਨ ਨਾ ਕੀਤਾ ਤਾਂ ਬੂਹੇ ਤੇ ਡੁੱਗੀ ਵੱਜ ਜਾਏਗੀ ਤੇ ਮੈਨੂੰ ਜੇਲ੍ਹ 'ਚ ਜਾਣਾ ਪਏਗਾ। ਮੈਨੂੰ ਇਹਦੀ ਵੀ ਪਰਵਾਹ ਨਹੀਂ ਸੀ ਜੇ ਪਿੱਛੇ ਤੈਨੂੰ ਸਾਂਭਣ ਵਾਲਾ ਕੋਈ ਹੁੰਦਾ। ਬਸ ਅੱਜ ਰਾਤ ਨੂੰ ਇੱਥੋਂ ਨਿਕਲ ਚੱਲਣਾ ਪਏਗਾ। ਮੁੱਕਦੀ ਗੱਲ, ਅਸੀਂ ਉਸੇ ਰਾਤ ਉੱਥੋਂ ਨੱਸ ਤੁਰੇ। ਇਹ ਤਾਂ ਬਾਪੂ ਜੀ ਤੁਹਾਨੂੰ ਪਤਾ ਹੀ ਹੈ ਕਿ ਮੇਰਾ ਨਾਨਾ ਰਾਗ ਵਿੱਚ ਆਪਣੇ ਇਲਾਕੇ 'ਚ ਮੰਨਿਆ ਦੰਨਿਆ ਸੀ। ਉਹਨੇ ਮੇਰੀ ਮਾਂ ਤੇ ਮਾਮੇ ਨੂੰ ਵੀ ਬਹੁਤ ਕੁਝ ਸਿਖਾਇਆ ਸੀ। ਮਾਂ ਪਾਸ ਇੱਕ ਬੇਲਾ ਸੀ। ਇਹੋ ਇੱਕ ਹੁਣ ਤੱਕ ਮਾਂ ਦੀ ਨਿਸ਼ਾਨੀ ਮੇਰੇ ਕੋਲ ਹੈ। ਸਾਡੇ ਪਾਸ ਉਸ ਵੇਲੇ ਕੋਈ ਬਹੁਤਾ ਅਸਬਾਬ ਨਹੀਂ ਸੀ। ਇੱਕ ਗੰਢੜੀ ਕੱਪੜਿਆਂ ਦੀ ਤੇ ਇੱਕ ਹੋਰ ਪੁਰਾਣਾ ਥੈਲਾ। ਇਸ ਤੋਂ ਬਾਅਦ 2-3 ਵਰ੍ਹੇ ਮਾਮਾ ਮਿਹਨਤ ਮਜ਼ਦੂਰੀ ਕਰਦਾ ਰਿਹਾ। ਸਾਡਾ ਨਿਰਵਾਹ ਔਖਾ ਸੁਖਾਲਾ ਹੁੰਦਾ ਗਿਆ, ਪਰ ਦੌਲਤ ਦੇ ਧੱਕੇ ਨੇ ਉਹਦੇ ਦਿਲ ਤੇ ਕੋਈ ਐਸਾ ਅਸਰ ਕਰ ਦਿੱਤਾ ਕਿ ਉਹ ਕਦੇ ਬੈਠਾ ਗੁੰਮ ਹੀ ਹੋ ਜਾਂਦਾ ਸੀ। ਉਹਦੇ ਹੱਥ ਪੈਰ ਮੁੜ ਜਾਂਦੇ, ਘੰਟਿਆਂ ਬੱਧੀ ਬੇਹੋਸ਼ ਪਿਆ ਰਹਿੰਦਾ। ਨਾਲੇ ਉਹਦੀ ਨਜ਼ਰ ਵੀ ਕਮਜ਼ੋਰ ਹੋ ਗਈ। ਹੁੰਦੀ ਉਹਦੀ ਬਿਮਾਰੀ ਹੋਰ ਵੱਧ ਗਈ ਤੇ ਅਖੀਰ ਉਹ ਕੰਮਕਾਰ ਕਰਨੋਂ ਉੱਕਾ ਹੀ ਆਰੀ ਹੋ ਗਿਆ। ਮੈਂ ਬਥੇਰਾ ਕਹਿੰਦਾ ਕਿ ਮੈਂ ਕਿਸੇ ਘਰ ਦੀ ਨੌਕਰੀ ਕਰ ਲੈਣੀ ਹਾਂ, ਪਰ ਉਹ 1 ਮਿੰਟ ਲਈ ਵੀ ਮੈਥੋਂ ਵਿਛੜਨਾ ਨਹੀਂ ਸੀ ਸਹਾਰ ਸਕਦਾ। ਜਦ ਸਾਡੇ ਪਾਸ ਕੋਈ ਚਾਰਾ ਨਾ ਰਿਹਾ ਤੇ ਇੱਕ ਦਿਨ ਮਾਮਾ ਕਹਿਣ ਲੱਗਾ, ਮਾਇਆ, ਹੁਣ ਅਸੀਂ ਮੰਗ ਪਿੰਨ ਕੇ ਹੀ ਗੁਜ਼ਾਰਾ ਕਰਾਂਗੇ। ਮੇਰੇ ਦਿਲ ਤੇ ਬਾਣ ਵੱਜਾ। ਮੈਂ ਕਿਹਾ, ਚਾਚਾ, ਜੇ ਨਸੀਬਾਂ 'ਚ ਇਹੋ ਲਿਖਿਆ ਤਾਂ ਅਸੀਂ ਕਿੰਨਾ ਕੁ ਚਿਰ ਸਿੱਡਾ ਰੱਖਾਂਗੇ। ਜੇ ਮੰਗਣਾ ਹੀ ਹੈ ਤਾਂ ਅਸੀਂ ਗਾਹ ਵਜਾ ਕੇ ਮੰਗਿਆ ਕਰਾਂਗੇ। ਬਸ ਉਸ ਦਿਨ ਤੋਂ ਅਸੀਂ ਗਾ ਕੇ ਮੰਗਣਾ ਸ਼ੁਰੂ ਕਰ ਦਿੱਤਾ। ਮਾਮਾ ਬੇਲਾ ਵਜਾਉਂਦਾ ਸੀ ਤੇ ਮੈਂ ਗਾਉਂਦੀ ਸਾਂ। ਮੈਨੂੰ ਉਹਨੇ 10-15 ਗੀਤ ਬੜੇ ਸ਼ੌਕ ਤੇ ਮਿਹਨਤ ਨਾਲ ਸਿਖਾਏ ਸਨ ਤੇ ਸਾਨੂੰ ਇਸ ਕੰਮ ਤੋਂ ਬੜੀ ਗਿਲਾਨੀ ਆਉਂਦੀ ਸੀ। ਮਾਮਾ ਤਾਂ ਕਦੇ ਗੁੱਸੇ ਨਾਲ ਆਪੇ ਤੋਂ ਬਾਹਰ ਹੋ ਉੱਠਦਾ ਸੀ, ਪਰ ਕਰਦੇ ਕੀ? ਹੋਰ ਕੋਈ ਵਾਹ ਵੀ ਤਾਂ ਨਹੀਂ ਸੀ। ਕਿੰਨਾ ਹੀ ਚਿਰ ਸਾਡਾ ਇਹੋ ਕਿੱਤਾ ਰਿਹਾ। ਅਸੀਂ ਸ਼ਹਿਰੋਂ ਸ਼ਹਿਰ, ਪਿੰਡੋਂ ਪਿੰਡ ਫਿਰਦੇ ਰਹਿੰਦੇ ਸਾਂ। ਅਖੀਰ ਅਸੀਂ ਕਲਕੱਤੇ ਜਾ ਪੁੱਜੇ। ਉੱਥੇ ਜਾ ਕੇ ਮਾਮਾ ਬਿਮਾਰ ਹੋ ਗਿਆ। ਕਿੰਨੇ ਹੀ ਦਿਨ ਅਸੀਂ ਇੱਕ ਖੋਲੇ 'ਚ ਪਏ ਰਹੇ। ਇੱਕ ਦਿਨ ਇੱਕ ਤਰਸਵਾਨ ਬੰਦਾ ਸਾਡੇ ਤੇ ਤਰਸ ਕਰਕੇ ਸਾਨੂੰ ਆਪਣੇ ਮਕਾਨ ਤੇ ਲੈ ਗਿਆ ਤੇ ਉਹਨੇ ਸਾਡੀ ਬੜੀ ਸੇਵਾ ਕੀਤੀ। ਮੇਰਾ ਮਾਮਾ ਉੱਥੇ ਹੀ ਸੁਰਗਵਾਸ ਹੋ ਗਿਆ। ਜਸਵੰਤ ਸਿੰਘ ਦਾ ਜ਼ਿਕਰ ਕਰਨ ਵੇਲੇ ਮਾਇਆ ਦੇ ਚਿਹਰੇ ਤੇ ਸ਼ਰਮ ਦੀ ਲਾਲੀ ਦਗ ਕਰ ਰਹੀ ਸੀ। ਫਿਰ ਜਿਉਂ ਹੀ ਮਾਇਆ ਨੇ ਹਾਲ ਸਮਾਪਤ ਕੀਤਾ, ਬੁੱਢੇ ਨੇ ਉਹਦਾ ਸਿਰ ਬਾਹਾਂ 'ਚ ਲੈ ਕੇ ਪਿਆਰ ਨਾਲ ਘੁੱਟਿਆ ਤੇ ਕਿੰਨਾ ਹੀ ਚਿਰ ਉਹਦਾ ਮੱਥਾ ਚੁੰਮਦਾ ਰਿਹਾ। ਉਹਦੇ ਅੱਥਰੂ ਡਿੱਗ ਕੇ ਮਾਇਆ ਦਾ ਮੱਥਾ ਧੋ ਰਹੇ ਸਨ। ਉਹ ਭਰਾਈ ਆਵਾਜ਼ 'ਚ ਬੋਲਿਆ, ਮਾਇਆ, ਇਸ ਪਾਪੀ ਪਿਓ ਨੂੰ ਮਾਫ਼ ਕਰ। ਮੈਂ ਤੇਰਾ ਚੋਰ ਹਾਂ, ਤੇਰੀ ਮਾਂ ਦਾ ਕਾਤਿਲ ਹਾਂ। ਤੇ ਫਿਰ ਫੁੱਟ ਕੇ ਰੋਣ ਲੱਗ ਪਿਆ। ਮਾਇਆ ਉਹਦੇ ਗਲ 'ਚ ਬਾਹਾਂ ਪਾ ਕੇ ਤੇ ਉਹਦੀ ਛਾਤੀ ਨਾਲ ਸਿਰ ਲਾ ਕੇ ਇਸ ਸਵਰਗੀ ਆਨੰਦ ਦਾ ਰਸ ਪੀਂਦੀ ਰਹੀ। ਅੱਖਾਂ 'ਚੋਂ ਪਰਨਾਲੇ ਵਗ ਰਹੇ ਸਨ। ਫਿਰ ਉਹ ਜਗਜੀਤ ਵੱਲ ਵਧੀ। ਜਗਜੀਤ ਦੇ ਦਿਲ 'ਚ ਤਾਂ ਅੱਗੇ ਹੀ ਉਹਦਾ ਵਾਸਾ ਸੀ, ਪਰ ਅੱਜ ਮਾਇਆ ਨੂੰ ਭੈਣ ਦੇ ਰੂਪ ਵਿੱਚ ਤੇ ਫਿਰ ਆਪਣਾ ਹੀ ਲਹੂ ਸਮਝ ਕੇ ਉਹਨੂੰ 100 ਆਨੰਦ ਆ ਰਿਹਾ ਸੀ।
ਇਹਦਾ ਹਾਲ ਲਿਖਣ ਵੇਲੇ ਅਧੂਰਾ ਲਿਖਾਰੀ ਇੱਕ ਵਾਰੀ ਔਕੜ 'ਚ ਫਸ ਗਿਆ, ਜਿਹਨੂੰ ਉਹ ਖੁਸ਼ੀ ਨੂੰ ਪਾਠਕਾਂ ਅੱਗੇ ਬਿਆਨ ਕਰਨ ਲਈ ਇੱਕ ਵੀ ਯੋਗ ਸ਼ਬਦ ਨਹੀਂ ਜੱਚ ਰਿਹਾ। ਅੱਜ ਇਸ ਘਰ 'ਚ ਪ੍ਰੇਮ ਤੇ ਆਨੰਦ ਦੇ ਝਰਨੇ ਵਗ ਰਹੇ ਸਨ। ਬੁੱਢੇ ਨੂੰ ਵਹੁਟੀ ਦਾ ਗਮ ਭੁੱਲ ਗਿਆ। ਉਹਦੀ ਸੂਰਤ ਦਾ ਪੂਰਾ ਪਰਛਾਵਾਂ ਮਾਇਆ ਦੇ ਚਿਹਰੇ ਤੇ ਉਹਦੀਆਂ ਅੱਖਾਂ 'ਚ ਵੇਖ ਰਿਹਾ ਸੀ। ਜਗਜੀਤ ਨੂੰ ਕੀ ਪਤਾ ਸੀ ਕਿ ਇੱਕ ਪਰਦੇਸਨ ਤੇ ਮੈਟਰ ਕੁੜੀ ਅਸਲ 'ਚ ਉਹਦੀ ਸਕੀ ਭੈਣ ਹੈ। ਧੰਨਵਾਦ। ਅੰਗ 10ਵਾਂ। ਦੂਜੇ ਦਿਨ ਹੀ ਇਹ ਅਸਚਰਜ ਖਬਰ ਸਾਰੇ ਆਂਢ ਗੁਆਂਢ ਫੈਲ ਗਈ। ਬੁੱਢੇ ਸਰਦਾਰ ਨੂੰ ਵਧਾਈਆਂ ਮਿਲਣ ਲੱਗੀਆਂ। ਜਸਵੰਤ ਸਿੰਘ ਦਾ ਪਿਓ ਤੇ ਮਾਂ ਦੋਵੇਂ ਇਹਨਾਂ ਨੂੰ ਵਧਾਈ ਦੇਣ ਆਏ। ਉਹਨਾਂ ਦੇ ਆਉਣ ਤੇ ਜਗਜੀਤ ਨੇ ਮਾਇਆ ਨੂੰ ਦੱਸਿਆ ਕਿ ਇਹ ਜਸਵੰਤ ਦੇ ਮਾਂ-ਪਿਓ ਹਨ। ਜਸਵੰਤ ਦੀ ਮਾਂ ਨੇ ਸ਼ਕੁੰਤਲਾ ਨੂੰ ਜੱਫੀ 'ਚ ਲੈ ਕੇ ਉਹਦਾ ਮੂੰਹ ਚੁੰਮਿਆ। ਕਿਸੇ ਭਵਿੱਖ ਦੀ ਗੁਪਤ ਉਮੰਗ ਨੇ ਮਾਇਆ ਦੇ ਦਿਲ 'ਚ ਨੂੰ ਬਾਗ-ਬਾਗ ਕਰ ਦਿੱਤਾ। ਉਹਦੀ ਸੁੰਦਰਤਾ ਤੇ ਉਹਦਾ ਗੱਲਕੱਥ ਕਰਨ ਦਾ ਸੁਚੱਜਾ ਢੰਗ ਵੇਖ ਕੇ ਬੁੱਢੀ 100 ਜਾਨ ਨਾਲ ਉਹ ਤੋਂ ਸਦਕੇ ਹੋ ਗਈ। ਜਸਵੰਤ ਸਿੰਘ ਦਾ ਪਿਓ ਮਾਇਆ ਦੇ ਸਿਰ ਪਿਆਰ ਦਿੰਦਾ ਹੋਇਆ ਜਗਜੀਤ ਵੱਲ ਤੱਕ ਕੇ ਬੋਲਿਆ, ਕਾਕਾ, ਇਹ ਗੋਦੜੀ ਦਾ ਲਾਲ ਅੱਜ ਤੱਕ ਕਿੱਥੇ ਲੁਕਿਆ ਰਿਹਾ? ਜਗਜੀਤ ਨੇ ਉਹਨੂੰ ਸਾਰਾ ਹਾਲ ਸੁਣਾਇਆ। ਇਹ ਸਾਰਾ ਉਹਨਾਂ ਦੇ ਜਸਵੰਤ ਦੀ ਹਿੰਮਤ ਦਾ ਫਲ ਹੈ। ਇਹ ਸੁਣ ਕੇ ਤਾਂ ਬੁੱਢੇ ਬੁੱਢੀ ਦੀਆਂ ਵਾਛਾਂ ਖਿੜ ਗਈਆਂ। ਉਹਨਾਂ ਨੇ ਇੱਕ ਦੂਜੇ ਵੱਲ ਇੱਕ ਭੇਦ ਭਰੀ ਨਜ਼ਰ ਨਾਲ ਤੱਕਿਆ। ਉਹ ਘਰ ਜਾਂਦੇ ਹੋਏ ਕਹਿ ਸੁਣ ਮਾਇਆ ਨੂੰ ਵੀ ਨਾਲ ਲੈ ਗਏ। ਮਾਇਆ ਨੇ ਜਦੋਂ ਜਸਵੰਤ ਸਿੰਘ ਦੇ ਘਰ ਪੈਰ ਪਾਇਆ ਤਾਂ ਜਸਵੰਤ ਸਿੰਘ ਦੀ ਮਾਂ ਤੋਂ ਖੁਸ਼ੀ ਨਾਲ ਪੁੰਜੇ ਪੈਰ ਨਹੀਂ ਸਨ ਲੱਗਦੇ। ਉਹ ਜਨਾਨੀਆਂ ਵਾਲੀ ਚੰਚਲਤਾ ਨਾਲ ਮਾਇਆ ਨੂੰ ਅੰਦਰ ਬਾਹਰ ਲਈ ਫਿਰਦੀ ਤੇ ਉਹਨੂੰ ਘਰ ਦੇ ਗਹਿਣੇ ਕੱਪੜੇ ਹਰ ਇੱਕ ਚੀਜ਼ ਬੜੀ ਚਾਈ ਵਿਖਾਉਂਦੀ ਫਿਰਦੀ ਸੀ। ਸੰਧਿਆ ਨੂੰ ਜਦ ਜਗਜੀਤ ਮਾਇਆ ਨੂੰ ਲੈਣ ਆਇਆ ਤਾਂ ਬੁੱਢੀ ਨੇ ਅੱਜ ਦੀ ਰਾਤ ਉਹਨੂੰ ਟੋਰਨੋਂ ਨਾ ਕਰ ਦਿੱਤੀ ਤੇ ਕਹਿਣ ਲੱਗੀ, ਕਾਕਾ, ਇਹ ਅੱਜ ਰਾਤੀ ਮੇਰੇ ਕੋਲ ਰਹੇਗੀ। ਵੱਡੇ ਵੇਲੇ ਮੈਂ ਆਪ ਜਾ ਕੇ ਛੱਡ ਆਵਾਂਗੀ ਸੂ। ਤੇ ਜਗਜੀਤ ਕਹਿੰਦਾ, ਚੰਗਾ ਬੇਬੇ, ਤੇਰੀ ਮਰਜ਼ੀ, ਕਹਿ ਕੇ ਵਾਪਸ ਮੁੜ ਗਿਆ। ਰਾਤ ਨੂੰ ਬੁੱਢੀ ਨੇ ਮਾਇਆ ਨੂੰ ਆਪਣੇ ਨਾਲ ਹੀ ਸੁਆਇਆ ਤੇ ਉਹਦੀ ਜ਼ਬਾਨੀ ਇੱਕ ਵਾਰੀ ਉਹਦੀ ਸਾਰੀ ਜੀਵਨ ਕਥਾ ਸੁਣੀ। ਫਿਰ ਬੋਲੀ, ਪੁੱਤਰ, ਜਸਵੰਤ ਕੋਲ ਕਿੰਨਾ ਕੁ ਚਿਰ ਰਹੀ ਸੈਂ? ਮਾਇਆ ਦਾ ਸਿਰ ਸ਼ਰਮ ਨਾਲ ਨੀਵਾਂ ਹੋ ਗਿਆ ਤੇ ਉਹਨੇ ਇਸ ਗੱਲ ਦਾ ਕੋਈ ਉੱਤਰ ਨਾ ਦਿੱਤਾ। ਇਸ ਵੇਲੇ ਬੁੱਢੀ ਦੇ ਦਿਲ 'ਚ ਖੁਸ਼ੀ ਦਾ ਸਮੁੰਦਰ ਠਾਠਾ ਮਾਰ ਰਿਹਾ ਸੀ। ਉਹ ਫਿਰ ਬੋਲੀ, ਪੁੱਤਰ, ਮਾਵਾਂ ਕੋਲੋਂ ਵੀ ਸ਼ਰਮ ਕਰੀਦੀ? ਉਹਨੇ ਕੇਵਲ ਇੰਨਾ ਹੀ ਉੱਤਰ ਦਿੱਤਾ, ਮਾਂ ਜੀ, 3-4 ਮਹੀਨੇ। ਤੇ ਪੁੱਤਰ, ਉਹਦੇ ਪਾਸ ਰਹਿ ਕੇ ਤੈਨੂੰ ਕੋਈ ਤਕਲੀਫ ਤੇ ਨਹੀਂ ਸੀ ਹੋਈ? ਅਲੜ ਮੁੰਡਾ ਜੋ ਹੋਇਆ, ਉਹ ਕੀ ਜਾਣੇ ਬਗਾਨੀਆਂ ਧੀਆਂ ਨੂੰ ਕੀਕਣ ਰੱਖੀਦਾ? ਨਹੀਂ ਮਾਂ ਜੀ, ਤਕਲੀਫ ਕਾਦੀ ਹੋਣੀ ਸੀ? ਉਹ ਤਾਂ ਹਰ ਵੇਲੇ ਮੈਨੂੰ ਖੁਸ਼ ਰੱਖਣ ਦੀ ਕੋਸ਼ਿਸ਼ ਕਰਦੇ ਰਹਿੰਦੇ ਸਨ। ਕਰਦੇ ਸਨ ਜਾਂ ਕਰਦਾ ਸੀ? ਸ਼ਬਦ 'ਚ ਕੋਈ ਏਡਾ ਫਰਕ ਨਹੀਂ ਹੁੰਦਾ, ਪਰ ਇਹ ਨਿੱਕਾ ਜਿਹਾ ਫਰਕ ਉਹਦੀ ਖੁਸ਼ੀ ਨੂੰ 4 ਚੰਨ ਲਾਉਣ ਵਾਲਾ ਸੀ। ਮਾਇਆ ਪਾਸੋਂ ਵੀ ਕਾਹਲੀ ਨਾਲ ਇਹ ਸ਼ਬਦ ਨਿਕਲ ਗਿਆ ਤੇ ਫਿਰ ਉਹ ਦਿਲ 'ਚ ਕੱਚੀ ਜੀ ਹੋਣ ਲੱਗ ਪਈ। ਬੁੱਢੀ ਨੇ ਫਿਰ ਪੁੱਛਿਆ, ਪੁੱਤਰ, ਉਹ ਤੈਨੂੰ ਕੀ ਕਹਿ ਕੇ ਬੁਲਾਉਂਦਾ ਸੀ? ਪਹਿਲਾਂ ਦੇਵੀ ਕਹਿ ਕੇ ਤੇ ਫਿਰ ਮਾਇਆ। ਹੁਣ ਮਾਇਆ ਸਮਝ ਗਈ, ਉਹ ਨਾ ਤਾਂ ਬੁਲਾਉਂਦਾ ਸੀ ਕਹਿਣਾ ਚਾਹੁੰਦੀ ਸੀ ਤੇ ਨਾ ਹੀ ਬੁਲਾਉਂਦੇ ਸਨ। ਉਹਨਾਂ ਦੋਹਾਂ ਸ਼ਬਦਾਂ ਦੇ ਕਹਿਣ ਵਿੱਚ ਉਹਨੂੰ ਇੱਕੋ ਜਿਹੀ ਔਕੜ ਸੀ। ਪਰ ਬੁੱਢੀ ਉਹਦੇ ਮੂੰਹੋਂ ਇੱਕ ਵਾਰੀ ਫੇਰ ਇਹ ਸੰਨ ਸ਼ਬਦ ਸੁਣਨ ਲਈ ਉਤਾਵਲੀ ਹੋ ਰਹੀ ਸੀ। ਉਹਨੇ ਫਿਰ ਪੁੱਛਿਆ, ਤੇ ਉਹ ਕਦੇ ਤੇਰੇ ਨਾਲ ਗੱਲਾਂ ਵੀ ਕਰਦਾ ਹੁੰਦਾ ਸੀ? ਆਹੋ, ਕੀ ਗੱਲਾਂ? ਮਾਇਆ ਇਹਦਾ ਕੀ ਉੱਤਰ ਦਿੰਦੀ? ਸੋਚਾਂ 'ਚ ਪੈ ਗਈ, ਪਰ ਉਹਨੂੰ ਇਹਦਾ ਕੋਈ ਉੱਤਰ ਨਾ ਔੜਿਆ। ਉਹਦੀ ਚੁੱਪ ਨੇ ਬੁੱਢੀ ਦੀ ਖੁਸ਼ੀ 100 ਗੁਣਾ ਕਰਤੀ। ਉਹ ਆਪਣੀ ਗੱਲ ਤੇ ਜ਼ੋਰ ਦੇ ਕੇ ਬੋਲੀ, ਪੁੱਤ, ਤੈਨੂੰ ਜੋ ਕਿਹਾ ਹੈ ਮੈਥੋਂ ਸ਼ਰਮ ਨਾ ਕਰ। ਹਾਂ, ਦੱਸ, ਕੀ ਗੱਲਾਂ ਕਰਦਾ ਸੀ? ਮਾਇਆ ਨੇ ਮੂੰਹ ਨੀਵਾਂ ਕਰਕੇ ਰਤਾ ਕੋ ਮੁਸਕਰਾ ਕੇ ਕਿਹਾ, ਬਥੇਰੀਆਂ। ਤਾਂ ਵੀ ਜਦੋਂ ਮੇਰਾ ਮਾਮਾ ਬਿਮਾਰ ਸੀ ਉਦੋਂ ਵੀ ਉਸ ਪਾਸ ਰੋਜ਼ ਰਾਤੀ ਕਿੰਨਾ ਚਿਰ ਬੈਠ ਕੇ, ਤੇ ਉਹਦੇ ਮਰਨ ਤੋਂ ਬਾਅਦ ਵੀ ਮੇਰਾ ਦਿਲ ਹੋਰ ਥੇ ਪਾਉਣ ਲਈ ਤਰ੍ਹਾਂ ਦੀਆਂ ਗੱਲਾਂ। ਬੁੱਢੀ ਨੂੰ ਮਾਇਆ ਦੀ ਇਸ ਅਨੋਖੀ ਸਫਾਈ ਤੋਂ ਬੜਾ ਸਵਾਦ ਆ ਰਿਹਾ ਸੀ। ਉਹਨੂੰ ਇਹ ਸਮਝਣ 'ਚ ਦੇਰ ਨਾ ਲੱਗੀ ਕਿ ਜਸਵੰਤ, ਜਿਹੜਾ ਅੱਜ ਤੱਕ ਕਿਸੇ ਕੁੜੀ ਨੂੰ ਨੱਕ ਹੇਠ ਨਹੀਂ ਸੀ ਲਿਆਉਂਦਾ, ਮਾਇਆ ਦੇ ਜ਼ਰੂਰ ਰੀਝ ਗਿਆ। ਉਹ ਫਿਰ ਬੋਲੀ, ਪਰ ਤੇਰੇ ਨਾਲ ਕਦੇ ਕੋਈ ਪਿਆਰ ਦੀਆਂ ਗੱਲਾਂ ਵੀ ਕਰਦਾ ਹੁੰਦਾ ਸੀ? ਸਿਰ ਤੋਂ ਪੈਰਾਂ ਤੱਕ ਮਾਇਆ ਦੇ ਸਰੀਰ 'ਚ ਬਿਜਲੀ ਫਿਰ ਗਈ ਤੇ ਉਹਦੇ ਚਿਹਰੇ ਤੇ ਲਾਲੀ ਦੌੜ ਗਈ। ਉਹਨੇ ਬਥੇਰਾ ਆਪਣੇ ਇਸ ਭਾਵ ਨੂੰ ਲੁਕਾਉਣ ਦਾ ਯਤਨ ਕੀਤਾ, ਪਰ ਬੁੱਢੀ ਸਭ ਕੁਝ ਤਾੜ ਗਈ। ਬਸ ਉਹਦੀ ਤਸੱਲੀ ਹੋ ਗਈ ਸੀ। ਉਹਨੂੰ ਹੁਣ ਹੋਰ ਕੁਝ ਪੁੱਛਣ ਦੀ ਲੋੜ ਨਹੀਂ ਸੀ। ਉਹਨੇ ਮਾਇਆ ਨੂੰ ਜਿੱਚ ਕਰਨਾ ਮੁਨਾਸਬ ਨਾ ਸਮਝ ਕੇ ਹੋਰ ਗੱਲਾਂ ਸ਼ੁਰੂ ਕਰ ਦਿੱਤੀਆਂ ਤੇ ਦੋਵੇਂ ਚੌਖੀ ਰਾਤ ਗਈ ਸੁੱਤੀਆਂ। ਦੂਜੇ ਦਿਨ ਸਵੇਰੇ ਉੱਠਦਿਆਂ ਇੱਕ ਨਵੇਕਲੀ ਦਾ ਤਾਂ ਚੋਖਾ ਚਿਰ ਬੁੱਢੇ ਦੀ ਕੁਸਰ ਮੁਸਰ ਹੁੰਦੀ ਰਹੀ ਤੇ ਜਦੋਂ ਇੱਕ ਦੂਸਰੇ ਨਾਲੋਂ ਵੱਖ ਹੋਏ ਤਾਂ ਦੋਵਾਂ ਦੇ ਚਿਹਰੇ ਟਹਿਕ ਰਹੇ ਸਨ। ਬੁੱਢੀ ਨੇ ਬੜੇ ਚਾਅ ਨਾਲ ਮਾਇਆ ਨੂੰ ਰੋਟੀ ਖਵਾਈ ਤੇ 11 ਕੁ ਵਜੇ ਉਹਨੂੰ ਨਾਲ ਲੈ ਕੇ ਜਗਜੀਤ ਦੇ ਘਰ ਪੁੱਜੀ। ਮਾਇਆ ਦੇ ਇੱਕ ਦਿਨ ਦੇ ਵਿਛੋੜੇ ਨਾਲ ਹੀ ਜਗਜੀਤ ਤੇ ਉਹਦਾ ਪਿਓ ਬੋਰੇ ਹੋਏ ਪਏ ਸਨ। ਉਹਨੂੰ ਵੇਖਦਿਆਂ ਹੀ ਦੋਵਾਂ ਨੂੰ ਚੰਨ ਚੜ ਗਿਆ। ਜਗਜੀਤ ਸਿੰਘ ਦੇ
ਪਿਓ ਨੇ ਬੁੱਢੀ ਨੂੰ ਕਿਹਾ, ਭਾਬੋ ਕੁੜੀ ਨੂੰ ਉੱਥੇ ਹੀ ਰੱਖਣਾ ਸੀ, ਅਜੇ ਕੀ ਲੋੜ ਸੀ ਲਿਆਉਣ ਦੀ। ਬੁੱਢੀ ਨੇ ਸਿਰ ਦਾ ਪੱਲਾ ਜ਼ਰਾ ਖਿੱਚਦਿਆਂ ਕਿਹਾ, ਤੇ ਤੁਸੀਂ ਕੁੜੀ ਦੇ ਵੱਖਰੇ ਲੱਗਦੇ ਹੋ, ਮੇਰੀ ਤੇ ਲਿਆਉਣ ਦੀ ਸਲਾਹ ਹੀ ਨਹੀਂ ਸੀ, ਪਰ ਫਿਰ ਮੈਂ ਆਖਿਆ ਚਲੋ ਹੋਰ 4 ਦਿਨ ਵਿੱਚ ਵਰਾਗ ਲਾ ਲੈਣ ਦਿਓ ਨੇ। ਉਹਨੇ ਹੱਥ ਵਾਲੀ ਗੰਢੜੀ ਮੇਜ਼ ਤੇ ਰੱਖ ਕੇ ਤੇ ਉਸ ਵਿਚਲੀਆਂ ਚੀਜ਼ਾਂ ਖੋਲ ਕੇ ਇੱਕ ਪਾਸੇ ਰੱਖ ਦਿੱਤੀਆਂ। ਕੁਝ ਰੇਸ਼ਮੀ ਕੱਪੜੇ, ਇੱਕ ਜੋੜੀ ਚੂੜੀਆਂ ਦੀ, ਇੱਕ ਮੁੰਦਰੀ, ਇੱਕ ਪੌਂਡ, ਇੱਕ ਛਿਕੜੀ ਮਠਿਆਈ ਦੀ। ਬੁੱਢਾ ਇਹਨਾਂ ਚੀਜ਼ਾਂ ਵੱਲ ਤੱਕ ਕੇ ਬੋਲਿਆ, ਤੇ ਭਾਬੋ ਇਹ ਕੀ, ਇੰਨਾ ਕੁਝ ਚੁੱਕ ਲਿਆਈ ਹੈ? ਬੁੱਢੀ ਜੋਸ਼ 'ਚ ਬੋਲੀ, ਲੈ ਤੇ ਮੇਰੀ ਬੱਚੀ ਸੁੱਖ ਨਾਲ ਪਹਿਲੀ ਵਾਰੀ ਮੇਰੇ ਘਰ ਗਈ ਸੀ, ਖਾਲੀ ਹੱਥੀਂ ਆਉਂਦੀ। ਜਗਜੀਤ ਬੋਲਿਆ, ਪਰ ਏਡੀ ਛੇਤੀ ਇਹਦੀ ਕੀ ਕਾਹਲੀ ਸੀ, ਆਪੇ ਫਿਰ ਕਦੇ ਵੇਖੀ ਜਾਂਦੀ। ਲੱਖਾਂ ਫਿਰ ਕਦੇ ਕਿਉਂ ਵੇਖੀ ਜਾਂਦੀ? ਸੁੱਖਾਂ ਨਾਲ ਆਵੇ, ਜਮ ਆਵੇ, ਰੋਜ਼ ਵੀ ਆਵੇ ਤੇ ਰੋਜ਼ ਵੀ ਲਵੇ। ਬੁੱਢਾ ਫੇਰ ਬੋਲਿਆ, ਪਰ ਭਾਬੋ ਇੰਨੀ ਖੇਚਲ ਦੀ ਕੀ ਲੋੜ ਪਈ ਸੀ? ਜੇ ਦੇਣਾ ਹੀ ਸੀ ਤਾਂ ਮਠਿਆਈ ਦਾ ਇੱਕ ਡੂਨਾ ਹੀ ਬਥੇਰਾ ਸੀ, ਤੇ ਤੂੰ ਸਾਰੇ ਘਰ ਦੇ ਗਹਿਣੇ ਕੱਪੜੇ ਚੁੱਕ ਲਿਆਈ ਹੈ। ਬੁੱਢੀ ਦੇ ਮੂੰਹ ਤੇ ਨਾਰਾਜ਼ਤਾ ਜਿਹੀ ਛਾ ਗਈ ਤੇ ਉਹ ਬੇਦਿਲ ਜੀ ਹੋ ਕੇ ਬੋਲੀ, ਤਾਂ ਤੇ ਤੁਸੀਂ ਸਾਨੂੰ ਬੇਗਾਨੇ ਹੀ ਸਮਝਦੇ ਹੋਏ। ਚੰਗਾ, ਜੇ ਤੁਸੀਂ ਗੁੱਸੇ 'ਚ ਹੋ ਤਾਂ ਮੈਂ ਲੈ ਜਾਂਦੀ ਹਾਂ, ਮੋੜ ਕੇ ਜਾਨੀ ਹਾਂ। ਤੇ ਉਹ ਸਾਰੀਆਂ ਚੀਜ਼ਾਂ ਚੁੱਕ ਕੇ ਮੁੜ ਗੰਢੜੀ 'ਚ ਬੰਨਣ ਲੱਗ ਪਈ। ਬੁੱਢਾ ਇਹ ਵੇਖ ਕੇ ਸ਼ਰਮਿੰਦਾ ਹੋ ਗਿਆ। ਉਹਨੇ ਉੱਠ ਕੇ ਬੁੱਢੀ ਦਾ ਹੱਥ ਫੜ ਲਿਆ ਤੇ ਬੋਲਿਆ, ਭਾਬੋ ਤੂੰ ਤੇ ਝੱਟ ਗੁੱਸੇ ਹੋ ਜਾਂਦੀ ਹੈ, ਜਾ ਹੋਰ ਜੋ ਜੀ ਕਰਦਾ ਹੀ ਜਾ ਕੇ ਲੈ ਆ। ਮਾਇਆ ਪਹਿਲਾਂ ਤੇਰੀ ਧੀ, ਪਿੱਛੋਂ ਸਾਡੀ, ਭਲਾ ਘਰ ਆਈ ਚੀਜ਼ ਅਸੀਂ ਜਾਣ ਦਿੰਦੇ ਹਾਂ? ਬੁੱਢੀ ਦਾ ਕ੍ਰੋਧ ਠੰਡਾ ਹੋ ਗਿਆ ਤੇ ਬੋਲੀ, ਤੁਸੀਂ ਘਰ ਆਈ ਚੀਜ਼ ਨਹੀਂ ਜਾਣ ਦਿੰਦੇ ਤੇ ਮੈਂ ਘਰ ਆਈ ਚੀਜ਼ ਜਾਣ ਦੇਣੀ ਆ? ਇਸ ਵੇਲੇ ਜਗਜੀਤ ਨੇ ਇੱਕ ਤਿੱਖੀ ਨਜ਼ਰ ਨਾਲ ਪਿਓ ਵੱਲ ਤੱਕਿਆ ਤੇ ਫਿਰ ਦੋਵੇਂ ਮੁਸਕਰਾਉਣ ਲੱਗ ਪਏ। 11ਵਾਂ ਅੰਕ। ਜਿਸ ਦਿਨ ਜਗਜੀਤ ਤੇ ਮਾਇਆ ਕਲਕੱਤਿਓਂ ਤੁਰੇ ਸਨ, ਉਸ ਦਿਨ ਜਸਵੰਤ ਸਿੰਘ ਬੜੀ ਹੌਸਲੇ 'ਚ ਸੀ। ਆਪਣੇ ਮਿੱਤਰ ਦੀ ਅਮਾਨ ਉਹਦੇ ਹਵਾਲੇ ਕਰਕੇ ਉਹਦੀ ਛਾਤੀ ਤੋਂ ਇੱਕ ਭਾਰੀ ਬੋਝ ਉਤਰ ਗਿਆ ਸੀ। ਪਰ ਜਿਉਂ ਹੀ ਉਹਨਾਂ ਨੂੰ ਗੱਡੀ ਚਾੜ ਕੇ ਵਾਪਸ ਮੁੜਿਆ, ਉਹਦਾ ਹੌਸਲਾ ਫੇਰ ਢਹਿਣਾ ਸ਼ੁਰੂ ਹੋ ਗਿਆ। ਮਾਇਆ ਦੀ ਯਾਦ ਉਹਨੂੰ ਫੇਰ ਸਤਾਉਣ ਲੱਗੀ। ਉਹ ਸਭ ਕੁਝ ਸਮਝਦਾ ਸੀ ਪਰ ਬੇਸਮਝ ਸੀ, ਸਭ ਕੁਝ ਜਾਣਦਾ ਸੀ ਪਰ ਅਣਜਾਣ ਸੀ। ਉਹਨੂੰ ਮਾਲੂਮ ਹੁੰਦਾ ਸੀ ਜਿਕਣ ਉਹਦੇ ਸੀਨੇ 'ਚ 2 ਦਿਲ ਰਹਿੰਦੇ ਹਨ, ਇੱਕ ਉਹਨੂੰ ਇੱਕ ਪਾਸੇ ਤੋਂ ਦੂਜਾ ਦੂਜੇ ਪਾਸੇ ਖਿੱਚ ਰਿਹਾ ਸੀ। ਮਾਇਆ ਨੂੰ ਗਿਆ ਮਹੀਨੇ ਤੋਂ ਵਧੇਕ ਸਮਾਂ ਹੋ ਗਿਆ। ਇਹਨਾਂ ਦਿਨਾਂ 'ਚ ਜਸਵੰਤ ਸਿੰਘ ਦੀ ਹਾਲਤ ਵਿੱਚ ਜ਼ਮੀਨ ਅਸਮਾਨ ਦਾ ਫਰਕ ਆ ਗਿਆ। ਉਹਦੇ ਦਿਲ ਨੂੰ 1 ਮਿੰਟ ਲਈ ਵੀ ਚੈਨ ਨਹੀਂ ਸੀ। ਹੁੰਦਿਆਂ ਹੁੰਦਿਆਂ ਉਹਦੀ ਨਿਰਬਲਤਾ ਇੱਥੋਂ ਤੱਕ ਵੱਧ ਗਈ ਕਿ ਅੱਗੇ ਤਾਂ ਜਗਜੀਤ ਦੀ ਦੋਸਤੀ ਤੇ ਵਫਾਦਾਰੀ ਦੀ ਇੱਕ ਫੌਲਾਦੀ ਕੰਧ ਉਹਦੇ ਪ੍ਰੇਮ ਰਾਹ 'ਚ ਹੁੰਦੀ ਸੀ, ਪਰ ਹੁਣ ਉਹਨੂੰ ਇਸ ਗੱਲ ਦਾ ਕਦੇ ਧਿਆਨ ਹੀ ਨਹੀਂ ਸੀ ਆਉਂਦਾ। ਹੁੰਦਾ ਉਹ ਇੰਨਾ ਅਧੀਰ ਹੋ ਉੱਠਿਆ ਕਿ ਉਸ ਲਈ ਜੀਵਨ ਦੀਆਂ ਘੜੀਆਂ ਬਿਤਾਉਣੀਆਂ ਵੀ ਔਖੀਆਂ ਹੋ ਗਈਆਂ। ਜਸਵੰਤ ਸਿੰਘ ਪਾਸ ਮਾਇਆ ਦੀ ਇੱਕ ਫੋਟੋ ਸੀ, ਜਿਹੜਾ ਉਹਨੇ ਇੱਕ ਦਿਨ ਉਤਾਰੀ ਸੀ ਤੇ ਫਿਰ ਵੱਡੀ ਇਨਲਾਜ ਕਰਾ ਕੇ ਆਪਣੇ ਕਮਰੇ 'ਚ ਲਾ ਛੱਡੀ ਹੋਈ ਸੀ। ਉਹ ਜਦੋਂ ਵੀ ਕਮਰੇ 'ਚ ਆਉਂਦਾ ਸੀ, ਸਾਹਮਣੇ ਲੱਗੀ ਹੋਈ ਤਸਵੀਰ ਵੇਖ ਕੇ ਉਹਦਾ ਦੁੱਖ ਘਟਣ ਦੀ ਥਾਂ ਸਗੋਂ ਹੋਰ ਭੜਕ ਉੱਠਦਾ ਸੀ। ਉਹਨੇ ਕਈ ਵਾਰ ਸਲਾਹ ਕੀਤੀ ਕਿ ਇਸ ਤਸਵੀਰ ਨੂੰ ਲਾਹ ਕੇ ਤੇ ਆਪਣੇ ਦਿਲ ਵਾਂਗ ਉਹਦੇ ਵੀ ਟੁਕੜੇ ਕਰਕੇ ਕਿਸੇ ਥਾਂ ਸੁੱਟੇ ਜਿੱਥੋਂ ਮੁੜ ਕੇ ਉਹਦੀ ਨਜ਼ਰ ਹੀ ਨਾ ਪਵੇ। ਇਸ ਮਤਲਬ ਲਈ ਉਹਨੇ 1-2 ਵਾਰੀ ਤਸਵੀਰ ਕੰਧ ਨਾਲੋਂ ਲਾਈ ਵੀ, ਪਰ ਉਹ ਕੋਈ ਉਹਦੇ ਦਿਲ ਵਰਗੀ ਚੀਜ਼ ਨਹੀਂ ਸੀ ਜਿਹਨੂੰ ਉਹਦੇ ਹੱਥ ਤੋੜ ਸਕਦੇ। 1000 ਯਤਨ ਕਰਨ ਤੇ ਵੀ ਉਹਨੂੰ ਪਾੜਨ ਜਾਂ ਉਹਦੇ ਸ਼ੀਸ਼ੇ ਨੂੰ ਇੱਕ ਠੋਕਰ ਮਾਰਨ ਦੀ ਦਲੇਰੀ ਨਾ ਕਰ ਸਕਿਆ। ਹਾਰ ਕੇ ਜਿੱਥੋਂ ਲਾਉਂਦਾ ਸੀ ਉੱਥੇ ਟੰਗ ਛੱਡਦਾ ਰਿਹਾ। ਇਸ ਤਰ੍ਹਾਂ ਉਹ ਦਿਨ ਰਾਤ ਬਿਰੋਂ ਰੋਗ ਦੇ ਕੜਾਹੇ 'ਚ ਤਲੀਨ ਲੱਗਾ। ਇੱਥੋਂ ਤੱਕ ਕਿ ਕੰਮਕਾਰ ਵੱਲੋਂ ਉਹਦਾ ਦਿਲ ਉੱਕਾ ਹੀ ਉਪਰਾਮ ਹੋ ਗਿਆ। ਉਹਨੇ ਸਾਰਾ ਕਾਰ ਵਿਹਾਰ ਗੁਮਾਸ਼ਤੇ ਦੇ ਹੱਥ ਛੱਡ ਦਿੱਤਾ ਤੇ ਆਪ ਕਈ ਦਿਨ ਦਫ਼ਤਰ 'ਚ ਪੈਰ ਹੀ ਨਹੀਂ ਸੀ ਪਾਇਆ। ਰਾਤ ਨੂੰ ਸੁੱਤਾ ਉੱਠ ਕੇ ਉਹ ਘਰੋਂ ਨਿਕਲ ਜਾਂਦਾ ਤੇ ਅੱਧੀ ਰਾਤ ਤੱਕ ਫਿਰਦਾ ਰਹਿੰਦਾ। ਦਿਨੇ ਵੀ ਉਹਨੂੰ ਘਰ ਚੈਨ ਨਹੀਂ ਸੀ ਆਉਂਦਾ ਤੇ ਉਹ ਇੱਕ ਥਾਂ ਤੋਂ ਦੂਜੀ ਥਾਂ ਤੇ ਦੂਜੀ ਤੋਂ ਤੀਜੀ ਥਾਂ ਫਿਰਦਾ ਰਹਿੰਦਾ ਸੀ। ਪਰ ਆਗ ਲਗਾਏ ਮੰਦਰ ਮੈਂ ਸੋਵੈ ਵਾਂਗ ਇਹ ਕਿੱਥੋਂ ਤੱਕ ਨਿਭਣੀ ਸੀ। ਉਹਦਾ ਜੀਵਨ ਇੰਨਾ ਭਾਰੂ ਹੋ ਗਿਆ ਕਿ ਮੌਤ ਦੀ ਉਡੀਕ ਕਰਨ ਲੱਗ ਪਿਆ। ਇੱਕ ਦਿਨ ਉਹ ਰਾਤ ਨੂੰ ਅੱਗੇ ਨਾਲੋਂ ਕੁਝ ਅਗੇਤਰਾ ਹੀ ਸੌਣ ਵਾਲੇ ਕਮਰੇ 'ਚ ਗਿਆ। ਅੱਜ ਉਹਦੀਆਂ ਅੱਖਾਂ ਦੇ ਸਾਹਮਣੇ ਹਨੇਰਾ ਫਿਰ ਰਿਹਾ ਸੀ, ਉਹਦੀਆਂ ਲੱਤਾਂ ਕੰਬ ਰਹੀਆਂ ਸਨ ਤੇ ਦਿਲ ਦੀ ਧੜਕਣ ਵੱਧਦੀ ਜਾ ਰਹੀ ਸੀ। ਉਹ ਸਾਹ ਹੋਇਆ ਕੁਰਸੀ ਤੇ ਬੈਠ ਗਿਆ। ਸਾਹਮਣੇ ਮੇਜ਼ ਸੀ। ਉਹ ਮੇਜ਼ ਉੱਤੇ ਕੋਹਣੀਆਂ ਟੇਕ ਕੇ ਕਿੰਨਾ ਹੀ ਚਿਰ ਇਸ ਚਿੰਤਾ 'ਚ ਲੀਨ ਰਿਹਾ। ਇਸ ਵੇਲੇ ਉਹਦੇ ਸਾਰੇ ਸਰੀਰ 'ਚ ਕੰਬਣੀ ਛੁੱਟੀ ਹੋਈ ਸੀ ਤੇ ਮੱਥੇ ਤੇ ਤਰੇਲੀਆਂ ਆ ਰਹੀਆਂ ਸਨ। ਕੰਬਦੇ ਹੱਥਾਂ ਨਾਲ ਉਹਨੇ ਕੋਟ ਦੀ ਜੇਬ 'ਚੋਂ ਇੱਕ ਸ਼ੀਸ਼ੀ ਕੱਢੀ। ਮੇਜ਼ ਤੇ ਇੱਕ ਬੜੀ ਵਧੀਆ ਤੇ ਚਮਕਦਾਰ ਚਾਹ ਵਾਲੀ ਪਿਰਚ ਪਿਆਲੀ ਪਈ ਸੀ। ਉਹਨੇ ਪਿਆਲੀ ਚੁੱਕ ਲਈ। ਉਸ 'ਚ ਸ਼ੀਸ਼ੀ ਵਾਲੀ ਕੋਈ ਪਾਣੀ ਵਰਗੀ ਲਾਲ ਚੀਜ਼ ਜਿਹੀ ਪਾਈ। ਪਿਆਲੀ ਉਹਨੇ ਮੇਜ਼ ਤੇ ਰੱਖ ਦਿੱਤੀ। ਕੁਝ ਦਿਨ
ਕੁਝ ਚਿਰ ਨਜ਼ਰ ਟਿਕਾ ਕੇ ਉਸ ਵੱਲ ਤੱਕਦਾ ਰਿਹਾ। ਫਿਰ ਇੱਕ ਹੌਕਾ ਭਰਨ ਤੋਂ ਬਾਅਦ ਉਹਦੇ ਮੂੰਹੋਂ ਨਿਕਲਿਆ, ਮਾਇਆ, ਮੈਨੂੰ ਕੀ ਪਤਾ ਸੀ ਜੋ ਤੂੰ ਮੈਨੂੰ ਇੱਥੋਂ ਤੱਕ ਪਹੁੰਚਾ ਦੇਵੇਂਗੀ। ਮੈਂ ਤੈਨੂੰ ਕਿਉਂ ਘਰ ਲਿਆਇਆ? ਜੇ ਮੈਨੂੰ ਪਤਾ ਹੁੰਦਾ ਕਿ ਨੌਬਤ ਇੱਥੋਂ ਤੱਕ ਆ ਜਾਣੀ ਹੈ ਤਾਂ ਮੈਂ ਉਸ ਰਾਹੋਂ ਵੀ ਨਾ ਲੰਘਦਾ। ਪ੍ਰੇਮ ਭਿੰਨੇ ਨੈਣਾਂ ਦੀਆਂ ਛੁਰੀਆਂ ਨਾਲ ਮੈਨੂੰ ਘਾਇਲ ਕਰਕੇ ਸੁੱਟ ਜਾਏਂਗੀ, ਇਸ ਗੱਲ ਦਾ ਮੈਨੂੰ ਕੀ ਪਤਾ ਸੀ। ਇਹ ਕਹਿੰਦਿਆਂ ਉਹਨੇ ਮੇਜ਼ ਤੋਂ ਪਿਆਲੀ ਚੁੱਕ ਲਈ। ਹੌਲੀ ਹੌਲੀ ਚੁੱਕ ਕੇ ਉਹਨੂੰ ਆਪਣੇ ਮੱਥੇ ਦੀ ਸਿੱਧੇ ਅੱਖਾਂ ਦੇ ਸਾਹਮਣੇ ਲੈ ਗਿਆ ਤੇ ਉਹਤੇ ਨਜ਼ਰ ਜਮਾ ਕੇ ਫਿਰ ਬੋਲਿਆ, ਮੌਤ ਦੀ ਗੋਦ 'ਚ ਸੁਆਉਣ ਵਾਲੀ ਪਿਆਲੀਏ, ਬਸ ਛੁਡਾ ਦੇ ਮੈਨੂੰ ਸਦਾ ਲਈ ਇਸ ਦੁੱਖਾਂ ਦੀ ਜ਼ਿੰਦਗੀ ਤੋਂ। ਤੇ ਝਟਪਟ ਉਹ ਬੋਲਦਾ ਬੋਲਦਾ ਰੁਕ ਗਿਆ ਤੇ ਉਹਦੀ ਨਜ਼ਰ ਇਸ ਪਿਆਲੀ ਤੇ ਹੋਰ ਡੂੰਘੀ ਹੋ ਕੇ ਗੱਡੀ ਗਈ। ਉਹਦੇ ਵਿੱਚੋਂ ਉਹਨੂੰ ਮਾਇਆ ਦੀ ਸ਼ਕਲ ਬੜੇ ਛੋਟੇ ਜਿਹੇ ਆਕਾਰ 'ਚ ਨਜ਼ਰੀਆਂ ਆ ਰਹੀ ਸੀ। ਜਸਵੰਤ ਦੀਆਂ ਅੱਖਾਂ ਸਾਰਾ ਜ਼ੋਰ ਲਾ ਕੇ ਉਹਦੇ ਕੰਬਦੇ ਹੋਏ ਸਰੀਰ ਨੂੰ ਵੇਖ ਰਹੀਆਂ ਸਨ। ਵੇਖਦਿਆਂ ਉਹਨੂੰ ਮਾਲੂਮ ਹੋਣ ਲੱਗਾ ਜਿਕਣ ਮਾਇਆ ਸਿਰ ਹਿਲਾ ਰਹੀ ਹੈ, ਮਾਨੋ ਉਹਨੂੰ ਇਹ ਕੰਮ ਕਰਨ ਤੋਂ ਰੋਕ ਰਹੀ ਹੈ, ਤੇ ਨਾਲ ਹੀ ਉਹਨੇ ਇਹ ਵੀ ਅਨੁਭਵ ਕੀਤਾ ਜਿਕਣ ਮਾਇਆ ਥਰ-ਥਰ ਕੰਬ ਰਹੀ ਹੈ। ਜਸਵੰਤ ਸਿੰਘ ਨੇ ਪਿਛਾਂਹ ਮੁੜ ਕੇ ਤੱਕਿਆ। ਪਿਛਲੇ ਪਾਸੇ ਕੰਧ ਤੇ ਮਾਇਆ ਦੀ ਤਸਵੀਰ ਲੱਗੀ ਹੋਈ ਸੀ ਤੇ ਉਸੇ ਤਸਵੀਰ ਦਾ ਅਕਸ ਪਿਆਲੀ ਤੇ ਪੈ ਰਿਹਾ ਸੀ। ਜਸਵੰਤ ਸਿੰਘ ਦਾ ਆਪਣਾ ਹੱਥ ਕੰਬ ਰਿਹਾ ਸੀ, ਇਸ ਲਈ ਉਹਨੂੰ ਪਿਆਲੀ ਵਿੱਚੋਂ ਉਹ ਕੰਬਦੀ ਮਾਲੂਮ ਹੁੰਦੀ ਸੀ ਤੇ ਪਿਆਲੀ ਦੇ ਇੱਕ ਦੋ ਵਾਰੀ ਇੱਧਰ ਉੱਧਰ ਹਿੱਲਣ ਨਾਲ ਉਸ ਨੂੰ ਮਾਇਆ ਦਾ ਸਿਰ ਹਿੱਲਦਾ ਮਾਲੂਮ ਹੋਇਆ ਸੀ। ਇਸੇ ਵੇਲੇ ਹੀ ਬਾਹਰੋਂ ਕਿਸੇ ਦੀ ਆਵਾਜ਼ ਆਈ, ਸਰਦਾਰ ਜੀ, ਇਹ ਦਫ਼ਤਰ ਦਾ ਚਪੜਾਸੀ ਸੀ ਜਿਸ ਦਿਨ ਜਸਵੰਤ ਸਿੰਘ ਦਫ਼ਤਰ ਨਹੀਂ ਸੀ ਜਾਂਦਾ। ਉਸ ਦਿਨ ਦੀ ਡਾਕ ਉਹ ਰੋਜ਼ ਇਸੇ ਵੇਲੇ ਘਰ ਲੈ ਆਉਂਦਾ ਹੁੰਦਾ ਸੀ। ਜਸਵੰਤ ਸਿੰਘ ਨੇ ਮੂੰਹ ਨਾਲ ਲਾਉਣ ਤੋਂ ਪਹਿਲਾਂ ਹੀ ਪਿਆਲੀ ਇੱਕ ਪਾਸੇ ਰੱਖ ਦਿੱਤੀ ਤੇ ਬੂਹਾ ਖੋਲ੍ਹਿਆ। ਡਾਕ ਮੇਜ਼ ਤੇ ਰੱਖ ਕੇ ਸਲਾਮ ਕਰਕੇ ਉਹ ਚਲਾ ਗਿਆ। ਕਈਆਂ ਵਪਾਰੀ ਫਰਮਾਂ ਦੀਆਂ ਚਿੱਠੀਆਂ ਪੜ੍ਹਨ ਤੋਂ ਬਾਅਦ ਇੱਕ ਲਿਫਾਫਾ ਉਹਨੇ ਫੜਿਆ। ਇਹ ਉਹਦੇ ਪਿਓ ਵੱਲੋਂ ਸੀ। ਇਸ 'ਚ ਲਿਖਿਆ ਸੀ, ਪਿਆਰੇ ਜਸਵੰਤ ਸਿੰਘ ਜੀ, ਬਹੁਤ ਦਿਨਾਂ ਤੋਂ ਤੁਹਾਡਾ ਕੋਈ ਖੱਤ ਨਹੀਂ ਆਇਆ। ਸਾਨੂੰ ਬੜਾ ਫਿਕਰ ਹੋ ਰਿਹਾ ਹੈ। ਤੁਸੀਂ ਇਹ ਸੁਣ ਕੇ ਹੈਰਾਨ ਹੋਵੋਗੇ ਕਿ ਜਿਸ ਕੁੜੀ ਨੂੰ ਤੁਸੀਂ ਲੱਭਿਆ ਸੀ ਤੇ ਜਗਜੀਤ ਉਹਨੂੰ ਘਰ ਲੈ ਗਿਆ ਸੀ, ਉਹ ਅਸਲ 'ਚ ਜਗਜੀਤ ਦੀ ਸਕੀ ਭੈਣ ਨਿਕਲ ਆਈ ਹੈ। ਤੁਸੀਂ ਇਸ ਗੁੱਝੇ ਭੇਦ ਦੀ ਅਸਲੀਅਤ ਸੁਣੋਗੇ ਤਾਂ ਹੋਰ ਵੀ ਹੈਰਾਨ ਹੋ ਜਾਓਗੇ। ਇਹਦੇ ਨਾਲ ਹੀ ਤੁਹਾਨੂੰ ਇੱਕ ਖੁਸ਼ਖਬਰੀ ਵੀ ਸੁਣਾਈ ਜਾਂਦੀ ਹੈ ਕਿ ਮਾਇਆ ਨਾਲ ਤੁਹਾਡੀ ਕੁੜਮਾਈ ਹੋ ਗਈ ਹੈ। ਭਾਵੇਂ ਅਸੀਂ ਇਸ 'ਚ ਤੁਹਾਡੀ ਸਲਾਹ ਨਹੀਂ ਲੈ ਸਕੇ, ਪਰ ਉਮੀਦ ਹੈ ਕਿ ਤੁਸੀਂ ਸਾਡੇ ਇਸ ਕੰਮ ਨੂੰ ਨਾਪਸੰਦ ਨਹੀਂ ਕਰੋਗੇ। ਖਾਸ ਕਰਕੇ ਜਗਜੀਤ ਦਾ ਕਹਿਣਾ ਤਾਂ ਮੈਨੂੰ ਯਕੀਨ ਹੈ ਕਿ ਤੁਸੀਂ ਕਦੇ ਵੀ ਨਹੀਂ ਮੋੜ ਸਕਦੇ। ਅਗਲੇ ਮਹੀਨੇ ਵਿਆਹ ਹੈ ਤੇ ਤੁਹਾਡੇ ਵਿਆਹ ਤੋਂ 2 ਹਫ਼ਤੇ ਬਾਅਦ ਹੀ ਜਗਜੀਤ ਦੇ ਵੀ ਵਿਆਹ ਦੀ ਤਾਰੀਖ ਮੁਕਰਰ ਹੋਈ ਹੈ। ਸੋ ਤੁਸੀਂ ਛੇਤੀ ਤੋਂ ਛੇਤੀ ਗੁਮਾਸ਼ਤੇ ਨੂੰ ਚੰਗੀ ਤਰ੍ਹਾਂ ਕੰਮ ਸੌਂਪ ਕੇ ਆ ਜਾਓ, ਕਿਉਂਕਿ ਦੋਵਾਂ ਘਰਾਂ ਦਾ ਕੰਮ ਰਲ ਮਿਲ ਕੇ ਹੀ ਕਰਨਾ ਹੈ। ਕਰਨ ਕਰਾਉਣ ਵਾਲੇ ਵੀ ਜਗਜੀਤ ਤੇ ਤੁਸੀਂ ਹੋ, ਤੇ ਬਸ ਜਿੰਨੀ ਜਲਦੀ ਹੋ ਸਕੇ ਆਉਣ ਦੀ ਕਰਨੀ। ਤੁਹਾਡਾ ਪਿਤਾ ਜੈਰਾਮ ਸਿੰਘ। ਖੱਤ ਪੜ੍ਹਦਿਆਂ ਜਸਵੰਤ ਸਿੰਘ ਖੁਸ਼ੀ ਨਾਲ ਉਛਲ ਪਿਆ। ਉਹਨੂੰ ਇਸ ਹੈਰਾਨੀ ਭਰੀ ਖਬਰ ਨੇ ਸੋਚ ਵਿੱਚ ਪਾ ਦਿੱਤਾ ਕਿ ਮਾਇਆ ਜਗਜੀਤ ਦੀ ਭੈਣ ਹੈ। ਇਹ ਕਿਸ ਤਰ੍ਹਾਂ ਹੋ ਸਕਦਾ ਹੈ? ਇਹਦੇ ਨਾਲ ਹੀ ਉਹਦੀ ਨਜ਼ਰ ਜਗਜੀਤ ਵੱਲੋਂ ਆਏ ਹੋਏ ਇੱਕ ਲਿਫਾਫੇ ਤੇ ਪਈ। ਉਹਨੇ ਝੱਟ ਲਿਫਾਫਾ ਖੋਲ ਕੇ ਪੜ੍ਹਨਾ ਸ਼ੁਰੂ ਕੀਤਾ। ਇਹ 5-6 ਸਫ਼ਿਆਂ ਦੀ ਲੰਮੀ ਚੌੜੀ ਚਿੱਠੀ ਸੀ। ਇਹਦੇ ਪਹਿਲੇ ਹਿੱਸੇ ਦਾ ਭਾਵ ਤਾਂ ਉੱਪਰਲੀ ਚਿੱਠੀ ਨਾਲ ਹੀ ਮਿਲਦਾ ਜੁਲਦਾ ਸੀ। ਅੱਗੇ ਚੱਲ ਕੇ ਉਸ 'ਚੋਂ ਸਾਰੀ ਗੱਲਬਾਤ ਲਿਖੀ ਸੀ ਜਿਹੜੀ ਉਹਦੇ ਪਿਓ ਨੇ ਤੇ ਮਾਇਆ ਨੇ ਉਸ ਦਿਨ ਸੁਣਾਈ ਸੀ। ਜਸਵੰਤ ਸਿੰਘ ਖੁਸ਼ੀ ਨਾਲ ਫੁੱਲ ਕੇ ਕੁੱਪਾ ਹੋ ਗਿਆ। ਜਿਹੜਾ ਜਸਵੰਤ ਸਿੰਘ ਅਜੇ ਹੁਣੀ ਮੌਤ ਨੂੰ ਆਵਾਜ਼ਾਂ ਮਾਰ ਰਿਹਾ ਸੀ, ਉਹ ਮਿੰਟਾਂ 'ਚ ਹੋਰ ਦਾ ਹੋਰ ਹੋ ਗਿਆ। ਭਵਿੱਖ, ਆਸਾਂ ਤੇ ਉਮੰਗਾਂ ਜਿਹੜੀਆਂ ਕੁਝ ਚਿਰਾਂ ਤੋਂ ਉਹਦੇ ਦਿਲ ਰੂਪੀ ਘਰ ਨੂੰ ਸੁੰਨਾ ਛੱਡ ਕੇ ਕਿਧਰੇ ਚਲੀਆਂ ਗਈਆਂ ਸਨ, ਇੱਕ ਵਾਰਗੀ ਇੰਨੀਆਂ ਆ ਧਸੀਆਂ ਕਿ ਉਹਨਾਂ ਦੀ ਸਮਾਈ ਲਈ ਉਹਦੇ ਛੋਟੇ ਜਿਹੇ ਦਿਲ 'ਚ ਥਾਂ ਹੀ ਨਹੀਂ ਸੀ ਲੱਭਦੀ। ਉਹਦੇ ਸਰੀਰ 'ਚ ਇਹਨਾਂ ਚੀਜ਼ਾਂ ਦਾ ਇੰਨਾ ਜ਼ਖੀਰਾ ਭਰ ਗਿਆ ਤੇ ਉਹ ਉਹਨਾਂ ਦੇ ਭਾਰ ਨੂੰ ਨਾ ਸਹਾਰਦਾ ਹੋਇਆ ਇਸ ਤਰ੍ਹਾਂ ਕਮਰੇ 'ਚ ਟਹਿਲਣ ਲੱਗ ਪਿਆ ਜਿਕਣ ਬਹੁਤੀ ਸ਼ਰਾਬ ਪੀ ਜਾਣ ਨਾਲ ਸ਼ਰਾਬੀ ਕਰਦਾ ਹੈ। ਜਿਸ ਆਦਮੀ ਦਾ ਢਿੱਡ ਖਾਲੀ ਹੋਵੇ, ਰੋਟੀ ਖਾਣ ਨੂੰ ਨਾ ਮਿਲੀ ਹੋਵੇ, ਉਹਨੂੰ ਨੀਂਦ ਨਹੀਂ ਪੈਂਦੀ, ਪਰ ਜਿਹੜਾ ਲੋੜ ਤੋਂ ਬਹੁਤ ਵਧੇਕ ਖਾ ਜਾਏ ਉਹਨੂੰ ਵੀ ਨਹੀਂ ਪੈਂਦੀ। ਇਹੋ ਹਾਲ ਜਸਵੰਤ ਸਿੰਘ ਦਾ ਸੀ। ਅੱਗੇ ਰੋਜ਼ ਤਾਂ ਮਾਇਆ ਦੇ ਬਿਰਹੋਂ ਤੀਰ ਦੀ ਪੀੜ ਨਾਲ ਉਹ ਸਾਰੀ ਰਾਤ ਤੜਪਦਾ ਰਹਿੰਦਾ ਸੀ, ਪਰ ਅੱਜ ਮਿਲਣ ਆਸ ਦੀ ਖੁਸ਼ੀ ਨੇ ਵੀ ਇੱਕ ਪਲ ਲਈ ਉਹਦੀ ਅੱਖ ਨਾ ਲੱਗਣ ਦਿੱਤੀ ਤੇ ਉਹ ਸਾਰੀ ਰਾਤ ਉਸਲ ਵੱਟੇ ਹੀ ਲੈਂਦਾ ਰਿਹਾ। ਅੰਗ 12ਵਾਂ। ਦੋਵਾਂ ਘਰਾਂ 'ਚ ਵਿਆਹ ਦੀਆਂ ਤਿਆਰੀਆਂ ਹੋ ਰਹੀਆਂ ਸਨ, ਪਰ ਕਿਉਂਕਿ ਮਾਇਆ ਦੇ ਵਿਆਹ ਦਾ ਮੁਹੂਰਤ 15 ਦਿਨ ਪਹਿਲਾਂ ਦਾ ਨਿਕਲਿਆ ਸੀ, ਇਸ ਲਈ ਜਗਜੀਤ ਬੜੀ ਸਰਗਰਮੀ ਨਾਲ ਤਿਆਰੀਆਂ 'ਚ ਰੁੱਝਾ ਸੀ। ਜਸਵੰਤ ਸਿੰਘ ਕਲਕੱਤਿਓਂ ਆ ਚੁੱਕਾ ਸੀ ਤੇ ਉਹ ਵੀ ਜਗਜੀਤ ਹੋਰਾਂ ਦੇ ਕੰਮ 'ਚ ਵੇਲੇ ਕੁ ਵੇਲੇ ਹੱਥ ਵਟਾਉਂਦਾ ਰਹਿੰਦਾ ਸੀ। ਮਾਇਆ ਜਿੱਥੇ ਹੀ ਜਸਵੰਤ ਸਿੰਘ ਨੂੰ ਵੇਖ ਲੈਂਦੀ, ਝੱਟ ਲੁਕਣ ਦੀ ਕਰਦੀ ਸੀ। ਜਸਵੰਤ ਸਿੰਘ ਆਨੇ ਬਹਾਨੇ ਉਹਨੂੰ ਵੇਖਣ ਦੇ ਹੀਲੇ ਕਰਦਾ ਹੀ ਰਹਿੰਦਾ ਸੀ, ਪਰ ਮਾਇਆ ਇਹਦੀ ਕੋਈ ਪੇਸ਼ ਨਹੀਂ ਸੀ ਜਾਣ ਦਿੰਦੀ।
ਦੋਹਾਂ ਪ੍ਰੇਮੀ ਪ੍ਰੇਮਿਕਾ ਦੇ ਦਿਲ 'ਚ ਇੱਕੋ ਸੁਰਤਾਲ 'ਚ ਪ੍ਰੇਮ ਦੀ ਧੁਨ ਗੂੰਜ ਰਹੀ ਸੀ। ਵਿਆਹ ਦਾ ਦਿਨ ਆ ਪਹੁੰਚਿਆ। ਦੋਹਾਂ ਪਿਓ ਪੁੱਤਰਾਂ ਨੇ ਬੜੀ ਧੂਮ-ਧਾਮ ਨਾਲ ਮਾਇਆ ਦਾ ਵਿਆਹ ਕੀਤਾ। ਉਹ ਸਹੁਰੇ ਗਈ। ਜਸਵੰਤ ਸਿੰਘ ਲਾੜੇ ਦੇ ਰੂਪ 'ਚ ਜਿਸ ਵੇਲੇ ਉਹਦੀ ਡੋਲੀ ਨਾਲ ਜਾ ਰਿਹਾ ਸੀ, ਉਸ ਵੇਲੇ ਮਿਲਣ ਬੇਬਲਤਾ ਨਾਲ ਦੋਹਾਂ ਦੇ ਦਿਲ ਧੜਕ ਰਹੇ ਸਨ। ਡੋਲੀ 'ਚ ਜਾ ਰਹੀ ਮਾਇਆ ਨੂੰ ਇਹੋ ਜਾਪਦਾ ਸੀ ਕਿ ਇਸ ਏਡੀ ਵੱਡੀ ਖੁਸ਼ੀ ਨੂੰ ਉਹਦਾ ਨਿੱਕਾ ਜਿਹਾ ਦਿਲ ਕਿੱਕਣ ਸੰਭਾਲ ਸਕੇਗਾ ਕਿ ਉਹਦਾ ਦਿਲ ਪਾਟ ਕੇ ਪੁਰਜੇ ਨਾ ਹੋ ਜਾਏਗਾ। ਬੜੀਆਂ ਖੁਸ਼ੀਆਂ ਤੇ ਚਾਵਾਂ ਮਲਹਾਰਾਂ ਨਾਲ ਵਿਆਹ ਦਾ ਕੰਮ ਸਮਾਪਤ ਹੋਇਆ। ਮਾਇਆ ਤੇ ਜਸਵੰਤ ਸਿੰਘ ਨੂੰ ਵਾਹਿਗੁਰੂ ਨੇ ਮੂੰਹੋਂ ਮੰਗੀਆਂ ਮੁਰਾਦਾਂ ਦਿੱਤੀਆਂ। ਇਹ ਸੁਲੱਖਣੀ ਜੋੜੀ ਆਪੋ ਆਪਣੇ ਪ੍ਰੇਮ ਪਾਤਰ ਨੂੰ ਪ੍ਰਾਪਤ ਕਰਕੇ ਆਪਣੇ ਆਪ ਨੂੰ ਸਾਰੇ ਸੰਸਾਰ ਨਾਲੋਂ ਵਡਭਾਗੀ ਸਮਝਦੀ ਸੀ। ਫਿਰ ਇੱਕ ਵਿਆਹ ਤੋਂ ਵਿਹਲਿਆਂ ਹੁੰਦਿਆਂ ਹੀ ਝੱਟ ਦੂਜੇ ਵਿਆਹ ਦੀ ਤਿਆਰੀ ਆਰੰਭ ਹੋ ਗਈ। ਜਗਜੀਤ ਨੇ ਇੱਕ ਮਾਨੋਂ ਮੰਨੇ ਪਰਮੰਨੇ ਰਹੀ ਸਰਦਾਰ ਜੋਗਿੰਦਰ ਸਿੰਘ ਦੇ ਘਰ ਢੁਕਣਾ ਸੀ। ਭਰਾ ਦੇ ਵਿਆਹ ਲਈ ਸਾਰਾ ਪ੍ਰਬੰਧ ਮਾਇਆ ਨਹੀਂ ਕਰਨਾ ਸੀ। ਘਰ 'ਚ ਹੋਰ ਕੋਈ ਜਨਾਨੀ ਹੈ ਹੀ ਨਹੀਂ ਸੀ। ਉਹ ਭਰਾ ਦੇ ਵਿਆਹ ਦੀ ਖੁਸ਼ੀ 'ਚ ਕਬੂਤਰੀ ਵਾਂਗ ਅੰਦਰ ਬਾਹਰ ਗੁਟਕਦੀ ਫਿਰਦੀ ਸੀ। ਜਸਵੰਤ ਸਿੰਘ ਵੀ ਅੱਜ ਕੱਲ੍ਹ ਬਹੁਤਾ ਸਹੁਰੇ ਘਰ ਹੀ ਰਹਿੰਦਾ ਸੀ। ਅਖੀਰ ਨੀਅਤ ਸਮੇਂ ਬੜੀ ਸੱਜ ਧੱਜ ਨਾਲ ਜਗਜੀਤ ਦੀ ਜੰਝ ਚੜੀ। ਬਟਾਲੇ ਦੇ ਲੋਕਾਂ ਨੇ ਜੰਝ ਦੀ ਆਓ ਭਗਤ ਕਰਨ 'ਚ ਕਮਾਲ ਕਰ ਦਿੱਤੀ। ਦੂਜੇ ਦਿਨ ਅੰਮ੍ਰਿਤ ਵੇਲੇ ਆਸਾ ਦੀ ਵਾਰ ਦੇ ਭੋਗ ਤੋਂ ਬਾਅਦ ਵਹੁਟੀ ਲਾੜੇ ਤੇ ਲਾਵਾਂ ਫੇਰੇ ਹੋਏ ਤੇ ਸਮੇਂ ਅਨੁਸਾਰ ਡੋਲੀ ਲੈ ਕੇ ਜੰਝ ਵਿਦਾ ਹੋਈ। ਮਾਇਆ ਨੇ ਬੜੇ ਚਾਈਂ ਭਰਜਾਈ ਦਾ ਸਵਾਗਤ ਕੀਤਾ। ਜਗਜੀਤ ਦੀ ਵਹੁਟੀ ਦਾ ਨਾਮ ਬਲਵੰਤ ਕੌਰ ਸੀ, ਜਿਹਦੀ ਉਮਰ 15 ਵਰ੍ਹਿਆਂ ਦੀ ਸੀ। ਰੰਗ ਗੋਰਾ, ਕੱਦ ਸਰੂ ਵਰਗਾ ਤੇ ਉਹਦੀ ਜ਼ਬਾਨ 'ਚ ਹੱਦ ਦਰਜੇ ਦੀ ਮਿਠਾਸ ਸੀ। ਦਾਜ ਦੀਆਂ ਚੀਜ਼ਾਂ 'ਚ ਮਾਇਆ ਨੇ ਵੇਖਿਆ ਕਿ ਹੋਰ ਅਨੇਕਾਂ ਚੀਜ਼ਾਂ ਤੋਂ ਛੁੱਟ ਇੱਕ ਬੜਾ ਸੋਹਣਾ ਤੇ ਕੀਮਤੀ ਹਾਰਮੋਨੀਅਮ ਵਾਜਾ ਵੀ ਹੈ। ਅਮਲੀ ਨੂੰ ਅਫੀਮ ਹੀ ਚੰਗੀ ਲੱਗਦੀ ਹੈ। ਮਾਇਆ ਇਸ ਸੋਹਣੇ ਵਾਜੇ ਨੂੰ ਵੇਖ ਕੇ ਖੁਸ਼ੀ ਨਾਲ ਕੱਪੜਿਆਂ ਤੋਂ ਬਾਹਰ ਹੋ ਗਈ। ਇਹਦੇ ਨਾਲ ਹੀ ਆਪ ਮੁਹਾਰੇ ਉਹਦਾ ਹਾਸਾ ਨਿਕਲ ਗਿਆ। ਉਹਦੇ ਦਿਲ 'ਚ ਖਿਆਲ ਆਇਆ, ਹਾਣੀਆਂ ਨੂੰ ਹਾਣ ਹੀ ਮਿਲਦੇ ਆ। ਮੈਨੂੰ ਵੀ ਪੇਕਿਆਂ ਮਤਲਬ ਜਗਜੀਤ ਹੋਰਾਂ ਨੇ ਦਾਜ ਵਿੱਚ ਉਹੀ ਮੇਰੇ ਵਾਲਾ ਬੇਲਾ ਦਿੱਤਾ ਸੀ ਤੇ ਉਧਰੋਂ ਭਰਜਾਈ ਦਾ ਇੱਕ ਹੋਰ ਸਾਜ਼ ਆ ਗਿਆ। ਚਲੋ ਘਰ ਹੀ ਰਾਗੀਆਂ ਦਾ ਬਣ ਗਿਆ। ਅੰਗ 13ਵਾਂ। ਕੁਝ ਦਿਨ ਬਾਅਦ ਮੁਕਲਾਵਾ ਆ ਗਿਆ। ਜਗਜੀਤ ਨੂੰ ਵੀ ਵਿਆਹ ਦੀਆਂ ਬੜੀਆਂ ਉਮੰਗਾਂ ਸਨ। ਵਹੁਟੀ ਵੀ ਰੱਬ ਨੇ ਚੰਦ ਦਾ ਟੁਕੜਾ ਦਿੱਤੀ ਸੀ। ਮਾਇਆ ਤਾਂ ਹਰ ਵੇਲੇ ਭਰਜਾਈ ਤੋਂ ਘੋਲੀ ਸਦਕੇ ਹੁੰਦੀ ਰਹਿੰਦੀ ਸੀ। ਮਾਇਆ ਤੇ ਜਸਵੰਤ ਸਿੰਘ ਲਈ ਇਸ ਤੋਂ ਵੱਧ ਖੁਸ਼ੀ ਸੰਸਾਰ 'ਚ ਹੋਰ ਕਿਹੜੀ ਸੀ। ਇਹ ਦੋ ਚਿਰੀ ਵਿਛੁੰਨੀਆਂ ਰੂਹਾਂ ਮਿਲੀਆਂ ਤੇ ਮਿਲੀਆਂ ਵੀ ਐਸੇ ਸੁਭਾਵਨੇ ਢੰਗ ਨਾਲ ਜਿਹਨੂੰ ਵੇਖ ਕੇ ਲੋਕੀ ਉਹਨਾਂ ਦੇ ਭਾਗਾਂ ਨੂੰ ਸਲਾਹੁੰਦੇ ਰੱਜਦੇ ਨਹੀਂ ਸੀ। ਪਰ ਦੂਜੀ ਜੋੜੀ ਵੀ ਮਿਲ ਕੇ ਕਿੰਨੀ ਕੁ ਸੁਖੀ ਹੋਈ, ਸਾਡੇ ਲਈ ਇਹ ਜਾਣਨਾ ਬਾਕੀ ਹੈ। ਜਸਵੰਤ ਤੇ ਜਗਜੀਤ ਅੱਗੇ ਹੀ ਇੱਕ ਜੋਤ ਤੇ ਦੋ ਮੂਰਤਾਂ ਸਨ। ਹੁਣ ਤਾਂ ਉਹ ਇੱਕੋ ਟੱਬਰ ਦੇ ਬੰਦੇ ਹੋ ਗਏ ਸਨ। ਇਹਨਾਂ ਦਿਨਾਂ 'ਚ ਜਸਵੰਤ ਸਿੰਘ ਦੇ ਦਿਲ 'ਚ ਹਰ ਵੇਲੇ ਇੱਕ ਤਰ੍ਹਾਂ ਦੀ ਖੁਦਕੁਤੀ ਜਿਹੀ ਲੱਗੀ ਰਹਿੰਦੀ ਸੀ। ਇੱਕ ਦਿਨ ਰਾਤ ਨੂੰ ਜਦ ਜਸਵੰਤ ਸਿੰਘ ਤੇ ਮਾਇਆ ਆਪਣੇ ਕਮਰੇ 'ਚ ਬੈਠੇ ਸਨ ਤਾਂ ਅਚਾਨਕ ਹੀ ਜਸਵੰਤ ਸਿੰਘ ਦਾ ਧਿਆਨ ਕਿਸੇ ਹੋਰ ਪਾਸੇ ਚਲਾ ਗਿਆ ਤੇ ਉਹਦਾ ਚਿਹਰਾ ਗੰਭੀਰ ਹੋ ਗਿਆ। ਮਾਇਆ ਉਹਦਾ ਇਹ ਰੰਗ ਢੰਗ ਵੇਖ ਕੇ ਬੜੀ ਹੈਰਾਨ ਹੋਈ ਤੇ ਉਹਦੀਆਂ ਅੱਖਾਂ 'ਚ ਅੱਖਾਂ ਕੱਢ ਕੇ ਕੁਝ ਚਿਰ ਉਹਦੇ ਚਿਹਰੇ ਵੱਲ ਵੇਖਦੀ ਰਹੀ। ਫਿਰ ਬੋਲੀ, ਕੀ ਸੋਚ ਰਹੇ ਹੋ? ਕਿਸੇ ਸਹੇਲੀ ਦੀ ਯਾਦ ਆ ਗਈ? ਜਸਵੰਤ ਸਿੰਘ ਨੇ ਹੱਸ ਕੇ ਕਿਹਾ, ਉਹ ਤੈਨੂੰ ਤੇ ਹਰ ਵੇਲੇ ਸਹੇਲੀਆਂ ਦੇ ਸੁਪਨੇ ਆਉਂਦੇ ਨੇ ਤੇ ਫਿਰ ਹੋਰ ਕੀ ਹੈ? ਤੁਸੀਂ ਜੋ ਗੱਲਾਂ ਕਰਦੇ ਸੋਚਾਂ 'ਚ ਪੈ ਗਏ ਹੋ। ਮੈਨੂੰ ਜਗਜੀਤ ਦੇ ਬਾਰੇ ਕੋਈ ਖਿਆਲ ਬੇਚੈਨ ਕਰ ਰਿਹਾ ਹੈ। ਭਰਾ ਦੇ ਬਾਰੇ? ਕੀ? ਇਹੋ ਕਿ ਜਦੋਂ ਦਾ ਉਹਦਾ ਵਿਆਹ ਹੋਇਆ ਵੇਖਦਾ ਹਮੇਸ਼ਾ ਉਹਦੇ ਚਿਹਰੇ ਤੇ ਉਦਾਸੀ ਛਾਈ ਰਹਿੰਦੀ ਹੈ। ਮੈਂ ਕਈ ਵਾਰੀ ਉਤੋਂ ਇਹਦਾ ਕਾਰਨ ਪੁੱਛਣ ਦਾ ਖਿਆਲ ਕੀਤਾ ਪਰ ਅੱਜ ਤੱਕ ਪੁੱਛ ਨਹੀਂ ਸਕਿਆ। ਮਾਇਆ ਸੁਣ ਕੇ ਕੁਝ ਚਿਰ ਚੁੱਪ ਰਹੀ। ਫਿਰ ਬੋਲੀ, ਇਹ ਗੱਲ ਤਾਂ ਮੈਂ ਅੱਗੇ ਹੀ ਤੁਹਾਨੂੰ ਕਹਿਣ ਵਾਲੀ ਸਾਂ। ਭਰਾ ਮੇਰੇ ਨਾਲ ਤਾਂ ਮੁੱਢ ਤੋਂ ਹੀ ਬੜਾ ਹੀ ਪਿਆਰ ਕਰਦਾ ਹੈ। ਹੁਣ ਵੀ ਮੈਨੂੰ ਤੱਕ ਕੇ ਜਿਉਂਦਾ ਹੈ, ਅੱਗੇ ਵਾਂਗ ਹੀ ਮਿਲਦਾ ਗਿਲਦਾ ਹੈ। ਪਰ ਮੈਨੂੰ ਇਉਂ ਕੁਝ ਜਾਪਦਾ ਜਿਕਣ ਉਹ ਧਿੰਗੋ ਜੋਰੀ ਹੱਸਣ ਖੇਡਣ ਦਾ ਸਾਂਗ ਬਣਾ ਕੇ ਗੱਲਬਾਤ ਕਰਦਾ ਹੈ। ਇਹ ਹਾਸਾ ਠੱਠਾ ਉਹਦੇ ਅੰਦਰੋਂ ਨਹੀਂ ਨਿਕਲਦਾ। ਪਰ ਤੂੰ ਕਦੀ ਸੋਚਿਆ ਨਹੀਂ ਜੋ ਇਹਦੀ ਕੀ ਵਜ੍ਹਾ ਹੈ? ਪਹਿਲਾਂ ਕੁਝ ਦਿਨ ਤਾਂ ਮੈਂ ਐਡੀ ਪਰਵਾਹ ਨਹੀਂ ਸੀ ਕੀਤੀ। ਮੇਰਾ ਖਿਆਲ ਸੀ ਖੌਰੇ ਭਰਜਾਈ ਨਾਲ ਬੋਲ ਚਾਲ ਹੋ ਪਈ ਹੋਏਗੀ। ਪਰ ਉਸ ਤੋਂ ਬਾਅਦ ਰੋਜ਼ ਹੀ ਇਹੋ ਹਾਲ ਵੇਖ ਕੇ ਮੈਨੂੰ ਪੂਰਾ ਸ਼ੱਕ ਪੈ ਗਿਆ ਕਿ ਇਹਦਾ ਕੋਈ ਨਾ ਕੋਈ ਸਬੱਬ ਜ਼ਰੂਰ ਹੈ। ਨਾਲੇ ਕੀ, ਇੱਕ ਗੱਲ ਹੋਰ। ਉਹ ਕੀ? ਭਰਜਾਈ ਵੀ ਜਿੱਦਣ ਦੀ ਆਈ ਹੈ ਉਹਦਾ ਰੰਗ ਢੰਗ ਵੀ ਮੈਨੂੰ ਬੜਾ ਅਜੀਬ ਮਾਲੂਮ ਹੁੰਦਾ ਹੈ। ਉਹ ਮੇਰੇ ਨਾਲ ਹੱਦੋਂ ਵੱਧ ਪਿਆਰ ਕਰਦੀ ਹੈ ਪਰ ਉਦਾਸੀ ਤਾਂ ਉਹਦੇ ਚਿਹਰੇ ਤੋਂ ਕਦੇ ਹਟਦੀ ਹੀ ਨਹੀਂ। ਜਦੋਂ ਕਦੇ ਭਰਾ ਉਹਦੇ ਸਾਹਮਣੇ ਆ ਜਾਂਦਾ ਤੇ ਮੈਨੂੰ ਸੱਦਰ ਜੂ ਆਉਂਦੀ ਹੈ ਛੇੜਛਾੜ ਕਰਨ ਦੀ। ਹਾਸੇ ਮਸ਼ਕਰੀ ਨਾਲ ਬਥੇਰਾ ਕੁਝ ਕਹਿੰਦੀ ਆ ਪਰ ਉਹ ਦੋਵੇਂ ਤਾਂ ਇੱਕ ਦੂਜੇ ਦੇ ਸਾਹਮਣੇ ਅੱਖ ਹੀ ਉੱਚੀ ਨਹੀਂ ਕਰਦੇ। ਜਸਵੰਤ ਸਿੰਘ ਦੇ ਸ਼ੱਕ ਨਿਸ਼ਚੇ 'ਚ ਬਦਲ ਗਿਆ। ਉਹਨੂੰ ਤੇ ਮਾਇਆ ਨੂੰ ਮਜ਼ਾਕ ਮਸ਼ਕਰੀ ਸਭ ਭੁੱਲ ਗਈ ਤੇ ਦੋਵੇਂ ਕਿੰਨਾ ਚਿਰ ਡੂੰਘੀਆਂ ਸੋਚਾਂ 'ਚ ਡੁੱਬੇ ਰਹੇ।
ਦੂਜੇ ਦਿਨ ਸਵੇਰੇ ਉੱਠ ਕੇ ਇਸ਼ਨਾਨ ਪਾਣੀ ਤੋਂ ਵਿਹਲੇ ਹੋ ਕੇ ਜਦ ਜਸਵੰਤ ਸਿੰਘ ਤੇ ਜਗਜੀਤ ਚਾਹ ਪੀਣ ਬੈਠੇ ਤਾਂ ਜਸਵੰਤ ਨੇ ਗੱਲ ਛੇੜਨ ਦਾ ਇਹ ਚੰਗਾ ਮੌਕਾ ਜਾਣ ਕੇ ਪੁੱਛਿਆ, ਹਾਂ ਸਰ ਜਗਜੀਤ, ਕੱਲ ਮਾਇਆ ਨੇ ਦੱਸਿਆ ਸੀ ਕਿ ਭਰਜਾਈ ਪੇਕੇ ਜਾਣ ਨੂੰ ਕਹਿੰਦੀ ਹੈ, ਕੀ ਗੱਲ ਹੈ ਇੰਨੀ ਜਲਦੀ? ਜਗਜੀਤ ਨੇ ਬੇਪਰਵਾਹੀ ਨਾਲ ਕਿਹਾ, ਆਹੋ ਉਹ ਕਹਿੰਦੀ ਸੀ, ਖਤ ਆਇਆ ਸੀ, 5-4 ਦਿਨਾਂ ਨੂੰ ਭਰਾ ਲੈਣ ਆਏਗਾ ਸੂ, ਮੈਂ ਜਿੱਦਣ ਆਏਗਾ ਤੋਰ ਦਿਆਂਗੇ। ਪਰ ਤੂੰ ਉਹਨੂੰ ਕਿਹਾ ਨਹੀਂ ਕਿ ਕੁਛ ਦਿਨ ਹੋਰ ਟਿਕੀ ਰਹੇ, ਆਇਆ ਜੇ ਕਿਹੜੇ ਬਹੁਤੇ ਦਿਨ ਹੋਏ ਸੂ? ਨਹੀਂ, ਮੈਂ ਤਾਂ ਇਸ ਬਾਰੇ ਕੁਝ ਨਹੀਂ ਕਿਹਾ, ਨਾਲੇ ਕਹਿਣ ਦਾ ਫਾਇਦਾ ਵੀ ਕੀ ਜਦ ਉਹਨੇ ਜਾਣਾ ਹੀ ਹੈ। ਜਗਜੀਤ, ਤੇਰੀਆਂ ਗੱਲਾਂ ਤੋਂ ਤਾਂ ਮੈਨੂੰ ਇਉਂ ਮਾਲੂਮ ਹੁੰਦਾ ਹੈ ਜਿਕਣ ਤੈਨੂੰ ਇਸ ਮਾਮਲੇ 'ਚ ਕੋਈ ਦਿਲਚਸਪੀ ਨਹੀਂ। ਜਗਜੀਤ ਨੇ ਇਸ ਗੱਲ ਦਾ ਕੋਈ ਉੱਤਰ ਨਾ ਦਿੱਤਾ। ਜਸਵੰਤ ਸਿੰਘ ਫਿਰ ਬੋਲਿਆ, ਤਾਂ ਕਿ ਇਸ ਬਾਰੇ 'ਚ ਗੱਲਬਾਤ ਕਰਨੀ ਕਿਸੇ ਹੋਰ ਦਾ ਕੰਮ ਹੈ? ਕੀ ਪਤਾ ਕਿਸੇ ਹੋਰ ਦਾ ਹੀ ਹੋਵੇ, ਕੀ ਬੁਝਾਰਤਾ ਪਾ ਰਿਹਾ, ਸਿੱਧੀ ਗੱਲ ਕਿਉਂ ਨਹੀਂ ਕਰਦਾ? ਜਗਜੀਤ, ਤੂੰ ਮੇਰੇ ਪਾਸੋਂ ਕਦੀ ਕੋਈ ਗੱਲ ਨਹੀਂ ਸੀ ਲੁਕਾਈ। ਜਗਜੀਤ ਨੇ ਵੇਖਿਆ ਜਸਵੰਤ ਸਿੰਘ ਦੇ ਚਿਹਰੇ ਤੇ ਗੁੱਸੇ ਦੀ ਝਲਕ ਆ ਗਈ। ਉਹਨੇ ਪਿਆਰ ਨਾਲ ਕਿਹਾ, ਤੇ ਹੁਣ ਮੈਂ ਕਦੋਂ ਤੇਥੋਂ ਕੋਈ ਗੱਲ ਲੁਕਾਈ ਹੈ? ਜਗਜੀਤ, ਮੈਂ ਆਣਾ ਬਾਲਕ ਨਹੀਂ ਆ, ਮੈਂ ਅੱਜ ਕਈ ਦਿਨਾਂ ਤੋਂ ਤੇਰੇ ਚਿਹਰੇ ਦੇ ਉਤਾਰ ਚੜਾਅ ਵੇਖ ਰਿਹਾ। ਮੇਰਾ ਖਿਆਲ ਸੀ ਕਿ ਤੂੰ ਆਪ ਹੀ ਮੈਨੂੰ ਇਹਦਾ ਸਬਬ ਦੱਸ ਦੇਂਗਾ, ਪਰ ਅਖੀਰ ਲਾਚਾਰ ਹੋ ਕੇ ਮੈਨੂੰ ਖੁਦ ਹੀ ਪੁੱਛਣਾ ਪਿਆ। ਜਗਜੀਤ ਨੇ ਇੱਕ ਠੰਡਾ ਸਾਹ ਭਰਿਆ ਤੇ ਫਿਰ ਬੋਲਿਆ, ਜਸਵੰਤ, ਤੂੰ ਸੋਚਦਾ ਹੋਏਗਾ ਵਿਆਹ ਕਰਾ ਕੇ ਜਗਜੀਤ ਸੁਖੀ ਹੋ ਗਿਆ, ਪਰ ਮੈਂ ਨਹੀਂ ਸਮਝਦਾ ਜੋ ਕਿਹੜੀ ਚੰਦਰੀ ਘੜੀ ਮੇਰੇ ਲਗਨ ਉਸ ਨਾਲ ਮਿਲਾਏ ਗਏ। ਜਸਵੰਤ, ਮੈਂ ਬੜਾ ਦੁਖੀ ਹਾਂ। ਕਹਿੰਦਿਆਂ ਉਹਦੀਆਂ ਅੱਖਾਂ 'ਚ ਅੱਥਰੂ ਆ ਗਏ। ਮੇਰਾ ਜਗਜੀਤ ਆਪਣੇ ਦਿਲ 'ਚ ਇੰਨੀ ਭਿਆਨਕ ਅੱਗ ਦਬਾਈ ਬੈਠਾ, ਇਸ ਗੱਲ ਦਾ ਜਸਵੰਤ ਸਿੰਘ ਨੂੰ ਸੁਪਨੇ ਵਿੱਚ ਵੀ ਖਿਆਲ ਨਹੀਂ ਸੀ। ਉਹਦਾ ਖਿਆਲ ਸੀ ਐਵੇਂ ਮਾਮੂਲੀ ਲੜਾਈ ਝਗੜਾ ਵਹੁਟੀ ਨਾਲ ਹੋ ਪਿਆ ਹੋਏਗਾ। ਜਸਵੰਤ ਸਿੰਘ ਦਾ ਦਿਲ ਦਹਿਲ ਗਿਆ। ਉਹ ਬੋਲਿਆ, ਮੈਂ ਹੈਰਾਨ ਹਾਂ ਕਿ ਤੂੰ ਹੁਣ ਤੱਕ ਮੇਰੇ ਅੱਗੇ ਇਸ ਗੱਲ ਦਾ ਜ਼ਿਕਰ ਕਿਉਂ ਨਹੀਂ ਕੀਤਾ? ਅੱਛਾ ਦੱਸ, ਕੀ ਗੱਲ ਹੈ? ਗੱਲ ਜਸਵੰਤ, ਕੀ ਦੱਸਾਂ? ਪਤਾ ਨਹੀਂ ਮੇਰੀ ਗੱਲ ਸੁਣ ਕੇ ਤੂੰ ਮੈਨੂੰ ਬੇਵਕੂਫ ਕਹੇਂਗਾ ਜਾਂ ਕੁਝ ਹੋਰ। ਮੈਂ ਤੈਨੂੰ ਸਾਫ਼-ਸਾਫ਼ ਹੀ ਦੱਸ ਦਿੰਦਾ। ਗੱਲ ਇਹ ਹੈ ਕਿ ਬਲਵੰਤ ਕੌਰ ਨੇ ਜਿਸ ਵੇਲੇ ਦਾ ਡੋਲੀ 'ਚੋਂ ਪੈਰ ਕੱਢਿਆ, ਉਸੇ ਘੜੀ ਤੋਂ ਮੈਂ ਉਹਦਾ ਰੰਗ ਢੰਗ ਬੜੀ ਗੌਰ ਨਾਲ ਅੱਜ ਤੱਕ ਵੇਖ ਰਿਹਾ, ਪਰ ਮੈਂ ਉਹਦੇ ਦਿਲ ਦੀ ਹਾਥ ਅੱਜ ਤੱਕ ਨਹੀਂ ਲੈ ਸਕਿਆ। ਪਰ ਉਹਦੇ ਰੰਗ ਢੰਗ ਤੋਂ ਤੇਰਾ ਦਿਲ ਕੀ ਸ਼ਾਦੀ ਦਿੰਦਾ? ਮੈਂ ਹੈਰਾਨ ਹਾਂ ਕਿ ਤੂੰ ਹੁਣ ਤੱਕ ਮੇਰੇ ਅੱਗੇ ਇਸ ਗੱਲ ਦਾ ਜ਼ਿਕਰ ਤੱਕ ਨਹੀਂ ਕੀਤਾ। ਜਗਜੀਤ ਫਿਰ ਚੁੱਪ ਹੋ ਗਿਆ। ਚੋਖਾ ਚਿਰ ਸੋਚ ਕੇ ਬੋਲਿਆ, ਇਹਦਾ ਮੈਂ ਕੀ ਜਵਾਬ ਦਿਆਂ? ਮੂੰਹ ਛੋਟਾ, ਗੱਲ ਵੱਡੀ। ਹਾਂ ਦੱਸ ਛੇਤੀ ਕਰ। ਮੈਨੂੰ ਮਾਲੂਮ ਹੁੰਦਾ ਹੈ ਕਿ ਉਹਦੀ ਮੁਹੱਬਤ ਕਿਸੇ ਹੋਰ ਨਾਲ ਹੈ। ਜਸਵੰਤ ਸਿੰਘ ਨੂੰ ਮਾਨੋ ਕਿਸੇ ਨੇ ਪਹਾੜ ਤੋਂ ਧੱਕਾ ਦੇ ਦਿੱਤਾ। ਉਹ ਤਰਬ ਕੇ ਬੋਲਿਆ, ਹੈ ਹੋਰ ਕਿਸੇ ਨਾਲ ਮੁਹੱਬਤ? ਜਗਜੀਤ, ਇਹ ਤੂੰ ਕੀ ਕਹਿ ਰਿਹਾ? ਜਸਵੰਤ, ਮੈਂ ਤੈਨੂੰ ਇਸੇ ਕਰਕੇ ਹੁਣ ਤੱਕ ਇਹ ਗੱਲ ਨਹੀਂ ਸੀ ਦੱਸੀ। ਮੈਂ ਚਾਹੁੰਦਾ ਸੀ ਮੇਰਾ ਇਸ ਸ਼ੱਕ ਜਦ ਤੱਕ ਸ਼ੱਕ ਹੈ ਤਦ ਤੱਕ ਇਹ ਨਿਸ਼ਚਿਤ ਨਾ ਬਦਲ ਜਾਏ, ਮੈਂ ਤੈਨੂੰ ਨਹੀਂ ਦੱਸਾਂਗਾ। ਪਰ ਹੁਣ ਮੈਨੂੰ ਇਸ 'ਚ ਜ਼ਰਾ ਵੀ ਸ਼ੱਕ ਨਹੀਂ, ਨਿਸ਼ਚੈ ਹੈ। ਇਹਦਾ ਸਬੂਤ ਸੁਣ ਲੈ। ਸਭ ਤੋਂ ਵੱਡਾ ਸਬੂਤ ਇਹ ਹੈ, ਜਦੋਂ ਵੀ ਮੈਂ ਉਹਨੂੰ ਵੇਖਦਾ ਉਹ ਕਿਸੇ ਖਿਆਲ 'ਚ ਗੁੰਮ ਰਹਿੰਦੀ ਹੈ। ਉਹਦੇ ਚਿਹਰੇ ਤੇ ਨਿਰਾਸ਼ਤਾ, ਬੇਵਸੀ, ਆਤਮ ਪੀੜ ਦੇ ਨਿਸ਼ਾਨ ਹਰ ਵੇਲੇ ਮੌਜੂਦ ਹੁੰਦੇ ਨੇ। ਉਹ ਮੇਰੇ ਨਾਲ ਪਿਆਰ ਕਰਦੀ ਹੈ, ਮਿੱਠੀਆਂ ਗੱਲਾਂ ਵੀ ਕਰਦੀ ਹੈ, ਮੇਰਾ ਆਦਰ ਸਤਿਕਾਰ ਵੀ ਕੁਝ ਘੱਟ ਨਹੀਂ ਕਰਦੀ, ਪਰ ਮੈਨੂੰ ਉਹਦਾ ਇਹ ਸਭ ਕੁਝ ਸਿਨੇਮਾ ਦੀ ਇੱਕ ਐਕਟਰੈਸ ਨਾਲੋਂ ਵੱਧ ਕੁਝ ਨਹੀਂ ਜਾਪਦਾ। ਉਹ ਆਪਣੇ ਅੰਦਰ ਦੀ ਅੱਗ ਨੂੰ ਜਿਉਂ-ਜਿਉਂ ਮੈਥੋਂ ਲੁਕਾਉਣ ਦਾ ਯਤਨ ਕਰਦੀ ਹੈ, ਤਿਉਂ-ਤਿਉਂ ਉਹਦੇ ਦਿਲ ਦਾ ਸ਼ੀਸ਼ਾ ਮੇਰੇ ਸਾਹਮਣੇ ਹੁੰਦਾ ਜਾਂਦਾ ਹੈ। ਜਸਵੰਤ, ਇਸ ਤੇ ਵੀ ਉਸ ਤੋਂ ਨਫ਼ਰਤ ਨਹੀਂ ਕਰ ਸਕਦਾ। ਉਹਦਾ ਪ੍ਰੇਮ ਮੈਨੂੰ ਪਾਗਲ ਬਣਾ ਰਿਹਾ, ਸਗੋਂ ਉਲਟਾ ਉਹਦੇ ਇਹ ਭਿਆਨਕ ਹਾਲਤ ਵੇਖ ਕੇ ਉਸ ਪ੍ਰਤੀ ਕਿਸੇ ਵੇਲੇ ਮੇਰਾ ਦਿਲ ਹਮਦਰਦੀ ਨਾਲ ਭਰ ਕੇ ਛਲਕਣ ਲੱਗ ਪੈਂਦਾ ਹੈ, ਕਿਉਂਕਿ ਉਹਦਾ ਚਿਹਰਾ ਇੰਨਾ ਭੋਲਾ ਹੈ, ਨਿਸ਼ਕਪਟਤਾ ਤੇ ਸਾਦਗੀ ਤਾਂ ਉਹਦਾ ਗਹਿਣਾ ਹੀ ਹੈ। ਉਹਨੂੰ ਵੇਖ ਕੇ ਉਹਦੀ ਵਰਤੋਂ ਵੱਲ ਤੱਕ ਕੇ ਤਾਂ ਮੇਰੇ ਦਿਲ 'ਚ ਕਦੇ ਫੁਰਨਾ ਵੀ ਨਹੀਂ ਫੁਰ ਸਕਦਾ ਕਿ ਉਹ ਕਿਹੋ ਜਿਹੀ ਹੈ। ਪਰ ਗੱਲ ਟੋਕ ਕੇ ਜਸਵੰਤ ਸਿੰਘ ਬੋਲਿਆ, ਹੋ ਸਕਦਾ ਉਹਦਾ ਖਿਆਲ ਸਤਸੰਗ ਜਾਂ ਭਜਨ ਬੰਦਗੀ ਵੱਲ ਵਧੇਰੇ ਹੋਵੇ, ਤੇ ਤੂੰ ਇਹਦਾ ਖਿਆਲ ਇਸ ਗੱਲ ਦਾ ਕਦੇ ਖਿਆਲ ਕੀਤਾ? ਖਿਆਲ ਹੀ ਨਹੀਂ ਕੀਤਾ, ਬਲਕਿ ਨਾਲੋਂ ਨਾਲ ਹੀ ਪਰਛਾਵੇਂ ਵਾਂਗ ਇਹ ਗੱਲ ਮੇਰੇ ਦਿਲ 'ਚ ਰਹਿੰਦੀ ਹੈ। ਜਦ ਕਿ ਮੈਂ ਵੇਖਦਾ ਹਰ ਰੋਜ਼ ਅੰਮ੍ਰਿਤ ਵੇਲੇ ਨਹਾ ਕੇ ਜਪਜੀ ਸਾਹਿਬ ਦਾ ਪਾਠ ਬੜੀ ਪ੍ਰੇਮ ਤੇ ਇਕਾਗਰਤਾ ਨਾਲ ਕਰਦੀ ਹੈ। ਤੈਨੂੰ ਪਤਾ, ਘਰ 'ਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ, ਉਸ ਤੋਂ ਬਾਅਦ ਉਹ ਮਹਾਰਾਜ ਦਾ ਪਾਠ ਵੀ ਕਰਦੀ ਹੈ। ਫਿਰ ਕਿੰਨਾ ਚਿਰ ਮੱਥਾ ਟੇਕ ਕੇ ਪਤਾ ਨਹੀਂ ਕੀ ਬੇਨਤੀਆਂ ਕਰਦੀ ਰਹਿੰਦੀ ਹੈ। ਇਸ ਤੋਂ ਵੱਧ ਆਏ ਕਿ ਉਹ ਹਮੇਸ਼ਾ ਹੀ ਸਤਸੰਗ ਤੇ ਸੰਤਾਂ ਮਹਾਤਮਾ ਦੀਆਂ ਗੱਲਾਂ ਕਰਦੀ ਰਹਿੰਦੀ ਹੈ। ਤਾਂ ਫਿਰ ਜਗਜੀਤ, ਮੈਂ ਸਮਝ ਗਿਆ ਤੇਰਾ ਇਹ ਖਿਆਲ ਇੰਨਾ ਹੀ ਗਲਤ ਹੈ ਜਿੰਨਾ ਕੋਈ ਦਿਨ ਨੂੰ ਰਾਤ ਕਹਿ ਦੇਵੇ। ਜਿਸ ਨੂੰ ਬਾਣੀ ਤੇ ਸਤਸੰਗ ਦੀ ਇੰਨੀ ਲਗਨ ਹੋਵੇ, ਗੁਰੂ ਘਰ ਦੇ ਇੰਨਾ ਭਾਰੀ ਸਿਦਕ ਹੋਵੇ, ਉਸ ਵੱਲ ਉਂਗਲ ਕਰਨੀ ਚੰਦਰਮਾ ਤੇ ਥੁੱਕਣਾ। ਜਗਜੀਤ ਥੋੜਾ ਚਿਰ ਚੁੱਪ ਰਹਿ ਕੇ ਬੋਲਿਆ, ਜਸਵੰਤ, ਮੈਂ ਵੀ ਇਆਣਾ ਨਹੀਂ ਹਾਂ, ਮੈਂ ਵੀ ਤੇਰੀ ਹੀ ਸੰਗਤ 'ਚ ਪਲਿਆ। ਜਿੰਨਾਂ ਗੱਲਾਂ ਨੂੰ ਤੂੰ ਹੁਣੇ 1 ਮਿੰਟ 'ਚ ਸੋਚ ਕੇ ਇਸ ਨਤੀਜੇ ਤੇ ਪਹੁੰਚ ਗਿਆ ਹੈ, ਤੇਰਾ ਖਿਆਲ ਹੈ ਕਿ ਇਹ ਗੱਲਾਂ ਮੇਰੇ ਦਿਲ 'ਚ ਕਦੇ ਨਹੀਂ ਆਈਆਂ ਹੋਣੀਆਂ? ਇੱਕ ਵਾਰੀ ਨਹੀਂ, ਸੈਂਕੜੇ ਵਾਰੀ।
ਪਰ ਇਸ ਤੋਂ ਉਚੇਰੀ ਇੱਕ ਹੋਰ ਵੀ ਗੱਲ ਹੈ ਜੋ ਸ਼ਾਇਦ ਤੇਰੇ ਖਿਆਲ 'ਚ ਅਜੇ ਤੱਕ ਨਹੀਂ ਆਈ ਹੋਣੀ। ਉਹ ਇਹ ਕਿ ਜਿਸ ਦੀ ਆਤਮਕ ਅਵਸਥਾ ਇੰਨੀ ਉੱਚੀ ਹੋਵੇ ਉਹਦੇ ਚਿਹਰੇ ਤੇ ਹਮੇਸ਼ਾ ਖੁਸ਼ੀ ਤੇ ਆਨੰਦ ਦੀ ਲਾਲੀ ਡਲਕਣੀ ਚਾਹੀਦੀ ਹੈ, ਨਾ ਕਿ ਉਦਾਸੀ ਤੇ ਫਿਕਰਾਂ ਦੀ ਜ਼ਰਦੀ। ਕੀ ਤੈਨੂੰ ਇਹ ਵਾਕ ਚੇਤੇ ਨਹੀਂ, ਜੋ ਰੱਤੇ ਰੰਗ ਏਕ ਕੇ ਨਾਨਕ ਗੂੜਾ ਰੰਗ। ਪਰ ਕੀ ਪਤਾ ਜੇ ਉਹ ਜਗਿਆਸੂ ਦੀ ਅਵਸਥਾ 'ਚ ਹੀ ਹੋਵੇ ਜਿਨ੍ਹਾਂ ਬਾਬਤ ਸ਼ੇਖ ਫਰੀਦ ਜੀ ਦਾ ਵਾਕ ਹੈ, ਫਰੀਦਾ ਦੁੱਖਾਂ ਸੇਤੀ ਦਿਉ ਗਿਆ ਸੂਲਾਂ ਸੇਤੀ ਰਾਤ, ਖੜਾ ਪੁਕਾਰੇ ਪਾਤਣੀ ਬੇੜਾ ਕੱਪਰਵਾਤ। ਇਹ ਠੀਕ ਹੈ, ਪਰ ਜੇ ਉਹਦੀ ਇਹ ਹਾਲਤ ਹੁੰਦੀ ਤਾਂ ਵੀ ਉਹ ਮੈਥੋਂ ਇਸ ਗੱਲ ਦਾ ਲੁਕਾ ਨਾ ਰੱਖਦੀ, ਤੇ ਇਸ ਵਿੱਚ ਲੁਕਾ ਵਾਲੀ ਹੈ ਹੀ ਕਿਹੜੀ ਗੱਲ। ਪਰ ਉਹ ਤਾਂ ਮੇਰਾ 1000 ਵਾਰੀ ਸਿਰ ਟਕਰਾਉਣ ਤੇ ਵੀ ਇੱਕ ਅੱਖਰ ਨਹੀਂ ਦੱਸਦੀ। ਤੇਰੇ ਪੁੱਛਣ ਤੇ ਉਹ ਕੀ ਉੱਤਰ ਦਿੰਦੀ ਹੈ? ਬਸ ਇਹੋ ਕਿ ਮੈਨੂੰ ਕਾਸੇ ਦੀ ਚਿੰਤਾ ਨਹੀਂ, ਐਵੇਂ ਤੁਹਾਨੂੰ ਵਹਿਮ ਹੈ, ਮੈਂ ਤਾਂ ਹਰ ਵੇਲੇ ਆਨੰਦ ਪ੍ਰਸੰਨ ਰਹਿੰਦੀ ਹਾਂ। ਇੱਥੇ ਆ ਕੇ ਜਸਵੰਤ ਸਿੰਘ ਨਿਰੁੱਤਰ ਹੋ ਗਿਆ। ਇਸ ਤੋਂ ਬਾਅਦ ਦੋਵੇਂ ਕਿੰਨਾ ਚਿਰ ਚੁੱਪ ਬੈਠੇ ਰਹੇ। ਜਸਵੰਤ ਸਿੰਘ ਬੋਲਿਆ, ਜਗਜੀਤ, ਉਹਦੇ ਦਿਲ 'ਚੋਂ ਭੇਤ ਕੱਢਣ ਤੋਂ ਪਹਿਲਾਂ ਉਹਦੇ ਚਾਲ ਚੱਲਣ ਉੱਤੇ ਇਹੋ ਜਿਹਾ ਇਲਜ਼ਾਮ ਲਾਣਾ ਠੀਕ ਨਹੀਂ। ਫਿਰ ਦੱਸ ਨਾ, ਇਹ ਭੇਦ ਕੀਕਣ ਨਿਕਲੇ? ਤੂੰ ਕਹਿੰਦਾ ਹੈ ਨਾ ਸੰਤਾਂ ਮਹਾਤਮਾ ਉੱਤੇ ਉਹਦੀ ਬੜੀ ਸ਼ਰਧਾ ਹੈ। ਆਹੋ। ਇਸ ਤੋਂ ਬਾਅਦ ਦੋਹਾਂ 'ਚ ਕਿੰਨਾ ਹੀ ਚਿਰ ਡੂੰਘੀਆਂ ਸਲਾਹਾਂ ਹੁੰਦੀਆਂ ਰਹੀਆਂ। ਧੰਨਵਾਦ। ਅੰਗ 14ਵਾਂ। ਇੱਕ ਦਿਨ ਦੀ ਗੱਲ ਹੈ, ਜਗਜੀਤ ਦਾ ਪਿਓ ਕੁਝ ਦਿਨਾਂ ਲਈ ਕਿਸੇ ਹੋਰ ਸ਼ਹਿਰ ਗਿਆ ਸੀ। ਬਲਵੰਤ ਕੌਰ ਰਾਤ ਨੂੰ ਚੋਖਾ ਚਿਰ ਪਤੀ ਦੀ ਉਡੀਕ 'ਚ ਬੈਠੀ ਰਹੀ ਤੇ 11 ਕੁ ਵਜੇ ਜਗਜੀਤ ਘਰ ਆਇਆ। ਬਲਵੰਤ ਕੌਰ ਨੇ ਪੁੱਛਿਆ, ਅੱਜ ਇੰਨਾ ਚਿਰ ਕਰਕੇ ਆਏ ਹੋ, ਕਿੱਥੇ ਚਲੇ ਗਏ ਸੀ? ਉਹ ਬੋਲੇ, ਅੱਜ ਮੇਲਾ ਰਾਮ ਦੇ ਤਲਾਅ ਤੇ ਮਹਾਤਮਾ ਦੇਵਦਾਸ ਜੀ ਦੀ ਔਂਦ ਸੁਣੀ ਸੀ, ਮੈਂ ਵੀ ਉੱਥੇ ਚਲਾ ਗਿਆ। ਮੈਂ ਆਖਿਆ ਬੜੇ ਚਿਰਾਂ ਪਿੱਛੋਂ ਆਏ ਨੇ, ਦਰਸ਼ਨ ਕਰ ਲਵਾਂ। ਬਲਵੰਤ ਕੌਰ ਜ਼ਰਾ ਉਤਸੁਕਤਾ ਦੇ ਭਾਵ ਨਾਲ ਬੋਲੀ, ਉਹ ਕੌਣ ਨੇ, ਕਿੱਥੇ ਰਹਿੰਦੇ ਨੇ, ਅੱਗੇ ਵੀ ਕਦੇ ਆਏ ਸਨ? ਉਹ ਹਰ ਦੂਜੇ ਤੀਜੇ ਸਾਲ ਵਿਸਾਖੀ ਦੇ ਮੌਕੇ ਆਇਆ ਕਰਦੇ ਨੇ, ਬੜੇ ਕਰਨੀ ਵਾਲੇ ਮਹਾਤਮਾ ਨੇ, ਭਜਨੀਕ ਵੀ ਹੱਦ ਦਰਜੇ ਦੇ ਨੇ, ਦਿਲ ਵਿੱਚ ਜੋ ਗੱਲ ਧਾਰ ਕੇ ਜਾਓ ਝੱਟ ਬੁੱਝ ਲੈਂਦੇ ਨੇ। ਬਾਗ ਵਿੱਚ ਤਿਲ ਸੁੱਟਣ ਨੂੰ ਥਾਂ ਨਹੀਂ ਸੀ। ਅੱਛਾ, ਜਨਾਨੀਆਂ ਵੀ ਗਈਆਂ ਸਨ? ਕੋਈ ਥੋੜੀਆਂ ਜੀਆਂ? ਉੱਥੇ ਜਨਾਨੀਆਂ ਦਾ ਧਰ ਨਹੀਂ ਸੀ ਪਾਇਆ ਜਾਂਦਾ, ਬੜੇ ਬੜੇ ਅਮੀਰ ਘਰਾਂ ਦੀਆਂ। ਪ੍ਰਸ਼ਨ ਲਾਉਣ 'ਚ ਲਾਸਾਨੀ ਤਾਂ ਤੇ ਜ਼ਰੂਰ ਉਹਨਾਂ ਦੇ ਦਰਸ਼ਨ ਕਰਨੇ ਚਾਹੀਦੇ ਨੇ। ਮੈਨੂੰ ਵੀ ਲੈ ਚੱਲੋ ਖਾਂ ਇੱਕ ਦਿਨ। ਪਰ ਉੱਥੇ ਤੇ ਇੰਨੀ ਭੀੜ ਹੁੰਦੀ ਹੈ ਕਿ ਉਹਨਾਂ ਦੇ ਪਾਸ ਜਾਣਾ ਕਿਸੇ ਬੜੇ ਹੌਸਲੇ ਵਾਲੇ ਦਾ ਕੰਮ ਹੈ। ਫਿਰ ਮੇਰੀ ਤਾਂ ਇਹ ਸਲਾਹ ਹੈ ਕਿ ਇੱਕ ਦਿਨ ਉਹਨਾਂ ਨੂੰ ਪ੍ਰਸ਼ਾਦ ਛਕਣ ਲਈ ਬੇਨਤੀ ਕਰੀਏ। ਮੇਰੇ ਨਾਲ ਤਾਂ ਉਂਝ ਹੀ ਉਹਨਾਂ ਦਾ ਬੜਾ ਪ੍ਰੇਮ ਹੈ। ਲੋਕਾਂ ਦੇ ਘਰ ਚਲੇ ਜਾਂਦੇ ਨੇ, ਕੁਝ ਪ੍ਰੇਮੀਆਂ ਤੋਂ ਛੁੱਟ ਹੋਰ ਕਿਸੇ ਦੇ ਘਰ ਨਹੀਂ ਜਾਂਦੇ। ਫਿਰ ਸਾਡੇ ਘਰ ਕੀਕਣ ਆਉਣਗੇ? ਤੈਨੂੰ ਦੱਸਿਆ ਹੈ ਤਾਏ ਜੋ ਮੇਰੇ ਨਾਲ ਉਹਨਾਂ ਦਾ ਬੜਾ ਪ੍ਰੇਮ ਹੈ, ਮੈਨੂੰ ਉਮੀਦ ਹੈ ਬੜੀ ਕਿ ਆ ਜਾਣਗੇ। ਚੰਗਾ, ਫਿਰ ਲੈ ਆਉਣਾ ਕਿਸੇ ਦਿਨ। ਕੁਝ ਸੋਚ ਕੇ ਕੱਲ ਹੀ ਲੈ ਆਉਣਾ ਖਾਂ? ਕੱਲ? ਅੱਛਾ, ਮੈਂ ਕੋਸ਼ਿਸ਼ ਕਰਾਂਗਾ। ਜੇ ਉਹਨਾਂ ਕਿਸੇ ਹੋਰ ਦੇ ਘਰ ਜਾਣ ਦਾ ਬਚਨ ਨਾ ਕੀਤਾ ਹੋਇਆ ਤੇ ਉਮੀਦ ਹੈ ਜ਼ਰੂਰ ਆਉਣ ਲਈ ਮਨਾ ਲਵਾਂਗਾ। ਕਿਹਾ ਚੰਗਾ ਹੁੰਦਾ ਜੇ ਹੁਣੇ ਹੀ ਕਹਿ ਆਉਂਦੇ। ਖਬਰੇ ਕੱਲ ਤੁਹਾਡੇ ਜਾਣ ਤੋਂ ਪਹਿਲਾਂ ਹੀ ਕੋਈ ਹੋਰ ਨਾਲ ਇਕਰਾਰ ਕਰ ਛੱਡਣ। ਪਹਿਲਾਂ ਪਤਾ ਹੁੰਦਾ ਤਾਂ ਕਹਿ ਹੀ ਆਉਂਦਾ। ਅੱਛਾ, ਮੈਂ ਹੁਣੇ ਜਾਣਾ ਵਾਂ। ਕੋਟ ਬੂਟ ਪਾ ਕੇ ਉਹ ਛੇਤੀ ਨਾਲ ਘਰੋਂ ਬਾਹਰ ਨਿਕਲ ਗਿਆ ਤੇ ਘੰਟੇ ਕੁ ਮਗਰੋਂ ਹੀ ਘਰ ਮੁੜ ਆਇਆ। ਬਲਵੰਤ ਕੌਰ ਅਜੇ ਤੱਕ ਬੈਠੀ ਸੀ। ਉਹਨੂੰ ਆਉਂਦਿਆਂ ਵੇਖ ਕੇ ਬੋਲੀ, ਕਹਿ ਆਇਓ? ਜਸਵੰਤ ਸਿੰਘ ਹੱਸਦਾ ਬੋਲਿਆ, ਕਹਿ ਛੱਡ ਕੇ ਮੈਂ ਮਨਾ ਵੀ ਆਇਆ। ਇੱਕ ਦੋ ਪ੍ਰੇਮੀ ਹੋਰ ਵੀ ਕਹਿ ਰਹੇ ਸਨ, ਪਰ ਮੈਂ ਤਾਂ ਉਹਨਾਂ ਦੇ ਗਲ ਦਾ ਹਾਰ ਹੀ ਬਣ ਗਿਆ, ਛੱਡਿਆ ਤਾਂ ਜੋ ਹਾਂ ਕਰਾ ਕੇ। ਦੂਜੇ ਦਿਨ ਸਵੇਰੇ ਬਲਵੰਤ ਕੌਰ ਅੱਗੇ ਨਾਲੋਂ ਕੁਝ ਸਵੇਰੇ ਉੱਠ ਬੈਠੀ। ਉਹਨੇ ਪਤੀ ਨੂੰ ਵੀ ਜਗਾ ਦਿੱਤਾ ਤੇ ਪੁੱਛਣ ਲੱਗੀ, ਸੰਤ ਕਿਹੜੇ ਵੇਲੇ ਆਣਗੇ? ਉਹ ਬੋਲਿਆ, ਪੂਰੇ 10 ਵਜੇ। ਇੰਨੇ ਨੂੰ ਬਾਹਰੋਂ ਮਾਇਆ ਵੀ ਅੰਦਰ ਆ ਗਈ। ਬਲਵੰਤ ਕੌਰ ਉਹਨੂੰ ਤੱਕ ਕੇ ਬੋਲੀ, ਕੁੜੇ, ਅੱਜ ਰਤਾ ਹਿੰਮਤ ਨਾਲ ਕੰਮ ਕਰਨਾ ਹੋਏਗਾ। ਤੁਹਾਨੂੰ ਪਤਾ ਹੈ ਸਾਡੇ ਘਰ ਅੱਜ ਸੰਤਾਂ ਰੋਟੀ ਖਾਣ ਆਉਣਾ ਹੈ। ਮਾਇਆ ਕਹਿਣ ਲੱਗੀ, ਮੈਨੂੰ ਅੱਗੇ ਹੀ ਪਤਾ ਹੈ। ਰਾਤੀ ਜਦੋਂ ਭਰਾ ਹੋਰੀ ਸੰਤਾਂ ਨੂੰ ਕਹਿ ਕੇ ਆਏ ਸਨ ਤਾਂ ਅਸੀਂ ਜਾਗਦੇ ਸਾਂ, ਉਹਨਾਂ ਸਾਨੂੰ ਵੀ ਦੱਸਿਆ ਸੀ। ਫਿਰ ਦੋਵੇਂ ਜਣੀਆਂ ਰਸੋਈ ਘਰ 'ਚ ਜਾ ਕੇ ਬੜੇ ਪ੍ਰੇਮ ਨਾਲ ਸਫਾਈ ਆਦਿ ਦਾ ਪ੍ਰਬੰਧ ਕਰਨ ਲੱਗੀਆਂ। ਇੰਨੇ ਨੂੰ ਅਚਾਨਕ ਹੀ ਜਗਜੀਤ ਬੋਲ ਉੱਠਿਆ, ਓਹੋ, ਕੰਮ ਤਾਂ ਬੜਾ ਖਰਾਬ ਹੋਇਆ। ਮਾਇਆ ਨੇ ਬੜੀ ਕਾਹਲੀ ਨਾਲ ਪੁੱਛਿਆ, ਕਿਉਂ ਭਰਾ? ਉਹ ਘਬਰਾਹਟ ਨਾਲ ਬੋਲਿਆ, ਮੇਰੀ ਤਾਂ ਅੱਜ ਕਚਹਿਰੀ ਤਰੀਕ ਹੈ, ਮੈਨੂੰ ਤਾਂ ਚੇਤਾ ਹੀ ਹੁਣ ਆਇਆ। ਮੁਸ਼ਕਲ ਇਹ ਹੈ ਕਿ ਉਸ ਮੁਕੱਦਮੇ 'ਚ ਜਸਵੰਤ ਸਿੰਘ ਦੀ ਵੀ ਗਵਾਹੀ ਹੈ। ਬਲਵੰਤ ਕੌਰ ਘਬਰਾ ਕੇ ਬੋਲੀ, ਤੇ ਸੰਤਾਂ ਦੀ ਰੋਟੀ ਦਾ ਕੀ ਬਣੇਗਾ? ਤੁਸੀਂ ਦੋਵੇਂ ਚਲੇ ਗਏ ਤੇ ਫਿਰ ਅਸੀਂ ਇਕੱਲੀਆਂ ਕੀ ਕਰਾਂਗੀਆਂ? ਕਿਹਾ ਮੁਕੱਦਮਾ ਇੱਕ ਦੋਸਤ ਦਾ, ਐਵੇਂ ਖਾਮ ਖਾ ਦਾ ਉਹਨੇ ਸਾਨੂੰ ਦੋਹਾਂ ਨੂੰ ਮੌਕੇ ਦੇ ਗਵਾਹ ਤਲਬ ਕਰਾਇਆ। ਫਿਰ ਹੁਣ ਕੀ ਬਣੇਗਾ? ਸੰਤਾਂ ਨੂੰ ਹੁਣ ਜਵਾਬ ਵੀ ਨਹੀਂ ਦਿੱਤਾ ਜਾ ਸਕਦਾ। ਬੜਾ ਮਾੜਾ ਹੋਇਆ, ਪਹਿਲਾਂ ਖਿਆਲ ਹੀ ਨਾ ਰਿਹਾ। ਇੱਕ ਦਿਨ ਹੋਰ ਠਹਿਰ ਜਾਂਦੇ। ਇੰਨੇ ਨੂੰ ਮਾਇਆ ਬਲਵੰਤ ਕੌਰ ਵੱਲ ਤੱਕ ਕੇ ਬੜੇ ਹੌਸਲੇ ਨਾਲ ਬੋਲੀ, ਕੋਈ ਡਰ ਨਹੀਂ ਭਰਜਾਈ, ਤੂੰ ਘਾਬਰ ਕਿਉਂ ਗਈ ਹੈ? ਰੋਟੀ ਖਵਾਉਣ 'ਚ ਕੋਈ ਊਠ ਘੋੜੇ ਲੱਦਣੇ ਨੇ? ਸੰਤ ਲੋਕ ਤਾਂ ਵਾਹਿਗੁਰੂ ਦਾ ਰੂਪ ਹੁੰਦੇ ਨੇ। ਇੱਕ ਆਦਮੀ ਨੂੰ ਰੋਟੀ ਖਵਾਉਣੀ ਕਿੱਡਾ ਕੁ ਔਖਾ ਕੰਮ ਹੈ। ਫਿਰ ਜਗਜੀਤ ਵੱਲ ਤੱਕ ਕੇ ਬੋਲੀ, ਭਰਾ,
ਤੁਸੀਂ ਬੇਸ਼ੱਕ ਚਲੇ ਜਾਣਾ, ਅਸੀਂ ਆਪੇ ਸੰਭਾਲ ਲਵਾਂਗੇ। ਬਲਵੰਤ ਕੌਰ ਦੇ ਦਿਲ ਨੂੰ ਧੀਰਜ ਹੋਈ ਤੇ ਫਿਰ ਉਸੇ ਉਤਸ਼ਾਹ ਨਾਲ ਕੰਮ 'ਚ ਲੱਗ ਗਈ। ਜਗਜੀਤ ਕੱਪੜੇ ਪਾ ਕੇ ਬਾਹਰ ਚਲਾ ਗਿਆ। ਧੰਨਵਾਦ। ਅੰਗ 15ਵਾਂ। 11 ਵਜਦਿਆਂ ਤੱਕ ਦੋਵਾਂ ਨਨਾਣ ਭਰਜਾਈ ਨੇ ਰਸੋਈ ਦਾ ਕੁੱਲ ਕੰਮ ਟਿਚਨ ਕਰ ਦਿੱਤਾ। ਰਸੋਈ ਘਰ ਦੀ ਸ਼ੋਭਾ ਅੱਜ ਵੇਖਣ ਨੂੰ ਯੋਗ ਸੀ। ਕੰਧਾਂ ਫਰਸ਼ਾਤ ਪਰ ਕਿਤੇ ਮਿੱਟੀ ਘੱਟੇ ਦਾ ਨਾਮ ਨਹੀਂ ਸੀ। ਸਭ ਭਾਂਡੇ ਅਲਮਾਰੀਆਂ ਤੇ ਫੱਟੀਆਂ ਤੇ ਸਜੇ ਸ਼ੀਸ਼ੇ ਵਾਂਗ ਚਮਕ ਰਹੇ ਸਨ। ਦੋਵਾਂ ਕੁੜੀਆਂ ਨੇ ਸੁਘੜਤਾ ਦੀ ਸ਼ਾਦੀ ਦੇ ਰਹੀਆਂ ਸਨ। ਹੁੰਦਿਆਂ 11:30 ਵੱਜ ਗਏ। ਬਲਵੰਤ ਕੌਰ ਦਾ ਦਿਲ ਧੜਕ ਰਿਹਾ ਸੀ। ਸੋਚਦੀ ਸੀ ਖਬਰੇ ਮਹਾਤਮਾ ਦੀ ਮਾਨ ਪ੍ਰਤਿਸ਼ਠਾ ਦੇ ਅਨੁਕੂਲ ਸੇਵਾ ਟਹਿਲ ਅਸੀਂ ਅਲੜਾਂ ਤੋਂ ਹੋ ਸਕੇ ਕਿ ਨਾ। ਉਹ ਜਿਹੀ ਗੱਲਾਂ ਸੋਚ ਰਹੀਆਂ ਸੀ ਜੇ ਇੰਨੇ ਨੂੰ ਮਾਇਆ ਦੇ ਸਹੁਰੇ ਘਰ ਦਾ ਨੌਕਰ ਆਇਆ ਤੇ ਬਲਵੰਤ ਕੌਰ ਨੂੰ ਕਹਿਣ ਲੱਗਾ, ਮਾਈ ਹੋਰਾ ਮਾਇਆ ਦੀ ਸੱਸ ਨੇ ਕਿਹਾ ਹੈ ਕਿ ਬੀਬੀ ਛੇਤੀ ਘਰ ਆਵੇ, ਇੱਕ ਜ਼ਰੂਰੀ ਕੰਮ ਹੈ, ਅੱਧੇ ਘੰਟੇ ਤੱਕ ਮੁੜ ਆਏਗੀ। ਬਲਵੰਤ ਕੌਰ ਇਹ ਸੁਨੇਹਾ ਸੁਣ ਕੇ ਠਠੰਬਰ ਗਈ। ਜੋ ਹੁਣ ਕੀ ਬਣੇਗਾ, ਮੈਂ ਇਕੱਲੀ ਕੀ ਕਰਾਂਗੀ। ਤੇ ਉਹ ਨੌਕਰ ਨੂੰ ਕਹਿਣ ਲੱਗੀ, ਕੌਸੂ ਹੁਣ ਅੱਧੇ ਘੰਟੇ ਤੱਕ ਆ ਜਾਏਗੀ। ਮਾਇਆ ਉਹਦਾ ਭਾਵ ਸਮਝ ਕੇ ਬੋਲੀ, ਤੇ ਭਰਜਾਈ ਤੂੰ ਫਿਕਰ ਕਿਉਂ ਕਰਨੀ ਹੈ, ਹੁਣ ਕੰਮ ਹੀ ਕਿਹੜਾ ਰਹਿ ਗਿਆ, ਸਭ ਕੁਝ ਤਾਂ ਤਿਆਰ ਹੋ ਗਿਆ। ਨਾਲੇ ਭਰਾ ਕਹਿੰਦਾ ਸੀ ਕਿ ਸੰਤ ਇਕੱਲੇ ਹੀ ਹੋਣਗੇ, ਫਿਰ ਇੱਕ ਬੰਦੇ ਨੂੰ ਰੋਟੀ ਖਵਾਉਣੀ ਕੋਈ ਬੜਾ ਕੰਮ ਹੈ, ਮੈਂ ਇਕੱਲੀ 10 ਨੂੰ ਖਵਾ ਸਕਦੀ ਹਾਂ। ਮੈਨੂੰ ਤੂੰ ਜਾਣ ਦੇ ਕਿ ਖਬਰੇ ਕੀ ਜ਼ਰੂਰੀ ਕੰਮ ਹੋਵੇ ਸੂ, ਇਸ ਵੇਲੇ ਸੱਦਿਆ ਸੂ। ਤੇ ਉਹ ਬਿਨਾਂ ਗੱਲ ਦਾ ਉੱਤਰ ਉਡੀਕੇ ਛੇਤੀ ਕੱਪੜੇ ਬਦਲ ਕੇ ਘਰੋਂ ਬਾਹਰ ਹੋ ਗਏ। ਰੋਟੀ ਖਵਾਉਣ ਦਾ ਪ੍ਰਬੰਧ ਬੈਠਕ 'ਚ ਹੀ ਕੀਤਾ ਗਿਆ ਸੀ। ਰੱਬ ਦੀ ਮਰਜ਼ੀ, ਇਸੇ ਵੇਲੇ ਘਰ 'ਚ ਨੌਕਰ ਵੀ ਕੋਈ ਨਹੀਂ ਸੀ। ਬਲਵੰਤ ਕੌਰ ਬੈਠਕ 'ਚ ਬੂਹਾ ਭੇਟ ਕੇ ਇੱਕ ਚੌਕੀ ਤੇ ਬੈਠੀ ਨੌਕਰਾਂ ਪਰ ਛੇਤੀ ਹੋ ਰਹੀ ਸੀ। ਖਬਰੇ ਇਹਨਾਂ ਨੂੰ ਅੱਜ ਕਿੱਧਰ ਦੀ ਮੌਤ ਪੈ ਗਈ। ਸਾਰਾ ਘਰ ਢੂੰਡਿਆ, ਕਿਤੇ ਪਤਾ ਹੀ ਨਹੀਂ ਲੱਗਦਾ। ਇੰਨੇ ਨੂੰ ਘੜੀ ਤੇ ਉਹਦੀ ਨਜ਼ਰ ਪਈ। 11:15 ਹੋ ਚੁੱਕੇ ਸਨ। ਉਹ ਇਸ ਵੇਲੇ ਮਹਾਤਮਾ ਦੀ ਉਡੀਕ 'ਚ ਬੈਠੀ ਉਕਤਾ ਰਹੀ ਸੀ। ਸੋਚਦੀ ਸੀ, ਉਹ ਜੋ ਕਹਿੰਦੇ ਸਨ ਦਿਲ ਦੀ ਗੱਲ ਦੱਸ ਦਿੰਦੇ ਨੇ, ਤੇ ਕੀ ਮੇਰੇ ਦਿਲ ਦੀ ਗੱਲ ਵੀ ਦੱਸ ਦੇਣਗੇ। ਜੇ ਉਹਨਾਂ ਦੱਸ ਦਿੱਤੀ ਤਾਂ ਮੈਂ ਉਹਨਾਂ ਨੂੰ ਸੱਚਮੁੱਚ ਰੱਬ ਦਾ ਰੂਪ ਸਮਝਾਂਗੀ। ਉਹਨਾਂ ਪਾਸੋਂ ਹਰ ਵੇਲੇ ਸੜਨ ਦਾ ਇਲਾਜ ਪੁੱਛਾਂਗੀ, ਪਰ ਕਿੱਥੇ, ਏਡੀਆਂ ਕਰਨੀਆਂ ਵਾਲੇ ਸਾਧੂ ਹੁਣ ਕਿੱਥੇ ਰਹਿ ਗਏ ਨੇ। ਜੇ ਕੋਈ ਹੋਏਗਾ ਵੀ ਤਾਂ ਇਹੋ ਜਿਹੇ ਮਹਾਤਮਾ ਸ਼ਹਿਰਾਂ 'ਚ ਨਗਰਾਂ 'ਚ ਥੋੜ੍ਹਾ ਹੀ ਲੱਭਦੇ ਨੇ। ਉਹ ਤਾਂ ਕਿਸੇ ਪਹਾੜ ਦੀ ਗੁਫਾ 'ਚ ਬੈਠੇ ਰਹਿੰਦੇ ਨੇ। ਉਹਨੇ ਫਿਰ ਘੜੀ ਵੱਲ ਤੱਕਿਆ। ਇਸ ਵੇਲੇ 12 ਵੱਜਣ 'ਚ 5 ਮਿੰਟ ਬਾਕੀ ਸਨ। ਉਹਨੇ ਸੋਚਿਆ, ਉੱਠ ਕੇ ਰਸੋਈ ਘਰ 'ਚ ਜਾ ਬੈਠਾ। ਫਿਰ ਖਿਆਲ ਆਇਆ, ਉੱਥੇ ਜਾ ਕੇ ਕੀ ਕਰਾਂਗੇ। ਪਹਿਲਾਂ ਤਾਂ ਸੰਤ ਨੂੰ ਇਸੇ ਕਮਰੇ 'ਚ ਬਿਠਾਉਣਾ, ਜਿਸ ਵੇਲੇ ਹੁਕਮ ਦੇਣਗੇ ਇੱਥੇ ਹੀ ਥਾਲ ਲੈ ਆਵਾਂਗੇ। ਇਸ ਵੇਲੇ ਫਿਰ ਘੜੀ ਪਲ ਉਹਦੀ ਨਜ਼ਰ ਗਈ। 12 ਵੱਜਣ 'ਚ 1 ਮਿੰਟ ਬਾਕੀ ਸੀ। ਉਹਦਾ ਦਿਲ ਧੜਕਣ ਲੱਗ ਪਿਆ। ਕੀ ਇਸ ਤਰ੍ਹਾਂ ਇਕਾਂਤ ਵਿੱਚ ਮੈਂ ਕਿਸੇ ਬਗਾਨੇ ਮਨੁੱਖ ਨਾਲ ਗੱਲਾਂ ਕਰ ਸਕਦੀ ਹਾਂ? ਨਹੀਂ, ਬਗਾਨੇ ਕਿਉਂ, ਸੰਤ ਮਹਾਤਮਾ ਕਿਸੇ ਲਈ ਬਗਾਨੇ ਨਹੀਂ ਹੁੰਦੇ। ਉਹ ਤਾਂ ਨਾ ਕੋ ਬੈਰੀ ਨਾ ਹੈ ਬੇਗਾਨਾ, ਸਗਲ ਸੰਗ ਹਮਕੋ ਬਣਾਈ ਦੇ ਧਾਰਨੀ। ਕਲੌਕ ਨੇ ਟਨ ਸ਼ੁਰੂ ਕਰ ਦਿੱਤੀ ਤੇ ਨਾਲ ਹੀ ਬਾਹਰੋਂ ਕਿਸੇ ਨੇ ਠੱਕ ਬੂਹਾ ਖੜਕਾਉਣ ਦੀ ਆਵਾਜ਼ ਆਈ। ਉਹ ਸਮਝ ਗਈ ਕਿ ਮਹਾਤਮਾ ਆ ਗਏ ਹਨ। ਛੇਤੀ ਨਾਲ ਉੱਠੀ ਤੇ ਜਾ ਕੇ ਬੂਹਾ ਖੋਲ ਦਿੱਤਾ। ਬੂਹੇ ਅੱਗੇ ਉਹਨੇ ਜੋ ਕੁਝ ਡਿੱਠਾ, ਇਹ ਵੇਖਣ ਦੀ ਉਹਨੂੰ ਇਹ ਸਾਰੇ ਜਨਮ 'ਚ ਆਸ ਨਹੀਂ ਸੀ। ਉਹ ਲੱਕੜ ਦਾ ਥੰਮ ਬਣ ਗਈ। ਕੁਝ ਦੇਰ ਲਈ ਉਹਦੀ ਸੁੱਧ ਬੁੱਧ, ਉਹਦੀ ਮਰਿਆਦਾ ਉਹ ਤੋਂ ਦੂਰ ਹੋ ਗਈ। ਸਾਹਮਣੇ ਖੜੇ ਸੰਤਾਂ ਨੂੰ ਸਿਰ ਨਿਵਾਉਣ ਦਾ ਵੀ ਉਹਨੂੰ ਚੇਤਾ ਨਾ ਰਿਹਾ। ਉਹ ਪਾਗਲਾਂ ਵਾਂਗ ਸੰਤਾਂ ਨੂੰ ਸਿਰ ਤੋਂ ਪੈਰਾਂ ਤੱਕ ਵੇਖਣ ਲੱਗ ਪਈ। ਹੈ ਉਹੀ ਰੰਗੀਲੇ ਨੈਣ, ਉਹੀ ਚਮਕਦਾ ਮੱਥਾ, ਉਹੀ ਵਿਭੂਤੀ, ਉਹੀ ਸਤਾਰ। ਹੇ ਵਾਹਿਗੁਰੂ, ਇਹ ਕੀ ਕੌਤਕ ਹੈ। ਉਹ ਕੰਬਣ ਲੱਗ ਪਈ। ਉਹਦੇ ਦਿਲ ਵਿੱਚ ਮਾਨੋ ਕੋਈ ਸਟੀਮ ਇੰਜਨ ਚੱਲ ਰਿਹਾ ਸੀ। ਇਸ ਤੋਂ ਬਾਅਦ ਉਹ ਬੁਰਜ ਵਾਂਗ ਸੰਤਾਂ ਦੇ ਪੈਰਾਂ ਤੇ ਡਿੱਗ ਪਈ ਤਾਂ ਪਤਾ ਨਹੀਂ ਕਿੰਨਾ ਚਿਰ ਪਈ ਰਹੀ। ਮਹਾਤਮਾ ਹੱਥ 'ਚ ਸਤਾਰ ਫੜੀ ਉਸੇ ਤਰ੍ਹਾਂ ਅਡੋਲ ਖੜੇ ਸਨ। ਜਦ ਬਲਵੰਤ ਕੌਰ ਦੇ ਹੋਸ਼ ਹਵਾਸ ਕਾਇਮ ਹੋਏ ਤਾਂ ਉਹ ਝੱਟ ਉੱਠ ਕੇ ਖਲੋ ਗਈ। ਮਹਾਤਮਾ ਮਸਤ ਚਾਲ ਚੱਲਦੇ ਹੋਏ ਅੰਦਰ ਚਲੇ ਗਏ। ਸਾਹਮਣੇ ਵਾਲੇ ਕਾਊਚ ਤੇ ਬੈਠ ਗਏ। ਬਲਵੰਤ ਕੌਰ ਅਜੇ ਤੱਕ ਦਹਲੀਜ਼ਾਂ 'ਚ ਖੜੀ ਸੀ। ਉਹਦੀ ਚੇਤਨ ਸ਼ਕਤੀ ਇਸ ਵੇਲੇ ਰੁਪਏ 'ਚੋਂ 4 ਆਨੇ ਵੀ ਕੰਮ ਨਹੀਂ ਸੀ ਕਰ ਰਹੀ। ਤੇ ਮਹਾਤਮਾ ਨੇ ਸਿਰ ਚੁੱਕਿਆ ਤੇ ਫਿਰ ਬੜੀ ਮਿੱਠੀ ਆਵਾਜ਼ 'ਚ ਬੋਲੇ, ਦੇਵੀ ਅੰਦਰ ਆ ਕਰ ਬੈਠ ਜਾਓ। ਜਿਸ ਤਰ੍ਹਾਂ ਮੈਸਮਰਿਜ਼ਮ ਵਾਲੇ ਕਿਸੇ ਦੀ ਹੋਰ ਹੋਸ਼ ਗੁੰਮ ਕਰਕੇ ਉਸ ਪਾਸੋਂ ਮਨ ਮੰਨਿਆ ਕੰਮ ਕਰਾਈ ਜਾਂਦੇ, ਉਸੇ ਤਰ੍ਹਾਂ ਬਲਵੰਤ ਕੌਰ ਅੰਦਰ ਆਈ। ਸੰਤਾਂ ਨੇ ਸਾਹਮਣੀ ਕੁਰਸੀ ਵੱਲ ਇਸ਼ਾਰਾ ਕੀਤਾ। ਅਦਾਬ ਦਾ ਇਸ ਵੇਲੇ ਉਹਨੂੰ ਬੜਾ ਚੇਤਾ ਹੀ ਭੁੱਲ ਚੁੱਕਾ ਸੀ। ਉਹ ਬੈਠ ਗਈ। ਕਿੰਨਾ ਚਿਰ ਕਮਰੇ 'ਚ ਚੁੱਪ ਵਰਤੀ ਰਹੀ। ਫਿਰ ਮਹਾਤਮਾ ਉਹਦੀਆਂ ਅੱਖਾਂ 'ਚ ਅੱਖਾਂ ਕੱਢ ਕੇ ਬੋਲੇ, देवी ये लगन तुम्हारे दिल में कब से लगी और क्यों लगी?
ਜਿਸ ਤਰ੍ਹਾਂ ਆਦਮੀ ਨੂੰ ਬਿਜਲੀ ਦਾ ਕਰੰਟ ਛੂ ਜਾਂਦਾ ਹੈ, ਉਸੇ ਤਰ੍ਹਾਂ ਮਹਾਤਮਾ ਦੀ ਅੰਤਰ-ਆਤਮਾ ਦਾ ਪਹਿਲਾ ਹੀ ਚਮਤਕਾਰਾ ਵੇਖ ਕੇ ਬਲਵੰਤ ਕੌਰ ਤ੍ਰਬਕ ਉੱਠੀ। ਪਰ ਮਹਾਤਮਾ ਦੀ ਗੱਲ ਦਾ ਉਸਨੇ ਕੋਈ ਉੱਤਰ ਨਾ ਦਿੱਤਾ। ਉੱਤਰ ਦੇਣਾ ਨਹੀਂ ਸੀ ਚਾਹੁੰਦੀ, ਇਹੋ ਗੱਲ ਨਹੀਂ ਸੀ, ਬਲਕਿ ਗੱਲ ਇਹ ਸੀ ਕਿ ਸੋਚ ਰਹੀ ਸੀ ਕੀ ਉੱਤਰ ਦੇਵਾਂ। महात्मा फिर बोले, देवी, मैं समझता हूँ कि 2 बेड़ियों के सवार वाली ही तुम्हारी हालत है, पर मैं इसका सच्चा सच्चा हाल तुम्हारे मुंह से सुनना चाहता हूँ। ਇਹ ਗੱਲ ਸੁਣ ਕੇ ਬਲਵੰਤ ਕੌਰ ਨੂੰ ਸਭ ਚਤਰਾਈਆਂ ਭੁੱਲ ਗਈਆਂ। ਜੋ ਉੱਤਰ ਦੇਣ ਲਈ ਉਹਨੇ ਤਾਣੇ ਪੋਟੇ ਹੋਣੇ ਸੀ, ਉਹ ਸਭ ਤਾਰ-ਤਾਰ ਹੋ ਕੇ ਟੁੱਟ ਗਏ। ਉਹ ਵੇਖ ਰਹੀ ਸੀ ਕਿ ਮੈਂ ਸਾਖਿਆਤ ਰੱਬ ਦੇ ਸਾਹਮਣੇ ਬੈਠੀ ਹਾਂ ਤੇ ਫਿਰ ਰੱਬ ਅੱਗੇ ਬਨਾਵਟ ਜਾਂ ਝੂਠ, ਇਹ ਅਣਹੋਣੀ ਗੱਲ ਹੈ। ਉਹ ਬੇਵਸੀ ਹੀ ਸੰਤਾਂ ਦੇ ਪੈਰਾਂ ਤੇ ਡਿੱਗ ਪਈ ਤੇ ਆਪਣੇ ਅਥਰੂਆਂ ਨਾਲ ਉਹਨਾਂ ਦੇ ਪੈਰ ਧੋਂਦੀ ਹੋਈ ਗਿੜਗਿੜਾ ਕੇ ਬੋਲੀ, ਮਹਾਰਾਜ, ਤੁਸੀਂ ਆਪ ਹੀ ਮਨੁੱਖੀ ਜਾਮੇ 'ਚ ਵਹਿਗਰੂ ਹੋ, ਕੱਟ-ਕੱਟ ਦੀਆਂ ਜਾਣਨ ਹਾਰੇ ਹੋ, ਫਿਰ ਮੈਥੋਂ ਕੀ ਪੁੱਛਦੇ ਹੋ? ਮਹਾਰਾਜ, ਮੈਂ ਬੜੀ ਪਾਪਣ ਹਾਂ, ਮੇਰੀ ਰੱਖਿਆ ਕਰੋ। ਪਰ ਮਹਾਤਮਾ ਨੇ ਉਹਨੂੰ ਪੈਰਾਂ ਤੋਂ ਉਠਾ ਕੇ ਕੁਰਸੀ ਤੇ ਬਿਠਾਇਆ ਤੇ ਫਿਰ प्यार नाल बोले, देवी, परमात्मा तुम्हारा मनोरथ पूरा करेंगे, हमें अपना कुछ कुल हाल सुनाओ, मनोरथ पूरा करेंगे। इस शब्द ने बलवंत कौर दे अंदर आरी फेर दी तो जरा तैश चाके बोली, महाराज, ये वार जेड़ा मैनू दे रहे हो, किरपा करके सब तो पहला इनू वापस लाओ। मेरा मनोरथ ऐसा पवित्र ते पापमई है कि मैं ਉਹਦੇ पूरे होने तो पहला अपने आप ਨੂੰ ਜਿਉਂਦੀ नहीं वेखना चाहती। संत बोले, अच्छा देवी, पहले तुम दिल का सारा भेद निकाल कर हमारे सामने रख दो। बड़ी शरधा ते सत्कार नाल बलवंत कौर बोली, महाराज, मूँह छोटा ते गल बहुत वड्डी है, हुण लुकावां किस पासों जद कि तुसीं साक्षात रब रूप सामने बैठे हो। मैं बटाले दे रईस सरदार जोगिंदर सिंह दी लड़की हाँ। मेरा नाम बलवंत कौर है, पर मापे मैनू प्यार नाल गुड्डी सददे सन। ਐਤਕੀ ਗਰਮੀਆਂ 'ਚ ਅਸੀਂ 3 ਮਹੀਨੇ ਮਸੂਰੀ ਪਹਾੜ ਤੇ ਕੱਟੇ। ਇੱਕ ਦਿਨ ਦਾ ਜ਼ਿਕਰ ਹੈ ਜਦ ਮੈਂ ਤੇ ਮੇਰੀ ਇੱਕ ਸਹੇਲੀ ਅਸੀਂ ਦੋਵੇਂ ਇੱਕ ਨਾਲੇ ਦੇ ਕੰਢੇ ਬੈਠੀਆਂ ਪਾਣੀ ਦੀ ਮੌਜ ਵੇਖ ਰਹੀਆਂ ਸੀ। ਅਚਾਨਕ ਸਾਡੇ ਕੰਨਾਂ 'ਚ ਕਿਸੇ ਦੇ ਸਤਾਰ ਨਾਲ ਗਾਉਣ ਦੀ ਆਵਾਜ਼ ਆਈ। ਅਸੀਂ ਆਵਾਜ਼ ਦੀ ਸੇਧ ਤੇ ਤੁਰੀਆਂ ਗਈਆਂ। ਕੁਝ ਦੂਰ ਜਾ ਕੇ ਇੱਕ ਚੱਟਾਨ ਦੇ ਓਹਲੇ ਹੋ ਕੇ ਵੇਖਿਆ ਜੋ ਇੱਕ ਮਹਾਤਮਾ ਹੱਥ 'ਚ ਸਤਾਰ ਲਈ ਪਹਾੜੀ ਦੀ ਉੱਚੀ ਚੋਟੀ ਤੇ ਬੈਠ ਕੇ ਸ਼ਬਦ ਪੜ੍ਹ ਰਹੇ ਸਨ। ਕਹਿੰਦੀ ਬਲਵੰਤ ਕੌਰ ਰੁਕ ਗਈ। ਮਹਾਤਮਾ ਦੇ ਚਿਹਰੇ ਤੇ ਵੀ ਇਸ ਵੇਲੇ ਕਈ ਤਰ੍ਹਾਂ ਦੇ ਉਤਰਾ ਚੜਾ ਆ ਰਹੇ ਸਨ। फिर वो अपने आप ਨੂੰ संभाल के बोले, हाँ फिर क्या हुआ? संकोच करने की आवश्यकता नहीं है। बलवंत कौर ਦੇ ਗਲੇ 'ਚ ਮਾਨੋ ਇਹ ਸ਼ਬਦ ਆ ਕੇ ਫਸ ਗਿਆ। ਉਹਨੇ ਬੜੇ ਯਤਨ ਨਾਲ ਉਹਨੂੰ ਬਾਹਰ ਕੱਢਿਆ। ਫਿਰ ਬੋਲੀ, ਉਹ ਸਤਾਰ ਵਾਲੇ ਮਹਾਤਮਾ ਇਹੋ ਸਨ ਜਿਹੜੇ ਇਸ ਵੇਲੇ ਮੇਰੇ ਸਾਹਮਣੇ ਬਿਰਾਜਮਾਨ ਹਨ। ਉਹਨਾਂ ਦੀ ਨਜ਼ਰ ਭਾਵੇਂ ਮੇਰੇ ਉੱਤੇ ਨਹੀਂ ਸੀ ਪਈ ਕਿਉਂਕਿ ਮੈਂ ਪਹਾੜੀ ਦੇ ਉੱਲੇ ਹੋ ਕੇ ਉਹਨਾਂ ਨੂੰ ਵੇਖ ਰਹੀ ਸਾਂ। ਨਾਲੇ ਜੇ ਮੈਂ ਉਹਨਾਂ ਦੇ ਸਾਹਮਣੇ ਵੀ ਚਲੀ ਜਾਂਦੀ ਤਾਂ ਵੀ ਸ਼ਾਇਦ ਉਹ ਮੈਨੂੰ ਨਾ ਵੇਖ ਸਕਦੇ क्योंकि वो शब्द च ऐसे मस्त सन कि उन्होंने दुनिया की होश ही नहीं सी। मेरे दिल ते पता नहीं की लोड़ा पै गया। मेरे 1000 यतन करन ते भी वो शक्ल मेरे दिल चों दूर नहीं सी हुंदी। मैं तरकां कर करके अपने मन नूं बथेरियां लांतां पांदी, बथेरी वाह लांदी, पर एक ख्याल मेरे दिल चों वधदा ही गया। इस तो पिछों हुंदियां हुंदियां मेरी हालत ऐसी हो गई कि 1 मिनट लई भी मेरे दिल चों एक ख्याल नहीं सी हटदा। मैं चंगा भला जानदी सी कि मैं नरकां वल दौड़दी जा रही हाँ। अपने दिल च किसी उपरे नूं थां दे के मैं पाप कुंड च पैर पसार रही हाँ, पर मेरे दिल पर ਇਹਦਾ रत्ती भी असर नहीं सी हुंदा। अखीर गर्मियां कट के असीं बटाले आ गए। इन्हीं दिनी मेरा विआह रचिया गया सी। ਜਿਉਂ-ਜਿਉਂ ਵਿਆਹ ਦੇ ਦਿਨ ਨੇੜੇ ਆ ਰਹੇ ਸਨ, ਮੇਰਾ ਦਿਲ ਗੋਤਿਆਂ 'ਚ ਪੈਂਦਾ ਜਾਂਦਾ ਸੀ। ਮੈਨੂੰ ਸਾਫ਼ ਦਿਸ ਰਿਹਾ ਸੀ ਕਿ ਮੈਂ 2 ਬੇੜੀਆਂ ਲੱਤ ਰੱਖ ਕੇ ਜ਼ਰੂਰ ਪਾਪ ਸਾਗਰ 'ਚ ਡੁੱਬ ਮਰਾਂਗੀ ਕਿਉਂਕਿ ਜਿਨ੍ਹਾਂ ਨਾਲ ਮੇਰਾ ਵਿਆਹ ਹੋ ਰਿਹਾ ਹੈ ਉਹਨਾਂ ਲਈ ਮੇਰੇ ਦਿਲ 'ਚ ਰੱਤੀ ਵੀ ਥਾਂ ਨਹੀਂ ਸੀ। ਇਹ ਥਾਂ ਇੱਕ ਬਿਨ ਪਛਾਣੇ ਆਦਮੀ ਨੇ ਰੋਕ ਲਈ ਹੋਈ ਸੀ। ਜਦ ਵਿਆਹ ਦਾ ਦਿਨ ਨੇੜੇ ਆ ਗਿਆ ਤੇ ਨਾਲ ਹੀ ਮੇਰੀ ਆਤਮਕ ਪੀੜ, ਮੇਰੇ ਦਿਲ ਦੀ ਸੜਨ ਨੇ ਮੈਨੂੰ ਪਾਗਲ ਕਰ ਦਿੱਤਾ। ਇਸ ਵੇਲੇ ਹਰ ਪਾਸੇ ਤੋਂ ਨਰਕਾਂ ਦੀ ਅੱਗ ਦੇ ਅਲੰਬੇ ਉੱਠ ਰਹੇ ਸਨ ਤੇ ਮੇਰੇ ਤਨ ਮਨ ਨੂੰ ਸਾੜ ਰਹੇ ਸਨ। ਜਦ ਮੈਨੂੰ ਇਸ ਤੋਂ ਬਚਣ ਦਾ ਕੋਈ ਰਾਹ ਨਹੀਂ ਲੱਭਾ ਤੇ ਮੈਂ ਤਰਾ ਕਰਕੇ ਸਤਿਗੁਰਾਂ ਦੇ ਦਰ ਤੇ ਜਾ ਡਿੱਗੀ। ਵਿਆਹ ਤੋਂ 1 ਦਿਨ ਪਹਿਲਾਂ ਅੰਮ੍ਰਿਤ ਵੇਲੇ ਉੱਠ ਕੇ ਤੇ ਇਸ਼ਨਾਨ ਪਾਣੀ ਕਰਕੇ ਮੈਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹਜ਼ੂਰ ਬੜੀ ਸ਼ਰਧਾ ਸਹਿਤ ਤੇ ਪੀੜ ਨਾਲ ਵਿੰਨਿਆ ਹੋਇਆ ਦਿਲ ਲੈ ਕੇ ਗਈ। ਮੈਂ ਮਹਾਰਾਜ ਦੇ ਹਜ਼ੂਰ ਅੱਧਾ ਕੁ ਘੰਟਾ ਸਿਰ ਨਵਾ ਕੇ ਪ੍ਰਾਰਥਨਾ ਕਰਦੀ ਰਹੀ, ਇਹ ਸੱਚੇ ਪਾਤਸ਼ਾਹ, ਮੈਂ ਤੇਰੇ ਹੀ ਸਿੱਖਾਂ ਦੀ ਔਲਾਦ ਹਾਂ, ਤੇਰੇ ਹੀ ਦਰ ਦੀ ਕੂਕਰ ਹਾਂ। ਇਸ ਵੇਲੇ ਮੈਂ ਕਿਸੇ ਅਥਾਹ ਪਾਪ ਸਮੁੰਦਰ ਦੇ ਘੁੰਮਣ ਘੇਰ 'ਚ ਹਾਂ। दीन दयाल पिता, जे सचमुच तू द्रौपदी की लाज रखी सी, जे तू सीता का सत बचाया सी, जे सचमुच तेरा नाम पतर धमन है,
ਪੱਤਰ ਪਾਵਨ ਹੈ ਤਾਂ ਮੇਰਾ ਵੀ ਰੱਖਿਆ ਕਰੋ। ਇਸ ਵੇਲੇ ਤੈਥੋਂ ਬਿਨਾਂ ਮੇਰੀ ਰਾਖੀ ਕਰਨ ਵਾਲਾ ਕੋਈ ਨਹੀਂ। ਮਾਪੇ ਮੈਨੂੰ ਇਸ ਨਾਲ ਵਿਆਹ ਰਹੇ ਹਨ। ਉਹਦੀ ਤੇ ਮੇਰੇ ਦਿਲ ਵਿਚਲੀ ਹਸਤੀ ਦੀ ਦੋਹਾਂ ਦੀ ਸਮਾਈ ਮੇਰੇ ਇੱਕੋ ਦਿਲ 'ਚ ਨਹੀਂ ਹੋ ਸਕਦੀ। ਇਹ ਸਤਿਗੁਰੂ ਜੀ ਦੇ ਲੜ ਲਾਣਾ ਹੀ ਇੱਕੋ ਦੇ ਲੜ ਲਾ ਦੇ, ਦੋ ਬੇੜੀਆਂ ਵਿੱਚ ਕੱਢ ਲੈ। ਮੈਂ ਇਸ ਵੇਲੇ ਜ਼ੁਬਾਨ ਵੀ ਨਹੀਂ ਖੋਲ ਸਕਦੀ ਸੀ। ਮਾਪਿਆਂ ਦੀ ਕੀਤੀ ਉਲੱਥਣੀ ਇੱਕ ਸਿੱਖ ਬੱਚੀ ਲਈ ਅਣਹੋਣੀ ਗੱਲ ਹੈ, ਪਰ ਦਿਲ 'ਚ ਜਿਹੜਾ ਬੂਟਾ ਉੱਗ ਕੇ ਲੰਮੀਆਂ ਜੜ੍ਹਾਂ ਫੜ ਚੁੱਕਿਆ ਉਹਨੂੰ ਪੁੱਟਣਾ ਵੀ ਤਾਕਤ ਤੋਂ ਬਾਹਰ ਹੈ। ਬਸ ਅੱਜ ਤੋਂ ਹੇ ਗੁਰੂ, ਮੇਰੀ ਲਾਜ, ਮੇਰੀ ਪੱਤ ਤੇ ਮੇਰਾ ਸਭ ਕੁਝ ਤੇਰੇ ਹੱਥ ਹੈ। ਮੇਰੇ ਹੱਥ 'ਚ ਕੁਝ ਨਹੀਂ, ਮੈਂ ਕੁਝ ਨਹੀਂ ਕਰ ਸਕਦੀ। ਮੈਨੂੰ ਜਿੱਧਰ ਟੋਰੇਂਗਾ, ਜਿਹਦੇ ਹੱਥ ਮੇਰੀ ਬਾਂਹ ਫੜਾਏਂਗਾ, ਉਸੇ ਪਾਸੇ ਤੁਰੇ ਜਾਵਾਂਗੇ। ਇਸ ਤੋਂ ਬਾਅਦ ਮੇਰਾ ਵਿਆਹ ਹੋ ਗਿਆ ਤੇ ਮੈਂ ਇੱਥੇ ਸਹੁਰੇ ਆ ਗਈ। ਮੈਂ ਪਤੀ ਨਾਲ ਵਸਦੀ ਰਸਦੀ ਹਾਂ, ਪਰ ਇੱਕ ਭਿਆਨਕ ਖਿਆਲ ਹਰ ਵੇਲੇ ਚਿੱਤਰਗੁਪਤ ਵਾਂਗ ਮੇਰੇ ਦਿਲ ਦੇ ਮੋਢਿਆਂ ਤੇ ਸਵਾਰ ਰਹਿੰਦਾ ਹੈ ਕਿ ਆਪਣੇ ਪਤੀ ਜੀ ਨਾਲ ਧੋਖਾ ਕਰ ਰਹੀ ਹਾਂ, ਕਿਉਂਕਿ ਮੈਂ ਬਨੌਟੀ ਪ੍ਰੇਮ ਨਾਲ ਉਹਨਾਂ ਨੂੰ ਰਿਝਾਉਣ ਦਾ ਹਮੇਸ਼ਾ ਯਤਨ ਕਰਦੀ ਰਹੀ ਸੀ। ਬਸ ਇਹ ਹੈ ਮੇਰੇ ਦਿਲ ਦਾ ਹਾਲ। ਸੁਣਦਿਆਂ ਮਹਾਤਮਾ ਕਿਸੇ ਮਸਤੀ 'ਚ ਝੂਮਣ ਲੱਗ ਪਏ ਤੇ ਉਹਨਾਂ ਦੀਆਂ ਅੱਖਾਂ 'ਚ ਅੱਥਰੂ ਆ ਗਏ। ਇੰਨੀ ਪਵਿੱਤਰਤਾ, ਆਤਮ ਰੱਖਿਆ ਦਾ ਇੰਨਾ ਤੀਬਰ ਸੰਕਲਪ, ਇੰਨੀ ਦ੍ਰਿੜਤਾ। ਇਹ ਸੋਚ ਕੇ ਮਹਾਤਮਾ ਬੇਵੱਸ ਹੋ ਕੇ ਉੱਠ ਖੜੋਤੇ ਤੇ ਬਲਵੰਤ ਕੌਰ ਵੱਲ ਇਸ ਤਰ੍ਹਾਂ ਵਧੇ ਮਾਨੋ ਉਹਨੂੰ ਜੱਫੀ 'ਚ ਲੈ ਜਾਣਾ ਚਾਹੁੰਦੇ ਹੋਣ। ਪਰ ਬਲਵੰਤ ਕੌਰ ਨੇ ਮੌਕਾ ਹੀ ਨਾ ਦਿੱਤਾ ਤੇ ਉਹ ਝੱਟ ਛਲਾਂਗ ਮਾਰ ਕੇ 2 ਕਦਮਾਂ ਦੀ ਵਿੱਥ ਤੇ ਜਾ ਖਲੋਤੀ ਤੇ ਘਬਰਾ ਕੇ ਬੋਲੀ, ਬਸ ਮਹਾਰਾਜ, ਖਬਰਦਾਰ, ਉੱਥੇ ਹੀ ਖੜੇ ਰਹੋ। ਇੱਕ ਪਤੀਵਰਤਾ ਇਸਤਰੀ ਦੇ ਸਰੀਰ ਨੂੰ ਕਿਸੇ ਬਗਾਨੇ ਮਨੁੱਖ ਦਾ ਅੰਗ ਉਹਦੇ ਜਿਉਂਦਿਆਂ ਕਦੇ ਨਹੀਂ ਛੋਹ ਸਕਦਾ। ਮੇਰੇ ਦਿਲ ਦੀ ਕਮਜ਼ੋਰੀ ਵੱਲ ਵੇਖ ਕੇ ਤੁਸੀਂ ਇਹ ਦਲੇਰੀ ਨਹੀਂ ਕਰ ਸਕਦੇ। ਬਸ ਕਿਰਪਾ ਕਰਕੇ ਇਸ ਮਕਾਨ ਤੋਂ ਬਾਹਰ ਹੋ ਜਾਓ। ਤੇ ਇਹਦੇ ਨਾਲ ਹੀ ਉਹਨੇ ਬੈਠਕ ਦਾ ਬੂਹਾ ਖੋਲ੍ਹ ਦਿੱਤਾ। ਪਰ ਮਹਾਰਾਜ ਨੇ ਉਹਦੀ ਕਿਸੇ ਗੱਲ ਦੀ ਪਰਵਾਹ ਨਾ ਕੀਤੀ ਤੇ ਉਹ ਉਹਦੇ ਪ੍ਰੇਮ 'ਚ ਪਾਗਲ ਹੋ ਕੇ ਫਿਰ ਅਗਾਂਹ ਵਧਿਆ। ਝੱਟ ਉਹਦਾ ਹੱਥ ਫੜ ਲਿਆ। ਬਲਵੰਤ ਕੌਰ ਵੀ ਕੋਈ ਹੋਰ ਜਨਾਨੀਆਂ ਵਰਗੀ ਨਹੀਂ ਸੀ। ਦੋਵੇਂ ਗੁੱਥਮ ਗੁੱਥਾ ਹੋ ਪਏ। ਬਲਵੰਤ ਕੌਰ ਗੁੱਸੇ ਨਾਲ ਕੱਪੜਿਆਂ ਤੋਂ ਬਾਹਰ ਹੋ ਗਈ। ਇਸੇ ਵੇਲੇ ਚੋਲੇ ਵਿੱਚੋਂ ਜਿਹੀ ਮਹਾਤਮਾ ਦੀ ਵੀਣੀ ਨੰਗੀ ਹੋਈ, ਨਾਲ ਹੀ ਬਲਵੰਤ ਕੌਰ ਦੀ ਨਜ਼ਰ ਉੱਤੇ ਪੈ ਗਈ। ਉਹ ਇੱਕ ਅਜਿਹੀ ਚੀਜ਼ ਸੀ ਜਿਸ ਪਰ ਰੋਜ਼ ਹੀ ਉਹਦੀ ਨਜ਼ਰ ਪੈਂਦੀ ਸੀ। ਇਸੇ ਨੀਲੀ ਸ਼ਾਹੀ ਨਾਲ ਖੋਦਿਆ ਹੋਇਆ ਜਗਜੀਤ ਸਿੰਘ ਦਾ ਨਾਮ ਤੇ ਉਹਦੇ ਹੇਠਾਂ ਇੱਕ ਮੋਰ ਦੀ ਤਸਵੀਰ। ਉਹ ਇੱਕ ਟੱਕ ਮਹਾਤਮਾ ਦੇ ਚਿਹਰੇ ਵੱਲ ਵੇਖਣ ਲੱਗ ਪਈ ਤੇ ਫਿਰ ਉਸ ਉੱਪਰਲੀ ਵਿਭੂਤੀ ਪੂੰਝ ਸੁੱਟੀ। ਉਹ ਖੁਸ਼ੀ ਨਾਲ ਭੁੜਕ ਕੇ ਬੋਲੀ, ਓਹੋ, ਇਹ ਤੁਸੀਂ ਹੋ, ਕਹਿ ਕੇ ਤੇ ਇੱਕ ਖੁਸ਼ੀ ਭਰੀ ਚੀਕ ਮਾਰ ਕੇ ਬਲਵੰਤ ਕੌਰ ਮਹਾਤਮਾ ਦੀ ਗੱਲ ਨਾਲ ਚੰਬੜ ਗਈ। ਉਹਨੂੰ ਸਾਰਾ ਮਾਮਲਾ ਸਮਝਣ 'ਚ ਦੇਰ ਨਾ ਲੱਗੀ। ਜਗਜੀਤ ਨੇ ਭਗਵਾਨ ਚੋਲਾ ਵੀ ਲਾ ਸੁੱਟਿਆ। ਬਲਵੰਤ ਕੌਰ ਦਾ ਸਿਦਕ ਤੇ ਇਹਦੇ ਸਿੱਖੀ ਪ੍ਰੇਮ ਵੇਖ ਕੇ ਉਹ 1000 ਜਾਨ ਨਾਲ ਉਸ ਤੋਂ ਸਦਕੇ ਹੋ ਰਿਹਾ ਸੀ। ਦਿਲ ਦੀ ਮੁਰਾਦ 16.25 ਨੇ ਪੂਰੀ ਹੋਣ ਤੇ ਗੁਰੂ ਮਹਾਰਾਜ ਦੀ ਬਿਰਧ ਰੱਖਿਆ ਦਾ ਇਹ ਅਨੋਖਾ ਚਮਤਕਾਰ ਵੇਖ ਕੇ ਬਲਵੰਤ ਕੌਰ ਦਾ ਸਿਰ ਆਪਣੇ ਆਪ ਹੀ ਸਤਿਗੁਰੂ ਦੀ ਦਰਗਾਹ 'ਚ ਝੁਕ ਗਿਆ। ਉਹ ਕਿੰਨੇ ਚਿਰ ਅੱਖਾਂ ਮੀਟ ਕੇ ਤੇ ਉਹਨਾਂ ਵਿੱਚੋਂ ਪ੍ਰੇਮ ਅਥਰੂ ਵਰਾਉਂਦੀ ਹੋਈ ਦੀਨ ਦੁਨੀ ਦੇ ਵਾਲੀ ਦਾ ਧੰਨਵਾਦ ਕਰਦੀ ਰਹੀ। ਇਸੇ ਵੇਲੇ ਕਮਰੇ ਦਾ ਬੂਹਾ ਖੁੱਲਿਆ। ਮਾਇਆ ਤੇ ਜਸਵੰਤ ਸਿੰਘ ਹਾਸੇ ਨਾਲ ਲੋਟ-ਪੋਟ ਹੁੰਦੇ ਅੰਦਰ ਆਏ। ਇਹਨਾਂ ਦੀ ਇਹ ਗੂੜੀ ਸਾਜ਼ਿਸ਼ ਵੇਖ ਕੇ ਤੇ ਸੋਚ ਕੇ ਕਿ ਮੇਰੀ ਕੁੱਲ ਗੱਲਬਾਤ ਇਹਨਾਂ ਸੁਣ ਲਈ ਹੈ, ਬਲਵੰਤ ਕੌਰ ਨੇ ਸ਼ਰਮ ਨਾਲ ਸਿਰ ਨਿਵਾ ਲਿਆ ਤੇ ਬਨੌਟੀ ਗੁੱਸੇ ਨਾਲ ਬੋਲੀ, ਤੁਸੀਂ ਤਾਂ ਜਾਲਸਾਜ਼ਾਂ ਦਾ ਹੀ ਟੱਬਰ ਇਕੱਠੇ ਹੋਏ ਹੋ। ਹੱਸਦਾ ਜਸਵੰਤ ਸਿੰਘ ਬੋਲਿਆ, ਜਾਲਸਾਜ਼ ਤਾਂ ਇਹੋ ਸਰਦਾਰ ਹੋ ਰਹੀ ਨੇ ਜਿਹੜੇ ਘਰੋਂ ਤਾਂ ਜਾਂਦੇ ਨੇ ਪਹਾੜਾਂ ਦੀ ਸੈਰ ਕਰਨ, ਪਰ ਉੱਥੇ ਜਾ ਕੇ ਸੰਤ ਬਣ ਬਹਿੰਦੇ ਨੇ। ਵਾਹ ਬਈ ਵਾਹ, ਜਸਵੰਤ ਸਿੰਘ ਨੇ ਇੱਕ ਵਾਰ ਫਿਰ ਬਲਵੰਤ ਕੌਰ ਵੱਲ ਤੱਕ ਕੇ ਕਿਹਾ, ਖੂਬ ਢੋ ਢੁੱਕਾ। ਚੰਗਾ ਫਿਰ, ਸੰਤ ਤੇ ਤੂੰ ਬਣਿਆ ਹੀ ਹੋਇਆ ਵੀ ਇਸ ਵੇਲੇ, ਲੈ ਫੜ ਸਤਾਰ ਤੇ ਸਾਨੂੰ ਕੁਝ ਸੁਣਾ ਦੇ। ਉਧਰ ਮਾਇਆ ਵੀ ਆਪਣਾ ਬੇਲਾ ਚੁੱਕ ਲਿਆਈ, ਨਾਲ ਹੀ ਬਲਵੰਤ ਕੌਰ ਵਾਲਾ ਵਾਜਾ ਵੀ। ਬਲਵੰਤ ਕੌਰ ਨੇ ਬਥੇਰੀ ਨਾਂਹ ਨੁੱਕਰ ਕੀਤੀ, ਪਰ ਮਾਇਆ ਨੇ ਖਿੱਚ ਖੁੱਚ ਕੇ ਉਹਨੂੰ ਵਾਜੇ ਅੱਗੇ ਬਿਠਾਈ ਦਿੱਤਾ। ਚਾਰੇ ਇੱਕ ਕਤਾਰ 'ਚ ਬੈਠ ਗਏ। 4 ਗਲੇ 3 ਸਾਜ਼ ਜਿਸ ਵੇਲੇ ਇੱਕੋ ਲੈਨ ਵਿੱਚ ਗਾ ਰਹੇ ਸਨ। ਪਾਪੀਹਾ ਕਾਹੇ ਮਚਾਵੇ ਸ਼ੋਰ, ਉਸੇ ਵੇਲੇ ਕਮਰੇ 'ਚ ਇੱਕ ਅਲੌਕਿਕ ਗੂੰਜ ਪੈਦਾ ਹੋ ਰਹੀ ਸੀ, ਮਾਨੋ ਘਰ ਦੀ ਹਰ ਇੱਕ ਚੀਜ਼ ਬੇਬਲ ਹੋ ਕੇ ਇਸ ਪ੍ਰੇਮ ਸੰਗੀਤ 'ਚ ਹਿੱਸਾ ਲੈ ਰਹੀ ਸੀ। ਧੰਨਵਾਦ। ਸਮਾਪਤ।